ओके जी, लेट्स स्टार्ट। गुड मॉर्निंग साਰਿਆਂ ਨੂੰ। ਅੱਜ ਅਸੀਂ ਪੜ੍ਹਨ ਜਾ ਰਹੇ ਹਾਂ ਨੈਫਸੀਲਾ एग्जामिनेशन पेपर नंबर 2। मेरी आवाज आ रही है जी? आ रही है। ओके ओके, लेट्स स्टार्ट। ਅਸੀਂ ਅੱਜ ਪੜਾਂਗੇ ਮਸਾਹਤ ਦੇ ਰਿਗਾਰਡਿੰਗ। ਮਸਾਹਤ ਕੀ ਹੁੰਦੀ ਹੈ, ਇਹ 'ਚ ਕਿਹੜੇ ਕਿਹੜੇ ਜਿਹੜੇ ਵਰਡਸ ਹੈਗੇ ਯੂਜ਼ ਕੀਤੇ ਜਾਂਦੇ ਆ। ਮਸਾਹਤ ਦਾ ਸਭ ਤੋਂ ਪਹਿਲਾਂ ਪੜਾਂਗੇ ਮਸਾਹਤ ਦਾ ਕੀ ਮਤਲਬ ਕੀ ਹੈਗਾ, ਮਸਾਹਤ ਦਾ ਕੀ ਅਰਥ ਹੈਗਾ। ਮਸਾਹਤ ਕਿਸ ਨੂੰ ਕਿਹਾ ਜਾਂਦਾ ਹੈ? ਕਿਸੇ ਵੀ ਜ਼ਮੀਨ ਨੂੰ ਜਦੋਂ ਅਸੀਂ ਮਾਪ ਕੇ ਕਿਸੇ ਪੇਪਰ ਤੇ ਲੈ ਕੇ ਆਉਂਦੇ ਹਾਂ, ਕਿਸੇ ਲੱਠੇ ਤੇ ਲੈ ਕੇ ਆਉਂਦੇ ਹਾਂ, ਠੀਕ ਹੈ, ਉਸ ਐਜੂਕੇਸ਼ਨ ਨੂੰ ਕੀ ਕਿਹਾ ਜਾਂਦਾ ਹੈ, ਉਸ ਪੜ੍ਹਾਈ ਨੂੰ ਕੀ ਕਿਹਾ ਜਾਂਦਾ ਹੈ? ਮਸਾਹਤ ਕਿਹਾ ਜਾਂਦਾ ਹੈ। ਬਾਈ ਮੀਰਿੰਗ of land, piece of land creating on the paper, ਜਾਂ ਕਿਸੇ ਕੱਪੜੇ ਉੱਪਰ ਲੈ ਕੇ ਆਉਂਦੇ ਜਾਂ ਕਿਸੇ ਪੇਪਰ ਉੱਪਰ ਲੈ ਕੇ ਆਉਂਦੇ, ਕਿਸੇ ਜ਼ਮੀਨ ਨੂੰ ਮਿਣ ਕੇ ਜਦੋਂ ਅਸੀਂ ਉਹਨੂੰ ਕਿਸੇ ਸਕੇਲ ਦੇ ਉੱਪਰ ਕਿਸੇ ਪੇਪਰ ਉੱਪਰ ਲੈ ਕੇ ਆਉਂਦੇ ਹਾਂ, ਤਾਂ ਉਸ ਜਿਹੜੀ ਐਜੂਕੇਸ਼ਨ ਹੈ, ਇਸ ਐਜੂਕੇਸ਼ਨ ਨੂੰ, ਇਸ ਸਟੱਡੀ ਨੂੰ ਅਸੀਂ ਮਸਾਹਤ ਕਹਿੰਦੇ ਹੈਗੇ। ਠੀਕ ਹੈ। ਸਿਜਰਾ ਕੀ ਚੀਜ਼ ਹੁੰਦੀ ਹੈ? ਸਿਜਰਾ ਇੱਕ ਨਕਸ਼ਾ ਹੁੰਦਾ ਹੈ ਜਿਸ ਤੇ ਜ਼ਮੀਨ ਦੀਆਂ ਹੱਦਾਂ ਅਤੇ ਉਸ ਦੇ ਅੰਦਰ ਦੇ ਟੁਕੜਿਆਂ ਨੂੰ ਖਾਸ ਅੰਦਾਜ਼ੇ ਜਾਂ ਪੈਮਾਨੇ ਦੇ ਨਾਲ ਜਿਹੜਾ ਹੈਗਾ ਲਕੀਰਾਂ ਰਾਹੀਂ ਦਰਸਾਇਆ ਜਾਂਦਾ ਹੈ। ਠੀਕ ਹੈ, ਇਸ ਨੂੰ ਸਿਜਰਾ ਕਿਹਾ ਜਾਂਦਾ ਹੈ। ਇਹਦਾ ਹਰ ਜਿਹੜਾ ਸਿਜਰਾ ਹੁੰਦਾ ਹੈਗਾ, ਸਿਜਰੇ ਉੱਪਰ ਜਿੰਨੇ ਵੀ ਨੰਬਰ ਖਸਰਾ ਹੁੰਦੇ ਨੇ, ਇਹਨਾਂ ਦੀ ਜਿਹੜੀ ਪਮਾਇਸ਼ ਕੀਤੀ ਜਾ ਸਕਦੀ ਹੈ, ਇਹਦਾ ਏਰੀਆ ਕੱਢਿਆ ਜਾ ਸਕਦਾ ਹੈ। ਸਿਜਰਾ ਇੱਕ ਕਿਸਮ ਦਾ ਨਕਸ਼ਾ ਹੁੰਦਾ ਹੈ ਜਿਸ ਤੇ ਜ਼ਮੀਨ ਦੀਆਂ ਹੱਦਾਂ ਅਤੇ ਉਸ ਦੇ ਅੰਦਰ ਦੇ ਟੁਕੜਿਆਂ ਨੂੰ ਖਾਸ ਅੰਦਾਜ਼ੇ ਜਾਂ ਪੈਮਾਨੇ ਦੇ ਰਾਹੀਂ, ਜਿਵੇਂ ਸਕੇਲ ਦੇ ਰਾਹੀਂ 1 ਇੰਚ ਬਰਾਬਰ 40 ਕਰਮ ਜਾਂ 1 ਇੰਚ ਬਰਾਬਰ 50 ਕਰਮ, ਇੱਦਾਂ ਦੇ ਕਿਸੇ 1 ਇੰਚ ਬਰਾਬਰ 200 ਕਰਮ, ਇੱਦਾਂ ਦੇ ਕਿਸੇ ਸਕੇਲ ਦੇ ਰਾਹੀਂ ਕੋਈ ਜਿਹੜਾ ਨਕਸ਼ਾ ਬਣਾਉਂਦੇ ਹਾਂ ਅਸੀਂ, ਉਸ ਨੂੰ ਅਸੀਂ ਸਿਜਰਾ ਕਹਿੰਦੇ ਹਾਂ। ਸਿਜਰਾ ਕੌਣ ਵਰਤਦੇ ਨੇ ਜੀ? ਕਿਹਦੇ ਵੱਲੋਂ ਯੂਜ਼ ਕੀਤਾ ਜਾਂਦਾ ਹੈਗਾ? ਜ਼ਿਆਦਾਤਰ ਤਾਂ ਜੇ ਦਿਖੇ ਸਿਜਰਾ ਨੂੰ ਕੌਣ ਵਰਤਦੇ ਨੇ, ਉਹਨਾਂ ਦੀ ਕੀ ਫਾਇਦਾ ਹੁੰਦਾ ਹੈ? ਹਰ ਪਟਵਾਰੀ, ਜਦੋਂ ਕਿਸੇ ਪਟਵਾਰੀ ਹਲਕਾ ਨੇ ਕੋਈ ਜ਼ਮੀਨਦਾਰ ਆ ਕੇ ਦੱਸਦਾ ਹੈ ਮੇਰਾ ਪਰਟੀਕੂਲਰ ਨੰਬਰ ਹੈਗਾ, ਮੈਂ ਇਹ ਸੇਲ ਕਰਨਾ ਹੈ, ਟ੍ਰਾਂਸਫਰ ਕਰਨਾ ਹੈ, ਮੌਰਗੇਜ ਕਰਨਾ ਹੈ, ਗਹਿਣੇ ਕਰਨਾ ਹੈ, ਜਾਂ ਮੇਰੀ ਆਹ ਖੇਵਟ ਹੈ, ਇਹਦੇ 4 ਨੰਬਰ ਹੈਗੇ, ਸਾਡੇ ਸਾਂਝੀ ਖੇਵਟ ਹੈਗੀ ਹੈ, ਤੇ 20 ਕਿੱਲੇ 30 ਕਿੱਲੇ 40 ਕਿੱਲੇ ਦੀ ਜਿਹੜੀ ਜ਼ਮੀਨ ਹੈਗੀ ਹੈ, ਠੀਕ ਹੈ, ਇਹਨੂੰ ਅਸੀਂ ਪਾਰਟੀਸ਼ਨ ਕਰਨੀ ਹੈਗੀ ਹੈ। ਇਸ ਕਰਕੇ ਜਿਹੜਾ ਪਟਵਾਰੀ ਹਲਕਾ ਵੱਲੋਂ ਇਹ ਸੱਜਰ ਦੀ ਸਹਾਇਤਾ ਦੇ ਨਾਲ ਜਿਹੜੀ ਪਿੰਡ ਦੀ ਜਿਹੜੀ ਜ਼ਮੀਨ ਹੁੰਦੀ ਹੈ, ਕਿਸੇ ਮਾਲਕ ਦੀ ਜਿਹੜੀ ਜ਼ਮੀਨ ਹੈਗੀ ਹੈ, ਠੀਕ ਹੈ, ਉਹ ਤਾਂ ਜਿਹੜਾ ਕੋਈ ਵੀ ਉਹ ਕੰਮ ਕਰਨਾ ਚਾਹੁੰਦਾ ਹੈ, ਉਹਦੀ ਸਹਾਇਤਾ ਦੇ ਨਾਲ ਜਿਹੜਾ ਕੰਮ ਕੀਤਾ ਜਾਂਦਾ, ਕੋਈ ਪਾਰਟੀਸ਼ਨ ਕੀਤੀ ਜਾਂਦੀ ਹੈ, ਕੋਈ ਸੇਲ ਕੀਤੀ ਜਾਂਦੀ ਹੈ, ਕੋਈ ਮੌਰਗੇਜ ਕੀਤੀ ਜਾਂਦੀ ਹੈ। ਜਾਂ ਫਿਰ ਸਿਜਰੇ ਦੀ ਵਰਤੋਂ ਉਦੋਂ ਹੁੰਦੀ ਹੈ ਜਦੋਂ ਕਿਸੇ ਪਿੰਡ ਦੇ ਵਿੱਚ ਕਿਸੇ ਜ਼ਿਮੀਂਦਾਰ ਨੇ ਕਿਸੇ ਖੇਤ ਦੀਆਂ ਜਿਹੜੀਆਂ ਪਮਾਇਸ਼ਾਂ ਹੁੰਦੀਆਂ ਨੇ, ਸਾਈਡਾਂ ਹੁੰਦੀਆਂ ਨੇ, ਉਹ ਮਿਟ ਜਾਂਦੀਆਂ ਨੇ ਰੇਜ਼ਾਂ ਦੇ ਨਾਲ, ਫਲੱਡਾਂ ਦੇ ਨਾਲ, ਠੀਕ ਹੈ, ਜਿਹੜੀਆਂ ਸਾਈਡਾਂ ਦੀਆਂ ਜਿਹੜੀਆਂ ਵੱਟਾਂ ਹੁੰਦੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ, ਫਿਰ ਵੱਟੇ ਨੂੰ ਨਵੀਆਂ ਕਾਇਮ ਕਰਨ ਦੀ ਖਾਤਰ ਜਿਹੜਾ ਸਿਜਰਾ ਹੈਗਾ, ਲੱਠਾ ਹੈਗਾ, ਇਹਦੀ ਸਹਾਇਤਾ ਦੇ ਨਾਲ ਦੁਬਾਰਾ ਜਿਹੜੀ ਨਿਸ਼ਾਨਦੇਹੀ ਕਰਕੇ ਇਹ ਜਿਹੜੀਆਂ ਹੱਦਾਂ ਕਿਸੇ ਖੇਤ ਦੀਆਂ ਕਾਇਮ ਕੀਤੀਆਂ ਜਾ ਸਕਦੀਆਂ ਹੁੰਦੀਆਂ ਨੇ। ਸਿਜਰਾ ਬਣਾਉਣ ਦੇ ਫਾਇਦੇ ਕੀ ਹੁੰਦੇ ਨੇ? ਦੋ ਮੁੱਖ ਫਾਇਦੇ ਹੁੰਦੇ ਜੀ। ਕਿਸੇ ਜ਼ਮੀਨ ਦਾ ਹਾਲ ਬਿਨਾਂ ਦੇਖੇ ਅਸੀਂ ਦੇਖ ਸਕਦੇ ਹਾਂ। ਕਿਸੇ ਜ਼ਮੀਨ ਦਾ ਮੌਕਾ ਦੇਖੇ ਬਗੈਰ ਹੀ ਅਸੀਂ ਲੱਠਾ ਦੇਖ ਕੇ ਉਸ ਜ਼ਮੀਨ ਦੀ ਜਿਹੜੀ ਫਿਜ਼ੀਕਲ ਪੋਜੀਸ਼ਨ ਕੀ ਹੈਗੀ ਹੈ, ਠੀਕ ਹੈ, ਕਿ ਇਹ ਜਿਹੜਾ ਖੇਤ ਹੈ ਕਿਸੇ ਸੜਕ ਦੇ ਉੱਪਰ ਲੱਗਦਾ ਹੈ, ਰਸਤਾ ਲੱਗਦਾ ਹੈ, ਨਹੀਂ ਲੱਗਦਾ, ਠੀਕ ਹੈ, ਇਹਦਾ ਸਾਈਜ਼ ਕਿੱਦਾਂ ਦਾ ਹੈਗਾ, ਲੱਠਾ ਦੇਖ ਕੇ ਅਸੀਂ ਕਿਸੇ ਜਗ੍ਹਾ ਦਾ ਮੌਕਾ ਜਿਹੜਾ ਹੈਗਾ, ਮੌਕਾ ਦੇਖੇ ਬਗੈਰ ਹੀ ਅਸੀਂ ਲੱਠਾ ਦੇਖ ਕੇ ਉਸ ਦੇ ਜਿਹੜੇ ਹਾਲਾਤ ਹੈਗੇ ਉਸ ਲੈਣ ਦੇ ਅਸੀਂ ਹਾਸਲ ਕਰ ਸਕਦੇ ਹਾਂ। ਜਾਂ ਫਿਰ ਕਿਸੇ ਜ਼ਮੀਨ ਦੀਆਂ ਹੱਦਾਂ ਕਿਸੇ ਕਾਰਨ ਮਿਟ ਗਈਆਂ ਹੋਣ ਤਾਂ ਦੁਬਾਰਾ ਫਿਰ ਕਾਇਮ ਕਰਨੀਆਂ ਹੋਣ ਤਾਂ ਉਹ ਲੱਠੇ ਦੀ ਸਿਜਰੇ ਦੀ ਸਹਾਇਤਾ ਦੇ ਨਾਲ ਹੀ। ਸਿਜਰਾ ਲੱਠਾ ਇੱਕੋ ਚੀਜ਼ ਹੈ ਜੀ। ਸਿਜਰੇ ਕਿਹੜੀ ਤਰ੍ਹਾਂ ਦੇ ਹੁੰਦੇ ਆ? ਆਮ ਤੌਰ ਤੇ ਜਿਹੜਾ ਸਿਜਰਾ ਹੁੰਦਾ, ਦੇਖੋ 4-5 ਤਰ੍ਹਾਂ ਦੇ ਸਿਜਰੇ ਹੁੰਦੇ ਆ। ਸਿਜਰਾ ਮੋਮੀ ਹੁੰਦਾ ਇੱਕ ਤਾਂ। ਸਿਜਰਾ ਮੋਮੀ ਕਦੋਂ ਵਰਤਿਆ ਜਾਂਦਾ ਹੈ? ਇਹ ਜਿਹੜਾ ਪੇਪਰ ਹੁੰਦਾ ਹੈ ਥੋੜਾ ਮੋਟਾ ਹੁੰਦਾ ਹੈ, ਠੀਕ ਹੈ, ਜਦੋਂ ਸੈਟਲਮੈਂਟ ਹੁੰਦੀ ਹੈ, ਸੈਟਲਮੈਂਟ ਵੇਲੇ ਮਸਾਬੀਆਂ ਤੋਂ ਇਹ ਜਿਹੜੇ ਸਿਜਰੇ ਮੋਮੀ ਤਿਆਰ ਕੀਤੇ ਜਾਂਦੇ ਆ ਤਾਂ ਕਿ ਇਹਨੂੰ ਜਿਹੜਾ ਖੇਤਾਂ ਦੇ ਵਿੱਚ ਪਟਵਾਰੀ ਹਲਕਾ ਤੇ ਲੱਠੇ ਨੂੰ ਵੀ ਲੈ ਕੇ ਜਾ ਸਕੇ, ਇਹਨੂੰ ਵੀ ਲੈ ਕੇ ਜਾ ਸਕੇ ਨਾਲ ਆਪਣੇ। ਦੂਜਾ ਸਿਜਰਾ ਲੱਠਾ ਹੁੰਦਾ ਹੈਗਾ, ਮਸਾਬੀ ਹੁੰਦੀ ਜਿਹਨੂੰ ਕਹਿੰਦੇ ਆਪਾਂ, ਮਸਾਬੀ ਤੋਂ ਬਣਾਇਆ ਜਾਂਦਾ ਹੈ। ਫਿਰ ਇੱਕ ਪਤੰਗੀ ਅਬਰਕ ਦਾ ਬੰਦਾ ਹੈ, ਵਾਈਟ ਹੁੰਦਾ ਹੈ, ਜਿਹਨੂੰ ਕਿਸੇ ਪੇਪਰ ਦੇ ਉੱਪਰ ਰੱਖ ਕੇ ਟ੍ਰੇਸਿੰਗ ਕਰਕੇ ਬਣਾਇਆ ਜਾਂਦਾ ਹੈ, ਉਹਨੂੰ ਪਤੰਗੀ ਅਬਰਕ ਦਾ ਲੱਠਾ ਕਹਿ ਦਿੰਦੇ ਆ, ਸਿਜਰਾ ਕਹਿ ਦਿੰਦੇ ਆ। ਇਹ ਵੀ ਆਮ ਤੌਰ ਤੇ ਮੁਰੱਬਾਬੰਦੀ ਵੇਲੇ ਤਿਆਰ ਕੀਤਾ ਜਾਂਦਾ, ਉਸ ਵੇਲੇ ਜ਼ਰੂਰਤ ਵੇਲੇ ਮਤਲਬ ਕਿ ਕੰਮ ਆਉਂਦਾ ਹੈਗਾ। ਮਸਾਬੀ ਕਿਹੜੀ ਹੁੰਦੀ ਹੈ? ਮਸਾਬੀ ਉਹ ਹੁੰਦੀ ਹੈ, ਮਸਾਬੀ ਉਹ ਸਿਜਰਾ ਹੈਗਾ ਜੋ ਬੰਦੋਬਸਤ ਵੇਲੇ ਪਮਾਇਸ਼ ਕਰਕੇ ਮੌਕੇ ਤੇ ਤਿਆਰ ਕੀਤਾ ਜਾਂਦਾ ਹੈ ਅਤੇ ਇਹ ਸਦਰ ਦਫ਼ਤਰ ਦੇ ਵਿੱਚ ਜ਼ਿਲ੍ਹਾ ਵਿੱਚ ਰਿਕਾਰਡ ਵਜੋਂ ਰੱਖਿਆ ਜਾਂਦਾ ਹੈ।
ਸੱਜਰਾ ਮੋਮੀ ਜਿਹੜਾ ਹੁੰਦਾ ਬੰਦੋਬਸਤ ਦਾ ਕੰਮ ਕਰਨ ਵੇਲੇ ਸਹਾਇਤਾ ਦਿੰਦਾ ਹੈ ਅਤੇ ਮਿਸਲਕੀਅਤ ਬੰਦੋਬਸਤੀ ਦਾ ਇੱਕ ਅੰਗ ਹੁੰਦਾ ਹੈ। ਮਿਸਲਕੀਅਤ ਬੰਦੋਬਸਤੀ ਦਾ ਜਿਹੜਾ ਸੱਜਰਾ ਮੋਮੀ ਹੁੰਦਾ ਹੈ ਉਹ ਇੱਕ ਪਾਰਟ ਬਣ ਜਾਂਦਾ। ਤੁਸੀਂ ਦੇਖੋਗੇ ਜਦੋਂ ਮਰਬੰਦ ਦਾ ਰਿਕਾਰਡ ਤੁਸੀਂ ਕਿਸੇ ਵੇਲੇ ਦੇਖਦੇ ਹੋ, ਠੀਕ ਹੈ, ਤਾਂ ਉੱਥੇ ਜਿਹੜੀ ਹੈਗੀ ਹੈ ਉਸ ਵੇਲੇ ਮਿਸਲਕੀਅਤ ਦੇ ਵਿੱਚ ਜਿਹੜੀ ਇੱਕ ਸੱਜਰਾ ਮੋਮੀ ਜਿਹੜਾ ਹੁੰਦਾ ਹੈਗਾ ਉਹ ਵੀ ਵਿੱਚ ਪਿਆ ਹੁੰਦਾ, ਆਮ ਤੌਰ ਤੇ ਤੁਸੀਂ ਦੇਖਿਆ ਹੋਵੇਗਾ। ਮਸਾਵੀਆਂ ਤੋਂ ਟਰੇਸ ਕਰਕੇ ਇਹ ਤਿਆਰ ਕੀਤਾ ਜਾਂਦਾ ਹੁੰਦਾ ਹੈ। ਜਿਹੜਾ ਸੱਜਰਾ ਪਾਰਚਾ ਵੀ ਕਹਿੰਦੇ ਆ, ਸੱਜਰਾ ਲੱਠਾ ਵੀ ਕਹਿੰਦੇ ਆ, ਠੀਕ ਹੈ। ਇਹ ਤਿਆਰ ਕਿਵੇਂ ਹੁੰਦਾ ਹੈ? ਪਟਵਾਰੀ ਹਲਕਾ ਕੋਲ ਜਿਹੜੀ ਇੱਕ ਟੇਬਲ ਬਣਿਆ ਹੋਇਆ ਹੁੰਦਾ, ਟੇਬਲ ਦੀ ਕੁਝ ਸਪੇਸ ਦਿੱਤੀ ਹੋਈ ਹੁੰਦੀ ਹੈ, ਉਹਦੇ ਉੱਪਰ ਸ਼ੀਸ਼ਾ ਲੱਗਿਆ ਹੁੰਦਾ ਹੈ, ਠੀਕ ਹੈ। ਉਹ ਸ਼ੀਸ਼ੇ ਉੱਪਰ ਰੱਖ ਕੇ ਮਸਾਵੀ ਰੱਖ ਕੇ ਨੀਚੇ ਲਾਈਟ ਲਗਾ ਕੇ ਤੇ ਇਹ ਜਿਹੜਾ ਹੈਗਾ ਮਸਾਵੀਆਂ ਦੀ ਸਹਾਇਤਾ ਦੇ ਨਾਲ ਜਿਹੜਾ ਹੈਗਾ ਲੱਠਾ ਹੁੰਦਾ ਹੈ, ਇਹ ਪਟਵਾਰੀ ਹਲਕਾ ਵੱਲੋਂ ਤਿਆਰ ਕੀਤਾ ਜਾਂਦਾ ਹੈ ਕੱਪੜੇ ਦੇ ਉੱਪਰ। ਹੁਣ ਆ ਗਿਆ ਜੀ ਕੁਐਸਚਨ ਮੌਕਾ ਲਾਈਨ। ਮੌਕਾ ਲਾਈਨ ਕੀ, ਮੌਕਾ ਕੀ ਹੁੰਦਾ, ਲਾਈਨ ਕੀ ਹੁੰਦੀ ਹੈ? ਮੌਕਾ ਜਦੋਂ ਜ਼ਮੀਨ ਦੇ ਉੱਪਰ ਕਿਤੇ ਵੀ ਕਿਸੇ ਪੁਆਇੰਟ ਦੇ ਉੱਪਰ ਤੁਸੀਂ ਝੰਡੀ ਕੱਢ ਦਿੰਦੇ ਹੋ, ਦੈਟ ਇਜ਼ ਕਾਲਡ ਮੌਕਾ, ਉਹਨੂੰ ਮੌਕਾ ਕਿਹਾ ਜਾਂਦਾ ਹੈ, ਠੀਕ ਹੈ। ਲਾਈਨ ਕਿਹੜੀ ਹੁੰਦੀ ਹੈ? ਜਦੋਂ ਦੋ ਮੌਕਿਆਂ ਨੂੰ ਆਪਸ ਵਿੱਚ ਮਿਲਾ ਦਈਏ, ਜਿੱਥੇ ਦੋ ਮੌਕਿਆਂ ਨੂੰ ਅਸੀਂ ਮਿਲਾ ਦਈਏ ਉਹ ਜਿਹੜਾ ਡਿਫਰੈਂਸ ਬਣ ਜਾਂਦਾ ਉਹ ਲਾਈਨ ਬਣ ਜਾਂਦੀ ਹੈ, ਇੱਕ ਉਸਨੂੰ ਅਸੀਂ ਲਾਈਨ ਕਿਹਾ ਜਾਂਦਾ ਹੈ। ਖੇਤ ਕੀ ਹੁੰਦਾ ਹੈ? ਜਦੋਂ ਤਿੰਨ ਜਾਂ ਤਿੰਨ ਤੋਂ ਵੱਧ ਲਾਈਨਾਂ ਨਾਲ ਕੋਈ ਜਿਹੜੀ ਦੋ ਜਾਂ ਦੋ ਤੋਂ ਵੱਧ ਲਾਈਨਾਂ ਦੇ ਨਾਲ ਜਦੋਂ ਕੋਈ ਜਗ੍ਹਾ ਘਿਰੀ ਹੀ ਹੁੰਦੀ ਹੈ, ਠੀਕ ਹੈ, ਉਸ ਨੂੰ ਅਸੀਂ ਖੇਤ ਕਹਿ ਦਿੰਦੇ ਹਾਂ। ਹਰ ਖੇਤ ਦਾ ਕੋਈ ਖੇਤਰਫਲ ਵੀ ਹੁੰਦਾ। ਬਿੰਦੂ ਅਤੇ ਖੱਤ। ਬਿੰਦੂ ਤੇ ਖੱਤ ਕੀ ਹੁੰਦੇ ਨੇ? ਕਾਗਜ਼ ਤੇ ਅਜਿਹਾ ਨਿਸ਼ਾਨ ਜਿਸ ਦੀ ਨਾ ਚੌੜਾਈ ਹੋਵੇ ਤੇ ਨਾ ਹੀ ਲੰਬਾਈ ਹੋਵੇ ਉਸਨੂੰ ਕੀ ਕਹਿੰਦੇ ਆ? ਬਿੰਦੂ ਕਹਿੰਦੇ ਨੇ, ਨੁਕਤਾ ਵੀ ਕਹਿੰਦੇ ਨੇ ਇਸਨੂੰ, ਨੁਕਤਾ ਵੀ ਕਹਿੰਦੇ ਨੇ, ਬਿੰਦੂ ਵੀ ਕਹਿੰਦੇ ਨੇ। ਪੇਪਰ ਦੇ ਉੱਪਰ, ਠੀਕ ਹੈ, ਜਿਹੜਾ ਮੌਕੇ ਦੇ ਉੱਪਰ ਪੁਆਇੰਟ ਲਗਾਇਆ ਹੁੰਦਾ ਉਸ ਨੂੰ ਅਸੀਂ ਮੌਕਾ ਕਹਿੰਦੇ ਆ। ਕਾਗਜ਼ ਤੇ ਅਜਿਹਾ ਨਿਸ਼ਾਨ ਜਿਸ ਦੀ ਨਾ ਚੌੜਾਈ ਹੋਵੇ ਤੇ ਨਾ ਹੀ ਕੋਈ ਲੰਬਾਈ ਹੋਵੇ ਉਸਨੂੰ ਨੁਕਤਾ ਕਿਹਾ ਜਾਂਦਾ ਹੈ। ਜੋ ਦੋ ਨੁਕਤਿਆਂ ਦੇ ਵਿਚਕਾਰ ਜੋ ਲੰਬਾਈ ਹੁੰਦੀ ਹੈ ਉਸਨੂੰ ਅਸੀਂ ਲਾਈਨ ਕਹਿ ਦਿੰਦੇ ਹਾਂ, ਲਕੀਰ ਕਹਿ ਦਿੰਦੇ ਹਾਂ। ਪੇਪਰ ਦੇ ਉੱਪਰ ਲਕੀਰ ਕਹਿ ਦਿੰਦੇ ਹਾਂ। ਮੌਕੇ ਤੇ ਨੁਕਤੇ ਵਿੱਚ ਅਤੇ ਲਾਈਨ ਅਤੇ ਖੱਤ ਵਿੱਚ ਕੀ ਫਰਕ ਹੈ? ਦੇਖੋ, ਮੌਕਾ ਹੁੰਦਾ ਜ਼ਮੀਨ ਦੇ ਉੱਪਰ, ਨੁਕਤਾ ਹੁੰਦਾ ਪੇਪਰ ਦੇ ਉੱਪਰ। ਲਾਈਨ ਹੁੰਦੀ ਹੈ ਜ਼ਮੀਨ ਦੇ ਉੱਪਰ, ਖੱਤ ਹੁੰਦਾ ਪੇਪਰ ਦੇ ਉੱਪਰ। ਕਲੀਅਰ ਹੈ ਜੀ? ਮੌਕਾ ਜ਼ਮੀਨ ਦੇ ਉੱਪਰ, ਨੁਕਤਾ ਪੇਪਰ ਦੇ ਉੱਪਰ। ਇਸੇ ਤਰ੍ਹਾਂ ਲਾਈਨ ਜਿਹੜੀ ਹੁੰਦੀ ਹੈ ਉਹ ਜ਼ਮੀਨ ਦੇ ਉੱਪਰ ਹੁੰਦੀ ਹੈ ਤੇ ਜਿਹੜਾ ਖੱਤ ਹੁੰਦਾ ਜਿਹਨੂੰ ਲਕੀਰ ਵੀ ਕਹਿ ਦਿੰਦੇ ਅਸੀਂ ਕਈ ਵਾਰੀ, ਠੀਕ ਹੈ, ਉਹ ਪੇਪਰ ਉੱਪਰ ਖਿੱਚੀ ਜਾਂਦੀ ਹੈ ਪੈਮਾਨੇ ਦੇ ਨਾਲ। ਖੱਤ ਕਿੰਨੇ ਤਰ੍ਹਾਂ ਦੇ ਹੋ ਸਕਦੇ ਨੇ? ਮਤਲਬ ਲਕੀਰਾਂ ਕਿੰਨੇ ਤਰ੍ਹਾਂ ਦੀਆਂ ਹੋ ਸਕਦੀਆਂ? ਕਿਤੇ ਲਕੀਰਾਂ ਸਿੱਧੀਆਂ ਵੀ ਹੋ ਸਕਦੀਆਂ, ਟੇਢੀਆਂ ਮੇਢੀਆਂ ਵੀ ਹੋ ਸਕਦੀਆਂ। ਸਿੱਧੇ ਖੱਤ ਤੇ ਟੇਢੇ ਮੇਢੇ ਖੱਤ 'ਚ ਕੀ ਅੰਤਰ ਹੁੰਦਾ? ਸਿੱਧਾ ਖੱਤ ਡਾਇਰੈਕਟ ਜਾਂਦਾ ਹੈਗਾ, ਚਾਹੇ ਨਾਰਥ ਟੂ ਸਾਊਥ ਜਾਵੇ, ਜਿਹੜੀ ਵਾਰੀ ਦਿਸ਼ਾ ਵੱਲ ਜਾਵੇ। ਜਿਹੜੀ ਵਿੰਗੀ ਟੇਢੀ ਲਾਈਨ ਹੁੰਦੀ ਹੈ, ਲਕੀਰ ਹੁੰਦੀ ਹੈ, ਉਹ ਟੇਢੀ ਵਿੰਗੀ ਹੋ ਸਕਦੀ ਹੈ, ਇੱਕ ਪੁਆਇੰਟ ਤੋਂ ਲੈ ਕੇ ਇੱਕ ਨੁਕਤੇ ਤੋਂ ਲੈ ਕੇ ਦੂਜੇ ਨੁਕਤੇ ਤੱਕ, ਠੀਕ ਹੈ, ਉਹ ਟੇਢੀ ਵਿੰਗੀ ਹੋ ਸਕਦੀ ਹੈ। ਸਿੱਧੀ ਲਾਈਨ ਦੀ ਜਾਂਚ ਕਿੱਦਾਂ ਕੀਤੀ ਜਾਂਦੀ ਹੈ? ਇੱਕ ਮੌਕੇ ਤੇ ਅੱਖ ਲਗਾ ਕੇ ਦੂਜੇ ਮੌਕੇ ਵੱਲ ਦੇਖੋ, ਜੇਕਰ ਸਾਰੀ ਲਾਈਨ ਦੀ ਆੜ ਦੇ ਵਿੱਚ ਲੁਕ ਜਾਵੇ ਤਾਂ ਉਹ ਲਾਈਨ ਸਿੱਧੀ ਹੋਏਗੀ, ਮਤਲਬ ਟੇਢੀ ਹੋਏਗੀ। ਪਟਵਾਰੀ ਹਲਕਾ ਵੱਲੋਂ ਆਮ ਤੌਰ ਤੇ ਪਿੰਡਾਂ ਦੇ ਵਿੱਚ ਮੌਕੇ ਤੇ ਜਦੋਂ ਨਿਸ਼ਾਨਦੇਹੀ ਕਰਦੇ ਨੇ, ਇਸੇ ਤਰੀਕੇ ਹੀ ਜਿਹੜੀਆਂ ਲਾਈਨਾਂ ਸਿੱਧੀਆਂ ਨੇ ਜਾਂ ਨਹੀਂ ਹੈਗੀਆਂ ਉਹ ਦੇਖੀਆਂ ਜਾਂਦੀਆਂ ਨੇ। ਖੱਤ ਦੀ ਸਿਰਫ ਲੰਬਾਈ ਹੀ ਹੁੰਦੀ ਹੈ ਅਤੇ ਨੁਕਤੇ ਦਾ ਕੋਈ ਆਕਾਰ ਨਹੀਂ ਹੁੰਦਾ। ਇਸ ਤੋਂ ਕੀ ਮਤਲਬ ਹੈ? ਖੱਤ ਦੀ ਸਿਰਫ ਲੰਬਾਈ ਹੀ ਹੁੰਦੀ ਹੈ ਅਤੇ ਨੁਕਤੇ ਦਾ ਕੋਈ ਆਕਾਰ ਨਹੀਂ ਹੁੰਦਾ। ਇਸ ਤੋਂ ਕੀ ਮਤਲਬ? ਜੇ ਕੁਐਸਚਨ ਇਦਾਂ ਦਾ ਕੀ ਜਵਾਬ ਦਿਓਗੇ? ਭਾਵੇਂ ਖੱਤ ਵਿੱਚ ਕੁਝ ਚੌੜਾਈ ਹੁੰਦੀ ਹੈ ਅਤੇ ਨੁਕਤਾ ਵੀ ਕੁਝ ਆਕਾਰ ਰੱਖਦਾ ਹੈ, ਪਰ ਕਿਉਂਕਿ ਖੱਤ ਕਿਸੇ ਚੀਜ਼ ਦੇ ਕਿਨਾਰੇ ਨੂੰ ਹੀ ਜ਼ਾਹਰ ਕਰਨ ਦੇ ਲਈ ਲਗਾਇਆ ਜਾਂਦਾ ਹੈ, ਇਸ ਲਈ ਆਖਦੇ ਹਨ ਕਿ ਖੱਤ ਦੀ ਸਿਰਫ ਲੰਬਾਈ ਹੀ ਹੁੰਦੀ ਹੈ, ਚੌੜਾਈ ਨਹੀਂ ਹੁੰਦੀ। ਨੁਕਤਾ ਸਿਰਫ ਕਿਸੇ ਮੌਕੇ ਨੂੰ ਜਿਹਾ ਕਿ
ਲਾਈਨ ਦਾ ਸਿਰਾ ਹੀ ਹੁੰਦਾ ਹੈ ਅਤੇ ਜ਼ਾਹਰ ਕਰਨ ਦੇ ਲਈ ਹੀ ਲਗਾਉਂਦੇ ਹਨ। ਕੋਈ ਲੰਬਾਈ, ਚੌੜਾਈ ਜਾਂ ਮੋਟਾਈ ਯਾਨੀ ਆਕਾਰ ਨਹੀਂ ਹੁੰਦਾ। ਮਰਬੱਬਾਬੰਦੀ ਕਿਸ ਤਰ੍ਹਾਂ ਤਿਆਰ ਕੀਤੀ ਜਾਂਦੀ ਹੈ? ਦੇਖੋ, ਹੁਣ ਤੁਸੀਂ ਕਈ ਵਾਰੀ ਸੋਚੋਗੇ ਮਰਬੱਬਾਬੰਦੀ ਜਾਂ ਮਸਤੀਲਬੰਦੀ, ਮਰਬੱਬਾਬੰਦੀ। ਆਮ ਤੌਰ ਤੇ ਜਿਹੜਾ ਵਰਡ ਯੂਜ਼ ਹੁੰਦਾ ਹੈ ਮਰਬੱਬਾਬੰਦੀ ਯੂਜ਼ ਹੁੰਦਾ ਹੈ। ਮਰਬੱਬਾਬੰਦੀ ਦਾ ਮਤਲਬ ਕੀ ਹੁੰਦਾ ਹੈ? ਮਰਬੱਬਾਬੰਦੀ ਉਹ ਹੁੰਦਾ ਜਦੋਂ ਕੋਈ ਚੱਕਬੰਦੀ ਕੀਤੀ ਜਾਂਦੀ ਹੈ ਜਿੱਥੇ ਜਿਹੜੇ 50 ਬਾਈ 50 ਦੇ ਕਿੱਲੇ ਬਣਾਏ ਜਾਂਦੇ ਨੇ, ਯਾਨੀ ਕਿ ਜਿਹੜਾ ਮਰਬਾ ਹੁੰਦਾ ਹੈ ਉਹ ਸਕੇਅਰ ਹੁੰਦਾ ਹੈ, 200 ਕਰਮ ਚੌੜਾ 200 ਕਰਮ ਲੰਬਾ, ਠੀਕ ਹੈ, ਉਹ ਇੱਕ ਸਕੇਅਰ ਹੁੰਦਾ ਹੈ, ਉਸ ਨੂੰ ਅਸੀਂ ਇੱਕ ਮਰਬਾ ਕਹਿ ਦਿੰਦੇ ਹਾਂ। ਦੂਜੇ ਪਾਸੇ ਜਿੱਥੇ ਮਸਤੀਲਬੰਦੀ ਹੁੰਦੀ ਹੈ ਉੱਥੇ ਹੁੰਦਾ ਹੈ ਜਿਹੜਾ ਮਰਬਾ, ਜਿਹਨੂੰ ਅਸੀਂ ਮਰਬਾ ਕਹਿ ਦਿੰਦੇ ਹਾਂ ਪਰ ਇਸ ਨੂੰ ਅਸੀਂ ਮਸਤੀਲ ਕਹਿਣਾ ਚਾਹੀਦਾ ਹੈ, ਪਰ ਫਿਰ ਵੀ ਆਮ ਬੋਲਚਾਲ ਦੀ ਜਿਹੜੀ ਭਾਸ਼ਾ ਹੈਗੀ ਆ ਉਹ ਜੋ ਅਸੀਂ ਫਿਰ ਵੀ ਮਰਬਾ ਕਹਿੰਦੇ ਹਾਂ। ਉੱਥੇ ਹੁੰਦੀ ਆ ਮਸਤੀਲ, ਜਿੱਥੇ 200 ਕਰਮ ਬਾਈ 180 ਕਰਮ ਦਾ ਹੁੰਦਾ ਹੈ। 36 5 180 5 ਕਿੱਲੇ ਹੁੰਦੇ ਆ, 40 5 200 200 ਬਾਈ 180 ਕਰਮ ਦਾ ਜਿਹੜਾ ਹੁੰਦਾ ਹੈ ਉਸ ਨੂੰ ਅਸੀਂ ਇੱਕ ਮਸਤੀਲ ਕਹਿੰਦੇ ਹਾਂ। 25 ਕਿੱਲੇ ਉਹਦੇ ਵਿੱਚ ਵੀ ਹੁੰਦੇ ਆ, 25 ਕਿੱਲੇ ਮਰਬੇ ਵਿੱਚ ਵੀ ਹੁੰਦੇ ਆ। ਜਿੱਥੇ ਜਿਹੜਾ ਮਰਬਾ ਹੁੰਦਾ ਸਕੇਅਰ ਦੇ ਵਿੱਚ ਹੁੰਦਾ ਹੈ, 200 ਬਾਈ 200 ਕਰਮ ਦਾ ਮਰਬਾ ਹੁੰਦਾ ਹੈ, ਉੱਥੇ ਉਸ ਨੂੰ ਜਿਹੜੇ ਨੰਬਰ ਖਤਰਾ ਪੈਂਦੇ ਆ ਉਸ ਨੂੰ ਅਸੀਂ ਮਰਬੱਬਾਬੰਦੀ ਕਹਿ ਸਕਦੇ ਹਾਂ। ਜਿੱਥੇ ਜਿਹੜਾ 200 ਬਾਈ 180 ਕਰਮ ਦਾ ਜਿਹੜਾ ਮਰਬਾ ਬਣਦਾ ਹੈ, ਮਸਤੀਲ ਬਣਦੀ ਹੈ, ਉਹਨੂੰ ਅਸੀਂ ਮਸਤੀਲਬੰਦੀ ਕਹਿ ਸਕਦੇ ਹਾਂ। ਯਾਨੀ ਕਿ ਇਹ ਰੈਕਟੈਂਗਲ ਹੁੰਦੀ ਹੈ ਜਿਹੜੀ ਮਸਤੀਲਬੰਦੀ ਹੁੰਦੀ ਹੈ। ਦਿਸ ਇਜ਼ ਅ ਰੈਕਟੈਂਗਲ, ਇੱਕ ਰੈਕਟੈਂਗਲ ਦੇ ਵਿੱਚ ਅੱਗੇ 25 ਕਿੱਲੇ ਬਣਾਏ ਜਾਂਦੇ ਆ, ਠੀਕ ਹੈ। ਮਰਬੱਬਾਬੰਦੀ ਦੇ ਵਿੱਚ ਉਹ ਸਕੇਅਰ ਹੁੰਦਾ ਹੈ, ਸਕੇਅਰ ਦੇ ਵਿੱਚ 200 ਬਾਈ 200 ਕਰਮ ਦਾ ਸਕੇਅਰ ਹੁੰਦਾ ਹੈ, ਉਹਦੇ ਵਿੱਚ 25 ਕਿੱਲੇ ਬਣਾਏ ਜਾਂਦੇ ਆ, ਇਸ ਕਰਕੇ ਉਹਨੂੰ ਮਰਬੱਬਾਬੰਦੀ ਕਹਿੰਦੇ ਆ ਤੇ ਇਸ ਨੂੰ ਅਸੀਂ ਮਸਤੀਲਬੰਦੀ ਕਹਿ ਸਕਦੇ ਹਾਂ। ਪਰ ਬੋਲਚਾਲ ਦੀ ਭਾਸ਼ਾ 'ਚ ਅਸੀਂ ਸਾਰਿਆਂ ਨੂੰ ਹੀ ਮਰਬੇ ਕਹਿ ਦਿੰਦੇ ਹੁੰਦੇ ਆ, ਚਾਹੇ ਉਹ ਮਸਤੀਲਾਂ ਹੋਣ ਚਾਹੇ ਉਹ ਮਰਬੇ ਹੋਣ। ਮਰਬੱਬਾਬੰਦੀ ਜਦੋਂ ਕਰਦੇ ਆ ਤਾਂ ਇਹ ਕਿਵੇਂ ਸ਼ੁਰੂ ਕੀਤੀ ਜਾਂਦੀ ਹੈ? ਮਰਬੱਬਾਬੰਦੀ ਦਾ ਜਿਹੜਾ ਆਧਾਰ ਹੁੰਦਾ ਹੈ ਇਹ ਬੁਨਿਆਦੀ ਲਾਈਨ ਹੁੰਦੀ ਹੈ, ਜਿਹਨੂੰ ਬੇਸ ਲਾਈਨ ਕਹਿੰਦੇ ਆ। ਇੱਕ ਬੇਸ ਲਾਈਨ ਕਾਇਮ ਕਰਕੇ ਹੀ ਜਿਹੜੀ ਮਰਬੱਬਾਬੰਦੀ ਹੈ ਸਟਾਰਟ ਕੀਤੀ ਜਾਂਦੀ ਹੈ। ਜਦੋਂ ਤੱਕ ਇਹ ਠੀਕ ਨਹੀਂ ਬਣਦੀ ਤਾਂ ਜਿਹੜੀ ਸਾਡੀ ਮਰਬੱਬਾਬੰਦੀ ਹੈਗੀ ਹੈ ਉਹ ਠੀਕ ਨਹੀਂ ਹੋ ਸਕਦੀ ਹੁੰਦੀ। ਜਿਹੜੀ ਬੇਸ ਲਾਈਨ ਹੁੰਦੀ ਹੈ ਜਾਂ ਬੁਨਿਆਦੀ ਲਾਈਨ ਨੂੰ ਹੀ ਬੇਸ ਲਾਈਨ ਕਿਹਾ ਜਾਂਦਾ। ਜੇ ਤੁਹਾਡੇ ਪੇਪਰ ਦੇ ਵਿੱਚ ਕਿਤੇ ਆ ਜਾਂਦਾ ਹੈਗਾ ਵੀ ਬੁਨਿਆਦੀ ਲਾਈਨ ਕੀ ਹੁੰਦੀ ਹੈ ਜਾਂ ਬੇਸ ਲਾਈਨ ਕੀ ਹੁੰਦੀ ਹੈ, ਠੀਕ ਹੈ, ਤਾਂ ਇਹ ਬੁਨਿਆਦੀ ਲਾਈਨ ਕੀ ਹੁੰਦੀ ਹੈ? ਨਾਰਥ ਤੋਂ ਸਾਊਥ ਵੱਲ ਕਿਸੇ ਪਿੰਡ ਦੀ ਜਦੋਂ ਅਸੀਂ ਮਰਬੱਬਾਬੰਦੀ ਸਟਾਰਟ ਕਰਦੇ ਹਾਂ, ਕਿਸੇ ਪਿੰਡ ਦੀ ਮਰਬੱਬਾਬੰਦੀ ਸਟਾਰਟ ਕਰਨ ਵੇਲੇ ਇੱਕ ਬੇਸ ਲਾਈਨ ਬਣਾਈ ਜਾਂਦੀ ਹੈ। ਉਸ ਪਿੰਡ ਦੇ ਨੂੰ ਸਾਰਾ ਉਹ ਬੇਸ ਲਾਈਨ ਦੇ ਉੱਪਰ ਹੀ, ਉਹ ਬੁਨਿਆਦੀ ਲਾਈਨ ਦੇ ਉੱਪਰ ਹੀ ਸਾਰਾ ਪਿੰਡ ਦੀ ਜਿਹੜੀ ਫਰਮੈਸ਼ਨ ਨਿਰਭਰ ਕਰਦੀ ਹੁੰਦੀ ਹੈ। ਇਹ ਨਾਰਥ ਤੋਂ ਸਾਊਥ ਬਣਾਈ ਜਾਂਦੀ ਹੈ, ਖਾਲੀ ਜਗ੍ਹਾ ਦੇਖ ਕੇ ਜਿੱਥੇ ਉਹਦੇ ਆਸੇ-ਪਾਸੇ 200 ਕਰਮਾਂ ਤੱਕ ਕੋਈ ਅੜਚਨ ਨਾ ਹੋਵੇ, ਠੀਕ ਹੈ। 200 ਕਰਮ ਦੀ ਜਿਹੜੀ ਇਹ ਹੁੰਦੀ ਹੈ ਨਾਰਥ ਤੋਂ ਸਾਊਥ ਵੱਲ ਖਾਲੀ ਜਗ੍ਹਾ ਦੇ ਉੱਪਰ ਬਣਾਈ ਜਾਂਦੀ ਹੈ, ਕਿਸੇ ਪਿੰਡ ਦੇ ਵਿੱਚ, ਪਿੰਡ ਦੇ ਸੈਂਟਰ ਦੇ ਵਿੱਚ ਬਣਾਈ ਜਾਂਦੀ ਹੈ। ਉਸ ਨੂੰ ਬੇਸ ਮੰਨ ਕੇ ਪਹਿਲਾਂ ਉਹਨੂੰ ਤਿਆਰ ਕਰਕੇ ਫਿਰ ਉਸਨੂੰ 200 ਕਰਮਾਂ ਉੱਪਰ ਵੱਲ ਤੇ ਥੱਲੇ ਵੱਲ ਵਧਾ ਕੇ ਜਿਹੜੀ ਹੈ ਉਹ ਬੇਸ ਲਾਈਨ ਤਿਆਰ ਕਰਕੇ ਫਿਰ ਉਸ ਤੋਂ ਪਹਿਲਾਂ ਇੱਕ ਮਰਬਾ ਬਣਾਇਆ ਜਾਂਦਾ ਹੈ। ਉਸ ਬੇਸ ਲਾਈਨ ਦੇ ਉੱਪਰ ਫਿਰ ਅੱਗੇ ਮਰਬੇ ਜਿਹੜੇ ਹੈਗੇ ਆ ਮਸਤੀਲਾਂ ਜਾਂ ਮਰਬੇ ਅੱਗੇ ਬਣਾ ਕੇ ਜਿਹੜੀ ਮਰਬੱਬਾਬੰਦੀ ਹੈ ਪਿੰਡ ਦੀ ਉਹ ਕੀਤੀ ਜਾਂਦੀ ਹੈ। ਬੁਨਿਆਦੀ ਲਾਈਨ ਕੀ ਹੁੰਦੀ ਹੈ? ਮੈਂ ਦੱਸ ਹੀ ਚੁੱਕਿਆ ਤੁਹਾਨੂੰ ਬੁਨਿਆਦੀ ਲਾਈਨ ਕੀ ਹੁੰਦੀ ਹੈ। ਉਸ ਨੂੰ ਬਣਾਉਣ ਦੇ ਵਿੱਚ ਕਿਹੜੀਆਂ ਗੱਲਾਂ ਧਿਆਨ ਰੱਖਿਆ ਜਾਂਦਾ ਹੈ? ਜ਼ਮੀਨ ਦੇ 200 ਕਰਮ ਲੰਬੀ ਲਾਈਨ ਪਿੰਡ ਦੇ ਵਿਚਕਾਰ ਦੱਖਣ ਤੋਂ ਉੱਤਰ ਵੱਲ ਨੂੰ ਕਾਇਮ ਕੀਤੀ ਜਾਂਦੀ ਹੈ, ਇਸ ਨੂੰ ਬੁਨਿਆਦੀ ਲਾਈਨ ਆਖਦੇ ਨੇ। ਇਸ ਨੂੰ ਕਾਇਮ ਕਰਦੇ ਹੋਏ ਨਿਮਨਲਿਖਤ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ। ਜ਼ਮੀਨ ਪੱਧਰੀ ਹੋਣੀ ਚਾਹੀਦੀ ਹੈ, ਦਿਸ਼ਾ ਉੱਤਰ ਤੋਂ ਦੱਖਣ ਵੱਲ ਹੋਣੀ ਚਾਹੀਦੀ ਹੈ, ਇਸ ਦੇ ਸੇਧ ਵਿੱਚ 600 ਕਰਮ ਤੱਕ ਕੋਈ ਰੁਕਾਵਟ ਨਾ ਹੋਵੇ, ਜਿਵੇਂ ਕਿ 200 ਕਰਮ ਉੱਪਰਲੇ ਪਾਸੇ ਤੇ 200 ਕਰਮ ਥੱਲੇ ਪਾਸੇ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ। ਜਿਹੜੀ ਜ਼ਮੀਨ ਹੈਗੀ ਆ ਉਹ ਅਣਵਾਹੀ ਹੋਣੀ ਚਾਹੀਦੀ ਹੈ, ਉੱਥੇ ਬੁਨਿਆਦੀ ਲਾਈਨ ਕਾਇਮ ਕੀਤੀ ਜਾਂਦੀ ਹੈ। ਇਸ ਬੁਨਿਆਦੀ ਲਾਈਨ ਤੋਂ ਹੀ ਸਾਰੇ ਪਿੰਡ ਦੀ ਜਿਹੜੀ ਹੈਗੀ ਹੈ ਉਹ ਫਰਮਾਇਸ਼ ਕੀਤੀ ਜਾਂਦੀ ਹੈ, ਚੱਕਬੰਦੀ ਕੀਤੀ ਜਾਂਦੀ ਹੈ। ਆਮ ਤੌਰ ਤੇ ਤੁਸੀਂ ਦੇਖਿਓ ਕਦੇ ਜੇ ਕਿਸੇ ਨੇ ਦੇਖੀ ਹੋਏਗੀ ਬੁਨਿਆਦੀ ਬੁਰਜੀਆਂ ਵੀ ਜਿਹੜੀਆਂ ਹੁੰਦੀਆਂ ਚੌੜੀਆਂ ਹੁੰਦੀਆਂ ਹੈਗੀਆਂ, ਘੱਟੋ ਘੱਟ ਮੇਰੇ ਖਿਆਲ 15 ਇੰਚ ਤੋਂ ਵੀ ਸ਼ਾਇਦ ਜ਼ਿਆਦਾ ਹੁੰਦੀਆਂ ਨੇ, ਤੇ ਇਹ ਆਮ ਤੌਰ ਤੇ ਇਹ ਬਾਹਰ ਵੱਲ ਨਹੀਂ ਦਿਖਦੀਆਂ ਹੈਗੀਆਂ, ਇਹ ਜ਼ਮੀਨ ਦੇ ਅੰਦਰ ਹੀ ਜਿਹੜੀਆਂ ਹੁੰਦੀਆਂ ਨੇ, ਫੁੱਟ 1.5 ਫੁੱਟ ਤੱਕ ਨੀਚੇ ਜ਼ਮੀਨ ਦੇ ਵਿੱਚ ਜਿਹੜੀਆਂ ਹੁੰਦੀਆਂ ਨੇ ਗੱਡ ਕੇ ਰੱਖੀਆਂ ਜਾਂਦੀਆਂ ਤਾਂ ਕਿ ਇਹਨਾਂ ਦੀ ਸਾਂਭ ਸੰਭਾਲ ਜਿਹੜੀ ਬਣੀ ਰਹੇ, ਲੋੜ ਪੈਣ ਤੇ ਇਸ ਨੂੰ ਦੇਖਿਆ ਜਾ ਸਕੇ। ਇਹਨੂੰ ਕਹਿੰਦੇ ਨੇ ਬੁਨਿਆਦੀ ਬੁਰਜੀਆਂ। ਇਹਨਾਂ ਦੀ ਜਿਹੜੀ ਦੂਰੀ ਹੁੰਦੀ ਹੈ ਆਪਸ 'ਚ 200 ਕਰਮ ਦੀ ਹੁੰਦੀ ਹੈ। ਬੁਨਿਆਦੀ ਲਾਈਨ ਦੀ ਕੈਮੀ ਕਿਸ ਤਰ੍ਹਾਂ ਕੀਤੀ ਜਾਂਦੀ ਹੈ? ਪਿੰਡ ਦੇ ਤਕਰੀਬਨ ਵਿਚਾਲੇ ਪੱਧਰੀ ਜ਼ਮੀਨ ਦੇ ਉੱਪਰ 200 ਕਰਮ ਦੇ ਅੰਤਰ ਤੇ 2 ਝੰਡੀਆਂ ਗੱਡ ਦਿਓ ਅਤੇ ਕ੍ਰਾਸ ਦੀ ਇੱਕ ਝਰੀ ਤੇ ਕੰਪਾਸ ਰੱਖ ਕੇ ਅਤੇ ਉਸ ਦੇ ਲੈਵਲ ਸਪਿਰਿਟ ਲੈਵਲ ਰੱਖ ਕੇ ਤਾਂ ਉਹਨੂੰ ਲੈਵਲਿੰਗ ਬਣਾ ਕੇ ਨਾਲ ਠੀਕ ਕਰਕੇ ਉਸ ਝਰੀ ਦੀ ਸੇਧ ਦੇ ਵਿੱਚ ਇੱਕ ਝੰਡੀ ਠੀਕ ਕਰ ਲਵੋ ਅਤੇ ਦੂਜੀ ਝੰਡੀ ਝਰੀ ਨੂੰ ਦੂਜੇ ਪਾਸਿਓਂ ਦੇ ਕੇ ਠੀਕ ਕਰ ਲਵੋ। ਦੋਨੋਂ ਝੰਡੀਆਂ ਅਤੇ ਤੀਜਾ ਕ੍ਰਾਸ ਇੱਕ ਸੇਧ ਵਿੱਚ ਠੀਕ ਉੱਤਰੀ ਦਿਸ਼ਾ ਤੋਂ
ਹੋਣ ਤਾਂ ਉਸ ਦੀ ਪੈਮਾਇਸ਼ ਸਿੱਧੀ ਲਾਈਨ ਦੀ ਪੈਮਾਇਸ਼ ਕਰਨ ਦੀ ਤਰ੍ਹਾਂ ਪੂਰੀ ਕੀਤੀ ਜਾਵੇ ਤੇ ਦੋਹਾਂ ਚੰਨੀਆਂ ਦੇ ਵਿਚਕਾਰ ਜਿਹੜਾ ਡਿਫਰੈਂਸ ਹੁੰਦਾ ਹੈ 200 ਗ੍ਰਾਮ ਰੱਖਿਆ ਜਾਂਦਾ, ਇਹਨੂੰ ਅਸੀਂ ਬੁਨਿਆਦੀ ਲਾਈਨ ਏਦਾਂ ਬਣਾਉਂਦੇ ਹੈਗੇ ਆ। ਬੁਨਿਆਦੀ ਲਾਈਨ ਤੋਂ ਫਿਰ ਮੁਰੱਬੇ ਕਿਵੇਂ ਬਣਾਏ ਜਾਂਦੇ ਨੇ? ਜਦੋਂ ਬੁਨਿਆਦੀ ਲਾਈਨ ਤੁਹਾਡੇ ਕੋਲ ਕਾਇਮ ਹੋ ਗਈ ਨਾਰਥ ਤੋਂ ਸਾਊਥ ਵੱਲ, ਫਿਰ ਇਹਦੇ ਈਸਟ ਵਾਲੇ ਪਾਸੇ ਜਾਂ ਵੈਸਟ ਵਾਲੇ ਪਾਸੇ ਜਿਹੜੇ ਦੋ ਕਾਰਨਰ ਹੈਗੇ ਆ ਉਹਨਾਂ ਦੋਹਾਂ ਕਾਰਨਰਾਂ ਤੋਂ ਲੰਬ ਗੇਰ ਕੇ, ਠੀਕ ਹੈ, 200 ਕਰਮ ਦੇ ਲੰਬ ਗੇਰ ਕੇ ਉਹਨਾਂ ਨੂੰ ਆਪਸ ਵਿੱਚ ਮਿਲਾ ਕੇ ਇੱਕ ਮੁਰੱਬਾ ਤਿਆਰ ਕਰ ਲਿਆ ਜਾਂਦਾ ਪਹਿਲਾਂ, ਫਿਰ ਇੱਕ ਮੁਰੱਬੇ ਤੋਂ ਅੱਗੇ ਜਿਹੜੇ ਮੁਰੱਬੇ ਆ ਵਧਾਏ ਜਾਂਦੇ ਆ। ਜੇਕਰ ਦੇਖਣਾ ਵੀ ਜੇ ਮੁਰੱਬਾ ਸਾਡਾ ਸਹੀ ਬਣਿਆ ਜਾਂ ਗਲਤ ਬਣਿਆ, ਜਿੱਥੇ ਮੁਰੱਬੇ 200 ਬਾਈ 200 ਕਰਮ ਦੇ ਹੁੰਦੇ ਆ, ਉੱਥੇ ਜਿਹੜਾ ਇਹਦਾ ਕਰਨ ਹੁੰਦਾ ਹੈ ਜਿਹਨੂੰ ਡਾਇਗਨਲ ਕਹਿੰਦੇ ਨੇ ਅਸੀਂ, ਉਹ ਡਾਇਗਨਲ ਨੂੰ ਚੈੱਕ ਕਰ ਲਓ ਦੋਵੇਂ ਪਾਸਿਓਂ। ਡਾਇਗਨਲ ਜੇ ਤੁਸੀਂ ਚੈੱਕ ਕਰੋਗੇ, ਜੇ 282 ਸੀ 6/7 ਕਰਮਾਂ ਨਿਕਲਦੀਆਂ ਪੂਰੀਆਂ ਹੁੰਦੀਆਂ ਤਾਂ ਦੈਨ ਜਿਹੜਾ ਤੁਹਾਡਾ ਐਂਗਲ ਹੈਗੇ 90 ਦੇ ਐਂਗਲ ਦੇ ਜਿਹੜੇ ਤੁਹਾਡਾ ਮੁਰੱਬਾ ਹੈ ਸਹੀ ਬਣ ਜਾਂਦਾ ਹੈ। ਜਿੱਥੇ ਕਿਤੇ ਸਟੀਲ ਹੋਈ ਹੁੰਦੀ ਹੈ 280 ਬਾਈ 180 ਦੇ ਨੇ, ਉੱਥੇ ਜਿਹੜਾ ਇਹ ਡਾਇਗਨਲ ਹੁੰਦਾ ਹੈ 269 ਕਰਮ ਦਾ ਹੁੰਦਾ ਹੈ। ਦੋ 269 ਕਰਮਾਂ ਬਣ ਕੇ ਅੱਧੀ ਘੜੀ ਉੱਪਰ ਹੋ ਜਾਂਦਾ ਹੈ। ਠੀਕ ਹੈ ਜੀ, ਮੁਰੱਬਾ ਚੈੱਕ ਕਰਨ ਵਾਸਤੇ ਅਸੀਂ ਡਾਇਗਨਲ ਚੈੱਕ ਕਰ ਲੈਂਦੇ ਹਾਂ ਵੀ ਸਾਡਾ ਮੁਰੱਬਾ ਸਹੀ ਬਣਿਆ ਕਿ ਗਲਤ ਬਣਿਆ। 200 ਬਾਈ 200 ਕਰਨ ਦੇ ਮੁਰੱਬੇ ਹੋਣ ਤਾਂ ਡਾਇਗਨਲ ਚੈੱਕ ਕਰਾਂਗੇ, 282 ਸੀ 6/7 ਕਰਨ ਦਾ ਹੋਵੇਗਾ। ਜੇ 200 ਬਾਈ 180 ਕਰਨ ਦਾ ਮੁਰੱਬਾ ਹੋਵੇ, ਸਟੀਲ ਹੋਵੇ ਜਿਹਨੂੰ ਕਹਿੰਦੀ ਆਪਾਂ, ਤਾਂ ਉਹਦਾ ਡਾਇਗਨਲ ਜੀ ਚੈੱਕ ਕਰਾਂਗੇ ਤਾਂ 269 ਕਰਮਾ ਹੋਏਗਾ ਤੇ ਅੱਧੀ ਘੜੀ ਉੱਪਰ ਹੋਏਗਾ। ਜੇ ਅਸੀਂ ਮੁਰੱਬਾ ਦੇਖਣਾ ਹੋਵੇ ਤਾਂ ਕਿੱਥੇ ਪਤਾ ਲੱਗਦਾ ਵੀ ਇਹ ਮੁਰੱਬਾ ਪੂਰਾ ਹੋ ਗਿਆ ਕਿ ਨਹੀਂ ਹੈਗਾ? ਉੱਥੇ ਤਾਂ ਮੁਰੱਬੇ ਦੇ ਚਾਰੇ ਕੋਨਿਆਂ ਤੇ ਪੱਥਰ ਜਾਂ ਇੱਟਾਂ ਲਗਾਈਆਂ ਹੁੰਦੀਆਂ ਨੇ, ਪੱਥਰ ਲੱਗੇ ਹੋਏ ਹੁੰਦੇ ਨੇ, ਜਿਹਨਾਂ ਤੋਂ ਪਤਾ ਲੱਗ ਜਾਂਦਾ ਇਹ ਪੂਰਾ ਮੁਰੱਬਾ ਹੋ ਗਿਆ। ਜਾਣੀ ਕਿ 5 ਕਿੱਲਿਆਂ ਤੇ ਜਿਹੜੀ ਹੈਗੀ ਹੈ, ਹਰ ਪਾਸਿਓਂ 5 ਕਿੱਲਿਆਂ ਤੋਂ ਬਾਅਦ ਜਿਹੜੀ ਬੁਰਜੀ ਲੱਗੀ ਹੁੰਦੀ ਹੈ ਉਹ ਮੁਰੱਬੇ ਦੀ ਬੁਰਜੀ ਕਹਾਉਂਦੀ ਹੈ। ਕੀ ਖੇਤ ਕਹਿੰਦਾ ਇੱਕ ਮੁਰੱਬੇ ਦੇ ਹੁੰਦੇ ਨੇ? ਨਹੀਂ, ਖੇਤ ਇੱਕ ਮੁਰੱਬੇ ਦੇ ਨਹੀਂ ਹੁੰਦੇ। ਇੱਕ ਮੁਰੱਬੇ ਦੇ ਵਿੱਚ ਅੱਗੇ 25 ਕਿੱਲੇ ਹੁੰਦੇ ਹੈਗੇ ਆ। ਠੀਕ ਹੈ, 1 ਤੋਂ ਲੈ ਕੇ 5 ਤੇ 6 ਤੋਂ ਲੈ ਕੇ 10, 11 ਤੋਂ 20, 11 ਤੋਂ 15, 16 ਤੋਂ 20, 21 ਤੋਂ 25 ਮੈਂ ਪਹਿਲਾਂ ਤੁਹਾਨੂੰ ਬਣਾ ਕੇ ਦਿਖਾਇਆ ਸੀਗਾ। ਠੀਕ ਹੈ, ਇੱਕ ਖੇਤ ਦੇ ਵਿੱਚ ਇੱਕ ਮੁਰੱਬੇ 'ਚ 25 ਕਿੱਲੇ ਹੁੰਦੇ ਆ। ਫਿਰ ਜਦੋਂ ਪਹਿਲਾਂ ਮੁਰੱਬਾ ਬਣਾਇਆ ਜਾਂਦਾ, ਮੁਰੱਬੇ 'ਚ ਫਿਰ ਵੱਟਾਂ ਪਾਈਆਂ ਜਾਂਦੀਆਂ ਨੇ। ਵੱਟਾਂ ਪਾਉਣ ਦਾ ਕੀ ਕਾਰਨ ਹੁੰਦਾ? ਵੱਟਾਂ ਪਾਉਣ ਦਾ ਕਾਰਨ ਇਹ ਤਾਂ ਕਿ ਜਿਹੜਾ ਮਾਲਕਾਂ ਦਾ ਜਿਹੜਾ ਰਕਬਾ ਹੈਗਾ ਉਹਨੂੰ ਲੋੜ ਮੁਤਾਬਕ ਜਿਹੜਾ ਵੰਡ ਦਿੱਤਾ ਜਾਵੇ। ਤਕਸੀਮ, ਜਦੋਂ ਜ਼ਮੀਨ ਦੀ ਜਿਹੜੀ ਤਕਸੀਮ ਕਰਕੇ ਮੁਰੱਬਾਬੰਦੀ ਖਤਮ ਹੋਣ ਤੋਂ ਬਾਅਦ ਮਾਲਕਾਂ ਦੇ ਟੱਕ ਬਣਾਏ ਜਾਂਦੇ ਨੇ। ਇਸ ਕਰਕੇ ਉਹ ਟੱਕਾਂ ਨੂੰ ਪ੍ਰੋਪਰ ਟੱਕ ਬਣਾਉਣ ਦੀ ਸਹੂਲਤ ਦੀ ਖਾਤਰ ਤੇ ਜਾਂ ਪਟਵਾਰੀ ਹਲਕਾ ਵੱਲੋਂ ਗਿਰਦਾਵਰੀ ਵਗੈਰਾ ਕਰਨ ਦੀ ਸਹੂਲਤ ਜਿਹੜੀ ਹੈਗੇ ਨੇ ਇਹ ਕਿੱਲੇ ਬਣਾਏ ਜਾਂਦੇ ਆ। ਬੇਸ਼ੱਕ ਇੱਕ ਮੁਰੱਬੇ ਦਾ ਮਾਲਕ ਇੱਕੋ ਹੀ ਵਿਅਕਤੀ ਕਿਉਂ ਨਾ ਹੋਵੇ, ਪਰ ਫਿਰ ਵੀ ਇੱਕ ਮੁਰੱਬੇ ਦੇ ਵਿੱਚ ਅੱਗੇ 25 ਕਿੱਲੇ ਬਣਾਏ ਜਾਂਦੇ ਆ। ਮੁਰੱਬਾਬੰਦੀ ਕਰਦੇ ਵਕਤ ਕਹਿੰਦੇ ਰਸਤੇ 'ਚ ਕੋਈ ਰੁਕਾਵਟ ਆ ਜਾਵੇ ਤਾਂ ਕੰਮ ਦੀ ਪੈਮਾਇਸ਼ ਨੂੰ ਜਾਰੀ ਕਿਵੇਂ ਰੱਖਿਆ ਜਾਵੇਗਾ? ਸਿੰਪਲ ਜੀ ਗੱਲ ਹੈ, ਅਸੀਂ ਮਿਣਤੀ ਕਰਦੇ ਆ ਰਹੇ ਹਾਂ, ਰਸਤੇ 'ਚ ਕੋਈ ਮਕਾਨ ਆ ਗਿਆ, ਠੀਕ ਹੈ, ਉਸ ਮਕਾਨ ਤੋਂ ਜਿਹੜੀ ਲਾਈਨ ਅਸੀਂ ਮਿਣਤੀ ਕਰਦੇ ਆ ਰਹੇ ਹਾਂ ਉਸ ਤੋਂ 90 ਡਿਗਰੀ ਦਾ ਐਂਗਲ ਗੇਰ ਕੇ ਜਿਹੜੀ ਲਾਈਨ ਹੈ ਉਸ ਨੂੰ ਬਾਹਰ ਵੱਲ ਕੱਢ ਲਿਆ ਜਾਂਦਾ ਮਕਾਨ ਤੋਂ। ਲਾਈਨ ਮਿਣਤੀ ਕਰਦੇ ਜਾ ਰਹੇ ਹਾਂ, ਰਸਤੇ 'ਚ ਕੋਈ ਮਕਾਨ ਆ ਗਿਆ ਤਾਂ ਕੀ ਕਰਾਂਗੇ? ਮਕਾਨ ਦੀ ਮਿਣਤੀ ਨਹੀਂ ਕਰਨੀ, ਤਾਂ ਉਸ ਮਕਾਨ ਤੋਂ ਪਹਿਲਾਂ ਹੀ ਉਹ ਲਾਈਨ ਦੇ ਉੱਪਰ ਰਾਈਟ ਸਾਈਡ ਵੱਲ ਨੂੰ ਜਾਂ ਲੈਫਟ ਸਾਈਡ ਵੱਲ ਨੂੰ, ਠੀਕ ਹੈ, 90 ਦਾ ਐਂਗਲ ਗੇਰ ਕੇ ਉਸ ਮਕਾਨ ਦੀ ਜਿਹੜੀ ਦੀਵਾਰ ਲਾਸਟ ਵਾਲੀ ਦੀਵਾਰ ਹੈਗੀ ਹੈ ਉਸ ਤੋਂ ਬਾਹਰ ਵੱਲ ਕੱਢ ਲਾਂਗੇ। ਉਹ ਤੇ ਫਿਰ 90 ਦਾ ਐਂਗਲ ਗੇਰ ਕੇ ਫਿਰ ਅੱਗੇ ਪੈਮਾਇਸ਼ ਅੱਗੇ ਵੱਧ ਜਾਵਾਂਗੇ। ਜਦੋਂ ਮਕਾਨ ਕ੍ਰਾਸ ਹੋ ਗਿਆ ਫਿਰ 90 ਦਾ ਐਂਗਲ ਗੇਰ ਕੇ ਫਿਰ ਉਸੇ ਦਿਸ਼ਾ 'ਚ ਫਿਰ ਅਸੀਂ ਆ ਜਾਵਾਂਗੇ। ਜੇ ਕੋਈ ਪੈਮਾਇਸ਼ ਕਰਦੇ ਕਰਦੇ ਕੋਈ ਰਸਤੇ 'ਚ ਦਰਿਆ ਆ ਜਾਂਦਾ ਹੈ ਤਾਂ ਦਰਿਆ ਅਸੀਂ ਪੈਮਾਇਸ਼ ਨਹੀਂ, ਅਸੀਂ ਮੁਰੱਬੇਬੰਦੀ ਕਰ ਰਹੇ ਹਾਂ। ਮੰਨ ਲਓ ਮੁਰੱਬੇਬੰਦੀ ਕਰਦੇ ਕਰਦੇ ਰਸਤੇ 'ਚ ਕੋਈ ਦਰਿਆ ਆ ਗਿਆ, ਅਸੀਂ ਮੁਰੱਬੇ ਬਣਾ ਲਏ, ਦਰਿਆ ਤੋਂ ਪਹਿਲਾਂ ਮੁਰੱਬੇ ਬਣਦੇ ਜਾ ਰਹੇ ਹਾਂ ਸਾਡੇ, ਹੁਣ ਦਰਿਆ ਆ ਗਿਆ, ਫਿਰ ਅਸੀਂ ਅੱਗੇ ਦਰਿਆ ਤੋਂ ਪਾਰ ਮੁਰੱਬੇ ਕਿਵੇਂ ਜਾਰੀ ਰੱਖ ਸਕਦੇ ਹਾਂ? ਇਹਦੇ ਲਈ ਇੱਦਾਂ ਜ਼ਬਾਨੀ ਨਹੀਂ ਪਤਾ ਲੱਗੇਗਾ, ਮੈਂ ਤੁਹਾਨੂੰ ਉੱਤੇ ਬਣਾ ਕੇ ਦਿਖਾਵਾਂਗਾ ਜਿਹੜਾ ਆਪਾਂ ਜਿਹਦੇ ਮੈਥ ਵਗੈਰਾ ਕਰਦੇ ਹੁੰਦੇ ਹਾਂ। ਠੀਕ ਹੈ ਜੀ, ਫਿਲਹਾਲ ਇਸ ਕੁਐਸਚਨ ਛੱਡ ਦਿੰਦੇ ਹਾਂ ਅਸੀਂ।
ਕੀ ਮੁਰੱਬਾ ਹਰ ਥਾਂ ਤੇ 200 200 ਕਰਨ ਦਾ ਹੁੰਦਾ ਹੈ? ਨਹੀਂ, ਵੱਧ ਘੱਟ ਵੀ ਹੋ ਸਕਦਾ ਹੈ। ਮੁਰੱਬਾ 200 200 ਕਰਨ ਦਾ ਵੀ ਹੋ ਸਕਦਾ ਹੈ, ਮੁਰੱਬਾ 200 ਬਾਈ 180 ਕਰਨ ਦਾ ਵੀ ਹੋ ਸਕਦਾ ਹੈ। ਜਿੱਥੇ ਅਸੀਂ ਗੱਲ ਕਰਦੇ ਹਾਂ ਮਸੀਲਬੰਦੀ ਦੀ, ਜਿੱਥੇ 36 ਬਾਈ 40 ਦੇ ਕਿੱਲੇ ਹੁੰਦੇ ਆ, ਉੱਥੇ ਜਿਹੜਾ ਮੁਰੱਬਾ ਹੁੰਦਾ ਹੈ, ਜਾਣੀ ਕਿ ਮਸਤੀਲ ਜਿਹਨੂੰ ਕਹਿ ਦਈਏ ਅਸੀਂ, ਮਸਤੀਲ ਵੀ ਕਹਿ ਸਕਦੇ ਹਾਂ। ਜ਼ਿਆਦਾਤਰ ਵੈਸੇ ਵਰਡ ਦੇ ਵਿੱਚ ਮਸਤੀਲ ਸਹੀ ਵਰਡ ਹੈਗਾ, ਠੀਕ ਹੈ, ਕਿਉਂਕਿ ਇਹ ਆਇਤਕਾਰ ਹੁੰਦੀ ਹੈ। ਜਿਹੜਾ ਇਹ ਆਇਤਕਾਰ ਹੁੰਦਾ 200 ਬਾਈ 180 ਦਾ ਹੁੰਦਾ, ਇਸ ਕਰਕੇ ਇਹ ਆਇਤਕਾਰ ਹੁੰਦਾ, ਇਸ ਕਰਕੇ ਇਹਨੂੰ ਮਸਤੀਲ ਕਿਹਾ ਜਾਂਦਾ। ਜਿੱਥੇ 200 ਬਾਈ 200 ਕਰਨ ਦਾ ਹੁੰਦਾ ਉੱਥੇ ਉਹ ਵਰਗਕਾਰ ਹੁੰਦਾ, ਇਸ ਕਰਕੇ ਉਸ ਨੂੰ ਮੁਰੱਬਾ ਕਿਹਾ ਜਾਂਦਾ ਹੁੰਦਾ। ਜਾਣੀ ਕਿ ਜੇ ਕੁਐਸਚਨ ਦਾ ਤੁਹਾਡਾ ਆਨਸਰ ਹੈਗਾ ਕਿ ਮੁਰੱਬਾ ਹਰ ਜਗ੍ਹਾ 200 ਬਾਈ 200 ਕਰਨ ਦਾ ਹੁੰਦਾ ਹੈ ਜਾਂ ਘੱਟ ਵੱਧ, ਨਹੀਂ, ਤੁਸੀਂ ਉੱਥੇ ਕਹੋਗੇ ਜਿਹੜਾ ਮੁਰੱਬਾ ਹੁੰਦਾ ਉਹ 200 ਬਾਈ 200 ਕਰਨ ਦੀ ਹੁੰਦਾ, ਪਰ ਜਿੱਥੇ ਜਿਹੜੀ ਪਮੈਸ਼ ਹੁੰਦੀ ਹੈ ਉਹ 36 ਬਾਈ 40 ਦੀ ਹੁੰਦੀ ਹੈ, ਉੱਥੇ ਮਸਤੀਲ ਕਿਹਾ ਜਾਂਦਾ ਉਸਨੂੰ, ਉਹ 200 ਬਾਈ 180 ਦੀ ਹੁੰਦੀ ਹੈ। ਪਹਾੜੀ ਇਲਾਕੇ 'ਚ ਜੇ ਤੁਹਾਡੀ ਪਹਾੜੀ ਇਲਾਕੇ ਸੰਬੰਧੀ ਕੋਈ ਕੁਐਸਚਨ ਆ ਜਾਂਦਾ ਹੈ, ਪਹਾੜੀ ਇਲਾਕੇ 'ਚ ਜਿਹੜੀ ਬੁਨਿਆਦੀ ਲਾਈਨ ਹੈ ਕਿਸ ਤਰ੍ਹਾਂ ਦੀ ਹੁੰਦੀ ਹੈ, ਕਿਵੇਂ ਕਿਸ ਤਰ੍ਹਾਂ ਕਾਇਮ ਕੀਤੀ ਜਾਂਦੀ ਹੈ? ਪਹਾੜੀ ਇਲਾਕੇ ਦੇ ਸੰਬੰਧ ਵਿੱਚ ਕੋਈ ਬੁਨਿਆਦੀ ਲਾਈਨ ਨਹੀਂ ਹੁੰਦੀ। ਪਹਾੜੀ ਇਲਾਕੇ ਵਿੱਚ ਇਸ ਤਰ੍ਹਾਂ ਕੋਈ ਬੁਨਿਆਦੀ ਲਾਈਨ ਦੀ ਲੋੜ ਨਹੀਂ ਹੁੰਦੀ ਜਿਸ ਤਰ੍ਹਾਂ ਕਿ ਮੈਦਾਨੀ ਇਲਾਕੇ 'ਚ ਹੁੰਦੀ ਹੈ, ਬਸ ਇੰਨਾ ਹੀ ਤੁਸੀਂ ਆਨਸਰ ਦੇਣਾ ਹੈ। ਫਿਰ ਹੁਣ ਗੱਲ ਆ ਜਾਂਦੀ ਹੈ ਵੀ ਪਹਾੜੀ ਇਲਾਕੇ ਦੇ ਵਿੱਚ ਜਿਹੜਾ ਸਿਜਰਾ ਹੁੰਦਾ ਹੈ ਉਹ ਕਿਸ ਤਰ੍ਹਾਂ ਬਣਾਇਆ ਜਾਂਦਾ ਹੈ। ਪਹਾੜੀ ਇਲਾਕੇ 'ਚ ਦੇਖੋ ਜਿਹੜੀ ਪਮੈਸ਼ ਹੁੰਦੀ ਹੈ ਉਹ ਵਰਗਕਾਰ ਖੇਤ ਜਾਂ ਰੈਕਟੈਂਗਲ ਖੇਤ ਬਣਾ ਕੇ ਨਹੀਂ ਕੀਤੀ ਜਾਂਦੀ, ਨਾ ਰੈਕਟੈਂਗਲ ਨਾ ਵਰਗਕਾਰ ਦੇ ਖੇਤ ਬਣਾਏ ਜਾਂਦੇ ਆ। ਪਹਾੜੀ ਇਲਾਕੇ ਦੀ ਜਿਹੜੀ ਪਮੈਸ਼ ਹੈਗੀ ਹੈ ਇਹ ਹਮੇਸ਼ਾ ਤਿਕੋਣਾ 'ਚ ਬਣਾਈ ਜਾਂਦੀ ਹੈ, ਕਿਉਂਕਿ ਜਿਹੜਾ ਪਹਾੜ ਹੁੰਦਾ ਹੈ ਜਸਟ ਲਾਈਕ ਕਿ ਤਿਕੋਣ ਦੀ ਤਰ੍ਹਾਂ ਪਹਾੜ ਹੁੰਦਾ ਹੈ, ਠੀਕ ਹੈ। ਇੱਕ ਅਸੀਂ ਕਿਸੇ ਉੱਪਰਲੇ ਸਿਖਰ ਟੀਸੀ ਵੱਲ ਜਦੋਂ ਨਿਗਾਹ ਮਾਰਦੇ ਹਾਂ, ਠੀਕ ਹੈ, ਨੀਚੇ ਵੱਲ ਇੱਦਾਂ ਜਾਂਦੀ, ਇੱਕ ਸਾਈਡ ਇੱਦਾਂ ਜਾਂਦੀ ਹੈਗੀ ਹੈ, ਜਾਣੀ ਕਿ ਜਦੋਂ ਅਸੀਂ ਧਿਆਨ ਵੱਲ ਦੇਖਦੇ ਹਾਂ ਤਾਂ ਸਾਨੂੰ ਇੱਕ ਟ੍ਰਾਇੰਗਲ ਹੀ ਨਜ਼ਰ ਆਉਂਦੀ ਹੈ, ਤਿਕੋਣ ਨਜ਼ਰ ਆਉਂਦੀ ਹੈ। ਇਸੇ ਤਰੀਕੇ ਜਿਹੜੀ ਪਹਾੜੀ ਪਮੈਸ਼ ਹੁੰਦੀ ਹੈ ਇਹ ਤਿਕੋਣਾ 'ਚ ਹੀ ਮਾਪੀ ਜਾਂਦੀ ਹੈ। ਇੱਥੇ ਜਿਹੜੇ ਚੌਰਸ ਕਿੱਲੇ ਵਗੈਰਾ ਨਹੀਂ ਹੁੰਦੇ ਹੈਗੇ, ਜ਼ਿਆਦਾਤਰ ਕਿਤੇ ਜ਼ਰੂਰਤ ਪੈਂਦੀ ਹੈ, ਗੱਲ ਵੱਖਰੀ ਹੈਗੀ ਹੈ, ਪਰ ਜਿਹੜਾ ਇਹ ਸਿਸਟਮ ਹੈ ਪਹਾੜੀ ਪਮੈਸ਼ ਵਿੱਚ ਮੁਰੱਬਾਬੰਦੀ ਨਹੀਂ ਕਰਦੇ, ਇੱਥੇ ਜਿਹੜੀ ਤਿਕੋਣਬੰਦੀ ਕੀਤੀ ਜਾਂਦੀ ਹੈ, ਯਾਨੀ ਕਿ ਤਿਕੋਣਾ ਬਣਾ ਲਈਆਂ ਜਾਂਦੀਆਂ ਨੇ ਅਤੇ ਉੱਥੇ ਪਟੜੀ ਅਤੇ ਸਿਸਤ ਦੋ ਚੀਜ਼ਾਂ ਜਿਹੜੀਆਂ ਕਿ ਪਮੈਸ਼ ਵਿੱਚ ਬੜਾ ਕੰਮ ਕਰਦੀਆਂ ਨੇ। ਪਟੜੀ ਅਤੇ ਸਿਸਤ ਦੀ ਸਹਾਇਤਾ ਦੇ ਨਾਲ ਜਿਹੜੀ ਮਿਣਤੀ ਹੁੰਦੀ ਹੈ। ਆਮ ਤੌਰ 'ਤੇ ਜਿਹੜੀ ਜਰੀਬ ਇੱਥੇ ਹੁੰਦੀ ਹੈ ਪਹਾੜੀ ਇਲਾਕੇ ਦੇ ਵਿੱਚ, ਇਹ ਅੱਧੀ ਜਰੀਬ ਜਾਣੀ ਕਿ 5 ਕਰਮਾਂ ਦੀ ਜਰੀਬ ਵਰਤੀ ਜਾਂਦੀ ਹੈ, ਕਿਉਂਕਿ ਲੰਬੀ ਜਰੀਬ ਜਿਹੜੀ ਇੱਥੇ ਜਿਹੜਾ ਸਿੱਧਾ ਨਾ ਹੋਣ ਕਰਕੇ, ਪੱਧਰੀ ਜ਼ਮੀਨ ਨਾ ਹੋਣ ਕਰਕੇ ਜਿਹੜੀ 10 ਕਰਮ ਦੀ ਜਿਹੜੀ ਜਰੀਬ ਹੈ ਉਹਨੂੰ ਚਲਾਉਣਾ ਔਖਾ ਹੁੰਦਾ ਹੈ। ਇਸ ਕਰਕੇ ਛੋਟੀ ਜਿਹੜੀ ਜਰੀਬ ਹੈਗੀ ਹੈ ਉਹਨੂੰ ਹਾਫ ਕਰ ਲਿਆ ਜਾਂਦਾ, 5 ਕਰਮਾਂ ਦੀ ਜਰੀਬ ਦੇ ਨਾਲ ਹੀ ਜਿਹੜੀ ਇੱਥੇ ਪਮੈਸ਼ ਕੀਤੀ ਜਾਂਦੀ ਹੈ। ਪਟੜੀ ਸਿਸਤ ਕੀ ਹੁੰਦੀ ਹੈ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਈ ਵਾਰੀ। ਪਟੜੀ ਤਾਂ ਉਹ ਹੁੰਦੀ ਜਿਹਦੇ ਉੱਪਰ ਸਿਸਤ ਰੱਖੀ ਜਾਂਦੀ ਹੈ, ਤਿਰਪਾਈ ਹੁੰਦੀ ਹੈ ਥੱਲੇ 3 ਟੰਗਾਂ ਲਈ, ਉਹਦੇ ਉੱਪਰ ਪਹਿਲਾਂ ਪਟੜੀ ਰੱਖੀ ਜਾਂਦੀ, ਪਟੜੀ ਉੱਪਰ ਫਿਰ ਸਿਸਤ ਰੱਖੀ ਜਾਂਦੀ ਹੈ। ਜਿਹੜੀ ਸਿਸਤ ਰੱਖੀ ਹੁੰਦੀ ਹੈ, ਸਿਸਤ ਦੇ ਉੱਪਰ ਮੂਹਰਲੇ ਪਾਸੇ ਇੱਕ ਲੰਮੀ ਪੱਤੀ ਹੁੰਦੀ ਹੈ, ਠੀਕ ਹੈ, ਇੱਕ ਲੰਮੀ ਪੱਤੀ ਹੁੰਦੀ ਹੈ ਤੇ ਇੱਧਰ ਤੁਹਾਡੇ ਵਾਲੇ ਪਾਸੇ ਇੱਕ ਛੋਟੀ ਜਿਹੀ ਪੱਤੀ ਹੁੰਦੀ ਹੈ। ਦੋਹਾਂ 'ਚ ਪੱਤੀਆਂ 'ਚ ਇੱਕ ਸਰਾਖ ਹੁੰਦਾ ਹੈਗਾ ਜਿਹੜਾ ਕਿ ਟੇਢਾ ਚੱਲਦਾ ਹੈਗਾ। ਉਸ ਸਰਾਖ ਤੋਂ ਦੂਜੀ ਸਰਾਖ ਤੱਕ ਇੱਕ ਧਾਗਾ ਬੰਨ੍ਹਿਆ ਜਾਂਦਾ ਹੈ। ਉਸ ਇੱਕ ਧਾਗੇ ਚੋਂ ਇੱਕ ਸਰਾਖ ਚੋਂ ਦੇਖ ਕੇ ਜਦੋਂ ਤੁਸੀਂ ਦੂਜੇ ਵੱਲ ਸਰਾਖ ਵੱਲ ਦੇਖਦੇ ਹੋ, ਉਹ ਧਾਗੇ ਦੀ ਸੇਧ ਦੇ ਵਿੱਚ ਉੱਪਰ ਜਾ ਕੇ ਪਹਾੜ ਦੇ ਉੱਪਰ ਫਿਰ ਜਿਹੜੀ ਹੈਗੀ ਹੈ ਝੰਡੀ ਲਗਾਈ ਜਾਂਦੀ ਹੈ। ਉਹ ਜਿਹੜੀ ਝੰਡੀ ਹੈਗੀ ਜਿਸ ਪੁਆਇੰਟ ਤੋਂ ਤੁਸੀਂ ਅੱਗੇ ਲਗਾਉਂਦੇ ਹੋ ਫਿਰ ਉਹਦੀ ਸੇਧ ਵਿੱਚ ਝੰਡੀ ਲੱਗੀ ਜਾਂਦੀ ਹੈ। ਇੱਕ ਕੁਐਸਚਨ ਤੁਹਾਨੂੰ ਇਦਾਂ ਵੀ ਆ ਜਾਂਦਾ ਹੈ, ਜੇ ਤੁਸੀਂ ਪਮੈਸ਼ ਕਰਦੇ ਜਾ ਰਹੇ ਹੋ, ਪਮੈਸ਼ ਕਰਦੇ ਕਰਦੇ ਰਸਤੇ 'ਚ ਕੋਈ ਨਹਿਰ ਆ ਗਈ, ਠੀਕ ਹੈ, ਨਹਿਰ ਨੂੰ ਮਾਪਣਾ ਔਖਾ ਲੱਗਦਾ ਤੁਹਾਨੂੰ, ਤੁਸੀਂ ਬਾਹਰ ਤੋਂ ਹੀ ਨਹਿਰ ਨੂੰ ਕਿਵੇਂ ਮਾਪ ਸਕਦੇ ਹੋ? ਨਹਿਰ ਦੇ ਕਿਨਾਰੇ ਤੇ ਖੜੇ ਹੋ ਤੁਸੀਂ, ਠੀਕ ਹੈ, ਪਰ ਤੁਸੀਂ ਨਹਿਰ ਮਾਪਣੀ ਹੈ, ਫੀਤਾ ਵੀ ਨਹੀਂ ਮਾਰਨਾ ਕੋਈ, ਨਹਿਰ ਨੂੰ ਕਿਵੇਂ ਨਾਪ ਸਕਦੇ ਹੋ? ਇਹ ਵੀ ਮੈਂ ਤੁਹਾਨੂੰ ਸਕੇਲ ਤੇ ਬਣਾ ਕੇ ਦਿਖਾਵਾਂਗਾ, ਇਦਾਂ ਨਹੀਂ ਸਮਝ ਨਹੀਂ ਆਏਗਾ, ਠੀਕ ਹੈ। ਇਹ ਕੁਐਸਚਨ ਵੀ ਛੱਡ ਦਿਓ ਜੇ। ਕੁਛ ਜਿਹੜੇ ਵਰਡ ਹੈਗੇ ਆ ਇਹਦੇ ਵਿੱਚ ਯੂਜ਼ ਕੀਤੇ ਜਾਂਦੇ ਨੇ ਔਖੇ ਸ਼ਬਦ ਜਿਹੜੇ ਤੁਹਾਡੇ ਪੇਪਰ 'ਚ ਯੂਟੀਲਾਈਜ਼ ਹੋ ਸਕਦੇ ਆ। ਮਜ਼ਕੂਰ ਵਰਡ ਹੈਗਾ ਇੱਕ, ਮਜ਼ਕੂਰ ਮਤਲਬ ਇਹ ਹੁੰਦਾ ਵੀ ਜੋ ਜ਼ਿਕਰ ਅਸੀਂ ਉੱਪਰ ਕੀਤਾ ਗਿਆ ਉਸ ਨੂੰ ਥੱਲੇ ਵੀ ਉਹੀ ਚੀਜ਼ ਆ ਗਈ, ਦੁਬਾਰਾ ਬਾਰ-ਬਾਰ ਲਿਖਣ ਦੀ ਲੋੜ ਨਹੀਂ ਹੁੰਦੀ, ਉਹਨੂੰ ਅਸੀਂ ਮਜ਼ਕੂਰ ਲਿਖ ਦਿੰਦੇ ਹਾਂ। ਜਿਹੜੀ ਸਵਾਈ ਹੁੰਦੀ ਹੈ, ਸਵਾਈ ਕੀ ਕਿਹਾ ਜਾਂਦਾ? ਸਰਕਾਰੀ ਮਾਮਲੇ ਤੋਂ ਇਲਾਵਾ ਲੋਕਲ ਰੇਟ ਨੰਬਰ ਦਾ ਜਿਹੜਾ ਜੋੜ ਹੁੰਦਾ ਹੈ ਉਸ ਨੂੰ ਅਸੀਂ ਸਵਾਈ ਕਹਿ ਦਿੰਦੇ ਹਾਂ।
ਮਾਲ ਵੱਖਰਾ ਹੁੰਦਾ ਹੈ, ਲੋਕਲ ਰੇਟ ਵੱਖਰਾ ਹੁੰਦਾ ਹੈ, ਨੰਬਰਦਾਰੀ ਵੱਖਰੀ ਹੁੰਦੀ ਹੈ। ਲੋਕਲ ਰੇਟ ਅਤੇ ਨੰਬਰਦਾਰੀ ਦੇ ਜਿਹੜਾ ਜੋੜ ਹੈ ਉਸ ਨੂੰ ਅਸੀਂ ਸਵਾਈ ਕਹਿ ਦਿੰਦੇ ਹਾਂ। ਲੋਕਲ ਰੇਟ ਕੀ ਹੁੰਦਾ ਹੈ? ਜ਼ਿਲ੍ਹਾ ਪਰਿਸ਼ਦ ਨੂੰ ਜਾਣ ਵਾਲੀ ਜਿਹੜੀ ਰਕਮ ਹੁੰਦੀ ਹੈ, ਠੀਕ ਹੈ, ਉਹਨੂੰ ਅਸੀਂ ਲੋਕਲ ਰੇਟ ਕਹਿ ਦਿੰਦੇ ਹਾਂ। ਪਰ ਇਹਦੇ ਵੀ ਦੋ ਅੱਗੇ ਹੈਡ ਹੁੰਦੇ ਆ, ਕਿ ਜ਼ਿਲ੍ਹਾ ਪਰਿਸ਼ਦ ਨੂੰ ਜਾਂਦੀ ਹੈ, ਇੱਕ ਪੰਚਾਇਤ ਸਮਿਤੀ ਨੂੰ ਵੀ ਜਾਂਦੀ ਹੈ, ਪਰ ਹੁਣ ਕਿਤੇ ਵੀ ਨਹੀਂ ਜਾਂਦੀ, ਨਾ ਅਸੀਂ ਕਲੈਕਟ ਕਰਦੇ ਹਾਂ। ਨੰਬਰਦਾਰੀ ਜਿਹੜੀ ਨੰਬਰਦਾਰੀ ਨੂੰ ਮਾਮਲਾ ਇਕੱਠਾ ਕਰਨ ਦੇ ਦਿੱਤੀ ਜਾਂਦੀ ਹੈ, ਉਹਨੂੰ ਨੰਬਰਦਾਰੀ ਕਿਹਾ ਜਾਂਦਾ ਹੈ। ਮਾਮਲਾ ਸਰਕਾਰੀ ਲਗਾਨ ਜਿਹੜਾ ਸਰਕਾਰ ਲੈਂਦੀ ਹੈ, ਅਸਲ 'ਚ ਇਹ ਲਗਾਨ ਹੁੰਦਾ ਹੈ ਗਵਰਨਮੈਂਟ ਦਾ, ਠੀਕ ਹੈ। ਜਿਸ ਦੇ ਕਿਰਾਇਆ ਰੈਂਟ ਲਗਾਨ ਜਿਹੜਾ ਸਰਕਾਰ ਲੈਂਦੀ ਹੈ ਲੋਕਾਂ ਤੋਂ। ਆਪਾਂ ਤੁਸੀਂ ਪੜ੍ਹਦੇ ਹੋਵੋਗੇ ਜਮਾਬੰਦੀ ਜ਼ਾਬਤਾ ਤੇ ਪੜਤਾ ਬਸ਼ਹਿਰਾ ਖੇਵਟ ਨੰਬਰ 1 ਲਿਖਿਆ ਹੁੰਦਾ। ਪੜਤਾ ਕੀ ਹੁੰਦਾ ਹੈ? ਪੜਤਾ ਹੁੰਦਾ ਹੈ ਮਤਲਬ ਕਿ ਰੇਟ ਆਫ ਮਾਮਲਾ ਲਾਉਣ ਦੀ ਦਰ ਕੀ ਹੈਗੀ ਹੈ, ਉਹਨੂੰ ਰੇਟ ਕਿਹਾ ਜਾਂਦਾ, ਉਹਨੂੰ ਪੜਤਾ ਕਿਹਾ ਜਾਂਦਾ। ਤਰੀਕਾਵਾਸ਼ ਮਾਮਲਾ ਲਗਾਉਣ ਦਾ ਢੰਗ ਕੀ ਹੈ। ਰਹਿਣਸਾਨੀ ਕੋਈ ਜ਼ਮੀਨ ਪਹਿਲਾਂ ਕਿਸੇ ਦੇ ਪਾਸ ਰਹਿਣ ਹੋਵੇ, ਉਸ ਨੂੰ ਫੱਕ ਕਰਾਏ ਬਿਨਾਂ ਕਿਸੇ ਦੂਜੇ ਕੋਲ ਰਹਿਣ ਕਰ ਦਿੱਤੇ ਦੇਣ ਨੂੰ ਅਸੀਂ ਰਹਿਣਸਾਨੀ ਕਹਿੰਦੇ ਹਾਂ। ਰਹਿਣਦਾਰ ਰਹਿਣ ਮੁਰਤਨ ਆਪਣਾ ਹੱਕ ਕਿਸੇ ਦੂਜੇ ਪਾਸ ਰਹਿਣ ਕਰ ਦੇਵੇ, ਉਸ ਨੂੰ ਰਹਿਣਦਾਰ ਰਹਿਣ ਕਿਹਾ ਜਾਂਦਾ ਹੈ। ਯਾਨੀ ਕਿ ਵਿਚਕਾਰਲਾ ਜਿਹੜਾ ਪਹਿਲਾ ਮੁਰਤਨ ਹੈ ਉਹ ਨਿਕਲ ਗਿਆ ਵਿੱਚੋਂ। ਰਹਿਣ ਕੌਣ ਹੁੰਦਾ ਹੈ? ਜਿਹੜਾ ਗਹਿਣੇ ਜ਼ਮੀਨ ਪਾਉਂਦਾ ਹੈ। ਜਿਹੜਾ ਮੁਰਤਨ ਹੁੰਦਾ ਉਹ ਜਿਹੜਾ ਜ਼ਮੀਨ ਗਹਿਣੇ ਲੈਂਦਾ ਹੈ। ਬਾਇਆ ਵੇਚਣ ਵਾਲਾ, ਮੁਸ਼ਤਰੀ ਖਰੀਦਦਾਰ। ਵਾਹਬ ਦਾਨ ਦੇਣ ਵਾਲਾ ਤੇ ਮੁਹਵਿਲਾ ਦਾਨ ਲੈਣ ਵਾਲਾ। ਹਿਬਾ ਦਾਨ ਜਾਂ ਪੁੰਨ ਨੂੰ ਹਿਬਾ ਕਹਿ ਦਿੰਦੇ ਹਾਂ। ਮੁਹੱਬਾ ਹੁੰਦੀ ਹੈ ਜਿਹੜੀ ਹਿਬਾ ਕੀਤੀ ਹੋਈ ਜਿਹੜੀ ਲੈਣ ਹੁੰਦੀ ਉਹਨੂੰ ਮੁਹੱਬਾ ਕਹਿ ਦਿੰਦੇ ਹਾਂ। ਬੈ ਵੇਚਣਾ, ਫਾਕੁਲ ਰਹਿਣ ਜਿਹੜੀ ਪਹਿਲਾਂ ਜ਼ਮੀਨ ਕਿਤੇ ਗਹਿਣੇ ਕੀਤੀ ਸੀ ਉਹਨੂੰ ਵਕਤ ਕਰਾ ਲੈਣਾ। ਆੜ ਰਹਿਣ ਬੈਂਕਾਂ 'ਚ ਕਰਦੇ ਆ। ਤਕਾਵੀ ਸਰਕਾਰੀ ਕਰਜ਼ੇ ਨੂੰ ਤਕਾਵੀ ਕਿਹਾ ਜਾਂਦਾ ਹੈ। ਕੁਰਕੀ ਅਟੈਚਮੈਂਟ ਹੁੰਦੀ ਹੈ ਜੀ। ਹਾਕਮਾਨ ਸ਼ਲਫ ਇਹ ਕੀ ਵਰਡ ਹੈਗਾ? ਹਾਕਮਾਨ ਸ਼ਲਫ ਪੁਰਾਣੇ ਜ਼ਮਾਨੇ ਦੇ ਜਿਹੜੇ ਹਾਕਮ ਸੀਗੇ ਉਹਨੂੰ ਹਾਕਮਾਨ ਸ਼ਲਫ। ਜਰੇ ਸੰਬੰਧ ਬੈ ਦੀ ਰਕਮ ਨੂੰ ਜਰੇ ਸੰਬੰਧ ਕਿਹਾ ਜਾਂਦਾ ਹੈ। ਜਰੇ ਰਹਿਣ ਦੀ ਰਕਮ ਨੂੰ ਜਰੇ ਰਹਿਣ ਕਹਿੰਦੇ ਹਾਂ ਅਸੀਂ। ਜਰੇ ਡਿਗਰੀ ਦੀ ਜਿਹੜੀ ਰਕਮ ਹੁੰਦੀ ਹੈ ਉਹਨੂੰ ਵੀ ਜਰੇ ਡਿਗਰੀ ਕਿਹਾ। ਤਮਲੀਕ ਮਲਕੀਤ ਦੇਣਾ। ਪਟਾ ਦਵਾਸੀ ਹਮੇਸ਼ਾ ਲਈ ਪਟੇ ਦੇ ਦੇਣਾ। ਇੱਕ ਵਰਡ ਹੁੰਦਾ ਰਹਿਣ ਮੁਸਤਾਜਰੀ। ਰਹਿਣ ਮੁਸਤਾਜਰੀ ਜ਼ਮੀਨ ਨੂੰ ਕੁਝ ਸਮੇਂ ਦੇ ਲਈ ਦੂਜੇ ਵਿਅਕਤੀ ਦੇ ਪਾਸ ਰਹਿਣ ਕਰਕੇ ਕਬਜ਼ਾ ਦੇ ਦੇਣਾ। ਮਿਆਦ ਖਤਮ ਹੋਣ ਤੋਂ ਬਾਅਦ ਇਹ ਜ਼ਮੀਨ ਆਪਣੇ ਆਪ ਫਰਕ ਹੋ ਜਾਂਦੀ ਹੈ। ਰਹਿਣ ਮੁਸਤਾਜਰੀ। ਮਸੰਨਾ ਕੀ ਹੁੰਦਾ ਜੀ? ਕੋਈ ਪੇਪਰ ਗੁੰਮ ਗਿਆ, ਕੋਈ ਇੰਤਕਾਲ ਗੁੰਮ ਗਿਆ, ਜਦੋਂ ਪੇਪਰ ਨੂੰ ਦੁਬਾਰਾ ਕ੍ਰੀਏਟ ਕਰਦੇ ਹਾਂ ਅਸੀਂ, ਠੀਕ ਹੈ, ਉਹਨੂੰ ਕਹਿੰਦੇ ਆ ਮਸੰਨਾ। ਰਹਿਣ ਦਾ ਕਬਜ਼ਾ ਜਦੋਂ ਰਹਿਣ ਵੀ ਦਈਏ ਤੇ ਨਾਲ ਕਬਜ਼ਾ ਵੀ ਦੇ ਦਈਏ। ਕਿਸੇ ਵਿਅਕਤੀ ਨੂੰ ਰੁਪਇਆ ਲੈ ਕੇ ਜ਼ਮੀਨ ਦਾ ਕਬਜ਼ਾ ਦੇ ਦੇਣਾ। ਰੁਪਇਆ ਵਾਪਸ ਹੁੰਦੇ ਜ਼ਮੀਨ ਫੱਕੁਲ ਰਹਿਣ ਹੋ ਜਾਂਦੀ ਹੈ। ਜਿਹੜਾ ਮੁਸ਼ਤਰੀ ਹੁੰਦਾ ਹੈਗਾ, ਮੁਰਤਨ ਹੁੰਦਾ ਹੈਗਾ, ਉਹ ਸੂਦ ਦੇ ਬਦਲੇ ਦੇ ਵਿੱਚ, ਵਿਆਜ ਦੇ ਬਦਲੇ ਜਿਹੜੀ ਜ਼ਮੀਨ ਹੈ ਉਹਦੀ ਪੈਦਾਵਾਰ ਖਾ ਲੈਂਦਾ। ਰਹਿਣ ਵੇਲਾ ਕਬਜ਼ਾ ਬਗੈਰ ਕਬਜ਼ਾ ਦਿੱਤੇ ਜ਼ਮੀਨ ਗਹਿਣੇ ਪਾ ਦੇਣਾ। ਇਹਦੇ ਵਿੱਚ ਫਿਰ ਕੀ ਹੁੰਦਾ? ਜਿਹੜਾ ਮੁਰਤਨ ਹੁੰਦਾ ਉਹ ਵਿਆਜ ਲੈ ਲੈਂਦਾ। ਰਹਿਣ ਵਾਲਾ ਕਬਜ਼ਾ ਦੇ ਵਿੱਚ ਵਿਆਜ ਨਹੀਂ ਲੈਂਦਾ। ਇੰਨੀ ਫਰਕ ਹੁੰਦਾ ਦੋਹਾਂ 'ਚ। ਉਹ ਤੇ ਜ਼ਮੀਨ ਦੀ ਉਪਜ ਖਾਂਦਾ ਹੈ, ਕਬਜ਼ਾ ਲੈ ਕੇ ਜ਼ਮੀਨ ਦੀ ਉਪਜ ਖਾ ਲੈਂਦਾ ਹੈ, ਵਿਆਜ ਨਹੀਂ ਲੈਂਦਾ। ਰਹਿਣ ਵਾਲਾ ਕਬਜ਼ਾ ਦੇ ਵਿੱਚ, ਠੀਕ ਹੈ, ਰਹਿਣ ਦੀ ਰਕਮ ਦਿੰਦਾ ਹੈ, ਕਬਜ਼ਾ ਨਹੀਂ ਲੈਂਦਾ ਪਰ ਵਿਆਜ ਲੈਂਦਾ ਉਹਦੇ ਤੋਂ। ਜੋਟ ਰਕਬਾ ਮਰਹੂਨਾ ਕੀ ਹੁੰਦਾ ਹੈ? 4-5 ਖਤੌਨੀਆਂ ਰਹਿੰਦੀਆਂ ਹੈਗੀਆਂ। 4-5 ਬੰਦਿਆਂ ਨੇ ਅਲੱਗ-ਅਲੱਗ ਜਗ੍ਹਾ ਤੇ ਇੱਕੋ ਹੀ ਖੇਵੜ ਦੇ ਵਿੱਚ 4-5 ਬੰਦਿਆਂ ਕੋਲੇ ਕੋਈ ਜ਼ਮੀਨ ਗਹਿਣੇ ਹੈਗੀ ਆ। ਕਿਸੇ ਕੋਲੇ ਕੋਈ ਕਿੱਲਾ, ਕਿਸੇ ਕੋਲ 2 ਕਿੱਲੇ, ਕਿਸੇ ਕੋਲ 4 ਕਿੱਲੇ। ਉਹਨਾਂ ਸਾਰਾ ਜਿਹੜਾ ਜੋੜ ਹੁੰਦਾ ਹੈ ਉਹਨੂੰ ਜੋੜ ਰਕਬਾ ਮਰਹੂਨਾ ਕਹਿ ਦਿੰਦੇ ਆ। ਰਹਿਣ ਕੀਤੇ ਹੋਏ ਰਕਬੇ ਦਾ ਜੋੜ। ਜੋੜ ਮੈਂ ਮਰਹੂਨਾ ਬਿਲਾ ਰਹਿਣ ਅਤੇ ਰਹਿਣ ਕੀਤੇ ਹੋਏ ਰਕਬੇ ਦੇ ਜਿਹੜੇ ਟੋਟਲ ਜੋੜ ਨੂੰ ਸੀ ਜੋੜ ਮੈਂ ਮਰਹੂਨਾ ਕਹਿੰਦਾ। ਸਮੇਤ ਰਹਿਣ ਕੀਤਾ, ਸਮੇਨ ਮਾਲਕੀ। ਜੋੜ ਰਕਬਾ ਮਵਬੀਆਂ। ਜੋੜ ਰਕਬਾ ਮੁਸ਼ਤੀਆਂ ਵੀ ਕਹਿ ਦਿੰਦੇ ਆ, ਜੋੜ ਰਕਬਾ ਮਵਬੀਆਂ ਵੀ ਕਿਹਾ ਗਿਆ। ਇੱਥੇ ਖਾਨਾ ਕਾਸ਼ਤ ਵਿੱਚ ਜਿਹੜਾ ਰਕਬਾ ਬੈ ਕੀਤਾ ਹੈ ਹੁੰਦਾ ਹੈ ਉਹਦਾ ਜੋੜ ਲਾ ਕੇ ਵੀ ਦੇਖੀਏ ਤਾਂ ਉਸਨੂੰ ਜੋੜ ਮੁਸ਼ਤੀਆਂ ਕਿਹਾ ਜਾਂਦਾ ਹੈ, ਪਰ ਜੋੜ ਮਵਬੀਆਂ ਵੀ ਕਹਿ ਦਿੰਦੇ ਆ।
ਚੱਕ ਤਸ਼ਖੀਸ਼, ਆਮ ਤੌਰ ਤੇ ਤੁਸੀਂ ਵਰਡ ਸੁਣਦੇ ਹੋਵੋਗੇ। ਚੱਕ ਤਸ਼ਖੀਸ਼ ਕੀ ਹੁੰਦੀ ਹੈ? ਸਰਕਾਰ ਮਾਮਲਾ ਲਾਉਣ ਦੀ ਗਰਜ ਦੇ ਲਈ ਅੱਛੀ ਬੁਰੀ ਕਿਸਮ ਦੀ ਇੱਕ ਤਰ੍ਹਾਂ ਦੀ ਜ਼ਮੀਨ ਦੇ ਪਿੰਡ ਦਾ ਅਲੱਗ ਗਰੁੱਪ ਬੰਦੋਬਸਤ ਦੇ ਸਮੇਂ ਬਣਾਉਂਦੀ ਹੈ। ਐਸੇ ਪਿੰਡਾਂ ਦੇ ਗਰੁੱਪ ਨੂੰ ਚੱਕ ਤਸ਼ਖੀਸ਼ ਕਿਹਾ ਜਾਂਦਾ ਹੈ। ਸੈਟਲਮੈਂਟ ਸਰਕਲ, ਠੀਕ ਹੈ ਜੀ। ਚੱਕ ਤਸ਼ਖੀਸ਼ ਵੀ ਕਹਿ ਦਿੰਦੇ ਆ, ਸਰਕਲ ਵੀ, ਸੈਟਲਮੈਂਟ ਸਰਕਲ ਵੀ ਕਹਿ ਦਿੰਦੇ ਆ। ਮੁਰਤਿਨ ਮੁਸਤਾਜਰ ਜਾਂ ਮੁਰਤਨ ਮਿਆਦੀ, ਉਹ ਵਿਅਕਤੀ ਜਿਸ ਦੇ ਪਾਸ ਕੁਝ ਸਮੇਂ ਦੇ ਲਈ ਕਿਸੇ ਦੂਜੇ ਵਿਅਕਤੀ ਦੀ ਜ਼ਮੀਨ ਰਹਿਣ ਹੋਵੇ, ਉਹਨੂੰ ਮੁਰਤਨ ਮੁਸਤਾਜਰ ਜਾਂ ਮੁਰਤਨ ਮਿਆਦੀ ਕਹਿ ਦਿੰਦੇ ਆ। ਜਮਾ ਗੈਰ ਮੁਸਤਕਿਲ ਮਾਮਲੇ ਨੂੰ ਆਖਦੇ ਨੇ, ਇਹ ਫਸਲ ਬਦਲਦਾ ਰਹਿੰਦਾ ਹੈ। ਗੈਰ ਮੁਸਤਕਿਲ, ਦੇਖੋ ਆਪਾਂ ਪੜ੍ਹਿਆ ਸੀ ਪਹਿਲਾਂ, ਬਹੁਤ ਵਾਰੀ ਪੜ੍ਹਿਆ ਹੈਗਾ ਵੀ ਪੱਕੇ ਤੌਰ ਤੇ ਕੀਤਾ ਗਿਆ ਮਾਮਲਾ। ਅਸੈਸਮੈਂਟ, ਉਹ ਅਸੈਸਮੈਂਟ ਜਿੱਥੇ ਮਾਮਲਾ ਫਿਕਸ ਹੁੰਦਾ ਹੈ, ਠੀਕ ਹੈ, ਉਹਨੂੰ ਅਸੀਂ ਕਹਿ ਦਿੰਦੇ ਆ ਮੁਸਤਕਿਲ ਮਾਮਲਾ। ਇੱਥੇ ਵਰਡ ਯੂਜ਼ ਕੀਤਾ ਗਿਆ ਜਮਾ ਗੈਰ ਮੁਸਤਕਿਲ ਮਾਮਲੇ ਨੂੰ ਆਖਦੇ ਨੇ, ਇਹ ਜਿਹੜਾ ਫਸਲ ਬਦਲਦਾ ਰਹਿੰਦਾ ਹੈ। ਇਹ ਜਿਹੜਾ ਹੈਗਾ ਜਿਵੇਂ ਵੀ ਉਸ ਵੇਲੇ ਸੈਟਲਮੈਂਟ ਹੋਈ ਹੁੰਦੀ ਹੈ, ਉਸ ਵੇਲੇ ਜਿਹੜਾ ਗੈਰ ਮੁਸਤਕਿਲ ਮਾਮਲਾ ਹੈਗਾ, ਉਹ ਫਸਲ ਦੇ ਮੁਤਾਬਕ ਸਾਲ ਬਾਅਦ 2 ਸਾਲ ਬਾਅਦ ਜੋ ਵੀ ਫੈਸਲਾ ਕੀਤਾ ਗਿਆ ਹੁੰਦਾ ਡਿਪਾਰਟਮੈਂਟ ਵੱਲੋਂ, ਉਦੋਂ ਉਹ ਘੱਟ ਵੱਧ ਸਕਦਾ ਹੁੰਦਾ ਹੈ। ਜਿੱਥੇ ਮਾਮਲਾ ਗੈਰ ਮੁਸਤਕਿਲ ਹੁੰਦਾ ਹੈ, ਉੱਥੇ ਦੁਬਾਰਾ ਰੀਅਸੈਸਮੈਂਟ ਦੀ ਲੋੜ ਨਹੀਂ ਪੈਂਦੀ। ਜੇ ਕਿਤੇ ਆਪਾਂ ਨੂੰ ਰੀਅਸੈਸਮੈਂਟ ਦੀ, ਜਿੱਥੇ ਪੱਕੇ ਮਾਮਲੇ ਲੱਗੇ ਹੋਏ ਹੁੰਦੇ ਆ, ਉੱਥੇ ਰੀਅਸੈਸਮੈਂਟ ਕਰਨ ਦੀ ਜ਼ਰੂਰਤ ਪੈ ਜਾਂਦੀ ਹੈ। ਜਿੱਥੇ ਕਿਤੇ ਜਿਹੜੀ ਜ਼ਮੀਨ ਹੁੰਦੀ ਹੈ, ਉਹਦਾ ਕੋਈ ਨਾ ਕਿਸੇ ਕਾਰਨ ਜਾਂ ਦਰਿਆਵਾਂ 'ਚ ਰੁੜ ਜਾਂਦੀ ਹੈ, ਜਾਂ ਫਿਰ ਕਿਸੇ ਨਾ ਕਿਸੇ ਕਾਰਨ ਤਰੀਕੇ ਦੇ ਨਾਲ ਉਹ ਮਤਲਬ ਕਿ ਟਿੱਬਿਆਂ ਦੇ ਰੂਪ 'ਚ ਬਦਲ ਜਾਂਦੀ ਹੈ। ਪਰ ਜਿੱਥੇ ਕਿਤੇ ਇੱਦਾਂ ਦੇ ਹਾਲਾਤ ਬਦਲਦੇ ਰਹਿੰਦੇ ਨੇ, ਉੱਥੇ ਜਿਹੜਾ ਸੈਟਲਮੈਂਟ ਡਿਪਾਰਟਮੈਂਟ ਵੱਲੋਂ ਪਹਿਲਾਂ ਹੀ ਇਹ ਇੰਤਜ਼ਾਮ ਕਰ ਦਿੱਤਾ ਜਾਂਦਾ ਹੈ ਵੀ ਇੰਨੇ ਸਾਲਾਂ ਬਾਅਦ ਇਹ ਜ਼ਮੀਨ ਇੱਦਾਂ ਖਰਾਬ ਹੁੰਦੀ ਹੈ, ਤੇ ਇਸ ਕਰਕੇ ਇੰਨੇ ਸਾਲਾਂ ਬਾਅਦ ਜਿਹੜਾ ਇਹਦਾ ਮਾਮਲਾ ਹੈਗਾ ਘਟ ਜਾਏਗਾ, ਇੰਨੇ ਸਾਲਾਂ ਬਾਅਦ ਫਿਰ ਮਾਮਲਾ ਵੱਧ ਜਾਏਗਾ। ਇਸ ਕਰਕੇ ਇਸ ਨੂੰ ਗੈਰ ਮੁਸਤਕਿਲ ਤੇ ਮੁਸਤਕਿਲ ਜਿਹੜਾ ਮਾਮਲਾ ਹੁੰਦਾ, ਇਹਦਾ ਮਤਲਬ ਇਹ ਹੁੰਦਾ ਹੈ। ਅੱਜ ਸਾਲ ਆਪਾਂ ਕੱਲ ਵੀ ਗੱਲ ਕੀਤੀ ਸੀ, ਜਿਹੜੀ ਪਟਵਾਰੀ ਹਲਕਾ ਵੱਲੋਂ ਬਣਾ ਕੇ ਦਿੱਤੀ ਜਾਂਦੀ ਹੈ ਨੰਬਰਦਾਰ ਨੂੰ, ਤਾਂ ਕਿ ਕਿਹੜੇ ਹੈਡ ਦੇ ਵਿੱਚ ਨੰਬਰਦਾਰ ਨੇ ਪੈਸੇ ਜਮ੍ਹਾਂ ਕਰਾਣੇ ਆ, ਉਹ ਜਾ ਕੇ ਆਪਣੇ ਉਹਦੇ ਕੋਲੇ ਵਾਸਲਬਾਗ ਇਨਵੀਸ ਕੋਲੇ ਜਾਂਦਾ ਹੈ। ਸ਼ਾਹ ਨਵੀਸ ਵੀ ਕਹਿ ਦਿੰਦੇ ਆ, ਵਾਸਲਬਾਗ ਇਨਵੀਸ ਵੀ ਕਹਿ ਦਿੰਦੇ ਆ, ਤਹਿਸੀਲ ਰੈਵਨਿਊ ਅਕਾਊਂਟੈਂਟ ਵੀ ਕਹਿ ਦਿੰਦੇ ਆ। ਖਰੀਫ ਸੋਨੇ ਦੀ ਫਸਲ ਨੂੰ ਖਰੀਫ ਕਿਹਾ ਜਾਂਦਾ ਹੈ, ਰੱਬੀ ਦੀ ਫਸਲ ਨੂੰ ਹਾੜੀ ਕਿਹਾ ਜਾਂਦਾ ਹੈ। ਜਾਇਦ ਰੱਬੀ ਕੀ ਹੁੰਦੀ ਹੈ? ਜਾਇਦ ਰੱਬੀ ਜਿਹੜੀ ਹਾੜੀ ਦੀ ਫਸਲ ਤੋਂ ਬਾਅਦ ਹੁੰਦੀ ਹੈ, 16 ਅਪ੍ਰੈਲ ਤੋਂ, ਯਾਨੀ ਕਿ ਹਾੜੀ ਦੀ ਫਸਲ ਜਿਵੇਂ ਰਿਕਾਰਡ 'ਚ ਪਹਿਲਾਂ ਹੁਣ ਤੱਕ ਕੁਝ ਅਮੈਂਡਮੈਂਟ ਹੋ ਚੁੱਕੀਆਂ ਨੇ। ਪਹਿਲਾਂ 1 ਮਾਰਚ ਤੋਂ 31 ਮਾਰਚ ਤੱਕ ਹੁੰਦੀ ਸੀਗੀ ਹਾੜੀ ਦੀ ਗਿਰਦਾਵਰੀ, ਤੇ 15 ਦਿਨਾਂ ਬਾਅਦ ਜਿਹੜੀ 16 ਅਪ੍ਰੈਲ ਤੋਂ ਸਟਾਰਟ ਹੁੰਦੀ ਸੀ, ਉਹਨੂੰ ਕਹਿੰਦੇ ਸੀ ਜਾਇਦ ਰੱਬੀ। ਇਸੇ ਤਰੀਕੇ ਜਾਇਦ ਖਰੀਬ ਵੀ ਹੁੰਦੀ ਹੈ। ਜਾਇਦ ਖਰੀਬ ਵੀ ਫਿਰ ਜਾ ਕੇ 15 ਨਵੰਬਰ ਤੋਂ ਸਟਾਰਟ ਹੋ ਜਾਂਦੀ ਹੈ। 1 ਅਕਤੂਬਰ ਤੋਂ 31 ਨਵੰਬਰ ਤੱਕ ਗਿਰਦਾਵਰੀ ਹੁੰਦੀ ਸੀਗੀ, ਤੇ 15 ਨਵੰਬਰ ਤੋਂ। ਹੁਣ ਇਹ ਚੀਜ਼ਾਂ ਆਪਸੀ ਕਾਫੀ ਕੰਟਰਾਡਿਕਟ ਹੋ ਗਈਆਂ, ਜਦੋਂ ਕੁਝ ਅਮੈਂਡਮੈਂਟ ਹੋਣ ਦੇ ਨਾਲ ਗਿਰਦਾਵਰੀ ਦੇ ਜਿਹੜੇ ਟਾਈਮ ਹੈਗੇ ਉਹ ਬਦਲ ਗਏ। ਫਿਰ ਕੁਝ ਚੀਜ਼ਾਂ ਜਿਹੜਾ ਲਾਅ ਦੇ ਨਾਲ, ਠੀਕ ਹੈ, ਇਹਦੇ ਨਾਲ ਕਾਫੀ ਚੇਂਜ ਦੀ ਲੋੜ ਹੈਗੀ ਹੈ। ਵਸੀਕਾ ਰਜਿਸਟਰੀ ਨੂੰ ਕਹਿੰਦੇ ਆ। ਲਗਾਨ ਨਕਦੀ ਕੀ ਹੁੰਦਾ ਹੈ? ਰੁਪਇਆਂ ਦੀ ਸ਼ਕਲ ਦੇ ਵਿੱਚ ਜੇ ਜ਼ਮੀਨ ਦਾ ਚੁਕੌਤਾ ਦਿੱਤਾ ਜਾਂਦਾ ਹੈ ਤਾਂ ਉਸਨੂੰ ਲਗਾਨ ਨਕਦੀ ਕਹਿੰਦੇ ਆ। ਲਗਾਨ ਨਕਦੀ ਵੀ ਹੁੰਦਾ ਹੈ, ਲਗਾਨ ਇਨ ਕਾਇੰਡ ਵੀ ਹੁੰਦਾ ਹੈ, ਲਗਾਨ ਇਨ ਸਰਵਿਸ ਵੀ ਹੁੰਦਾ ਹੈ। ਕੋਈ ਵਿਅਕਤੀ ਆਪਦੀ ਸਰਵਿਸ ਦੇ ਕੇ ਵੀ ਲਗਾਨ ਅਦਾ ਕਰ ਸਕਦਾ ਹੈ, ਕੰਮ ਕਰਕੇ, ਠੀਕ ਹੈ। ਕੋਈ ਵਿਅਕਤੀ ਹਿੱਸਾ ਦੇ ਕੇ, ਫਸਲ ਦਾ ਹਿੱਸੇ 'ਚੋਂ ਹਿੱਸਾ ਦੇ ਕੇ ਲਗਾਨ ਦੇ ਸਕਦਾ ਹੈ। ਇੱਥੇ ਲਗਾਨ ਨਕਦੀ ਦੀ ਗੱਲ ਕੀਤੀ ਗਈ ਹੈ। ਲਗਾਨ ਨਕਦੀ ਹੁੰਦਾ ਜਿਹੜਾ ਕੈਸ਼ ਵਿੱਚ ਪੈਸੇ ਦਿੰਦੇ ਆ। ਲਗਾਨ ਜਿੰਸ ਵਿੱਚੋਂ ਸ਼ੇਅਰ ਦੇਣਾ, ਉਹਨੂੰ ਲਗਾਨ ਜਿੰਸੀ ਕਹਿ ਦਿੰਦੇ ਆ। ਖੂਹ ਹੁੰਦਾ, ਇਫਤਾਦਾ ਖੂਹ ਕਿਹਾ ਗਿਆ। ਇਫਤਾਦਾ ਖੂਹ ਆਮ ਵਰਡ ਯੂਜ਼ ਕੀਤਾ ਜਾਂਦਾ, ਜਿਹੜਾ ਖੂਹ ਢਹਿ ਜੇ, ਗਿਰ ਜਾਵੇ, ਨਕਾਰਾ ਹੋ ਜਾਵੇ, ਉਹਨੂੰ ਇਫਤਾਦਾ ਖੂਹ ਕਿਹਾ ਜਾਂਦਾ। ਆਪਾਸ਼ ਰਕਬਾ, ਜਿਸ ਰਕਬੇ ਨੂੰ ਪਾਣੀ ਲੱਗਦਾ ਹੋਵੇ। ਗੈਰ ਆਪਾਸ਼, ਇਹਨੂੰ ਪਾਣੀ ਨਾ ਲੱਗਦਾ ਹੋਵੇ। ਮਜ਼ਰੂਆ ਰਕਬਾ ਕਿਹੜਾ ਹੁੰਦਾ ਹੈ? ਜਿਹੜਾ ਵਗਦਾ ਹੋਵੇ। ਗੈਰ ਮਜਰੂਆ, ਵਗਦਾ ਮਤਲਬ ਜਿੱਥੇ ਵਾਹੀ ਹੁੰਦੀ ਹੋਵੇ, ਇਹ ਕਿਹਾ, ਇਹਦਾ ਮਤਲਬ ਇਹ ਹੈ। ਗੈਰ ਮਜਰੂਆ ਜਿੱਥੇ ਵਾਹੀ ਨਾ ਹੁੰਦੀ ਹੋਵੇ। ਸੇਦਾ, ਜਿੱਥੇ 3 ਪਿੰਡਾਂ ਦੀ ਹੱਦਾਂ ਟੱਕਰਦੀਆਂ, ਉਹਨੂੰ ਸੇਦਾ ਕਹਿੰਦੇ ਆ। ਜਿਹੜਾ ਨਸਬ, ਪਿੰਡ ਦੇ ਖਾਨਦਾਨ ਦਾ ਰਕਬਾ, ਨਕਸ਼ਾ,
ਜਿਹਨੂੰ ਕੁਰਸੀਨਾਮਾ ਵੀ ਕਹਿ ਦਿੰਦੇ ਆ। ਇੰਗਲਿਸ਼ 'ਚ ਅਸੀਂ ਕਹਿੰਦੇ ਨੇ ਪੈਡੀਗਰੀ ਟੇਬਲ। ਪਿੰਸ਼ਖਵਾਰ, ਪਿੰਸ਼ਖਵਾਰ ਕੌਣ ਹੁੰਦਾ ਹੈ? ਪੈਨਸ਼ਨ ਲੈਣ ਵਾਲਾ ਵਿਅਕਤੀ। ਪਿੰਡ ਦੇ ਜਿਹੜੇ ਪੈਨਸ਼ਨ ਲੈਣ ਵਾਲੇ ਵਿਅਕਤੀ ਨੇ ਉਹਨੂੰ ਅਸੀਂ ਪਿੰਸ਼ਖਵਾਰ ਕਹਿ ਦਿੰਦੇ ਹਾਂ। ਗੋਸ਼ਵਾਰਾ ਜਿੰਸਵਾਰ ਕੀ ਹੁੰਦਾ ਹੈ? ਜਿੰਸਵਾਰ ਜਦੋਂ ਅਸੀਂ ਗਰਦੌਰੀ ਕਰਦੇ ਹਾਂ, ਹਾੜੀ ਦੀ ਕਰਦੇ ਹਾਂ, ਚਾਹੇ ਸੌਣ ਦੀ ਕਰਦੇ ਹਾਂ, ਉਸ ਵੇਲੇ ਜਿਹੜਾ ਫਸਲਾਂ ਦਾ ਜੋੜ ਲੱਗਦਾ ਹੈ ਪੂਰੇ ਪਿੰਡ ਦੇ ਵਿੱਚ, ਕਿਹੜੀ ਫਸਲ ਕਿਹੜੀ ਹੋਈ ਸੌਣੀ ਵੇਲੇ, ਜਿਵੇਂ ਜੀਰੀ ਕਿੰਨੀ ਹੋਈ, ਠੀਕ ਹੈ, ਮੱਕੀ ਵਗੈਰਾ ਕਿੰਨੀ ਹੋਈ, ਚਰੀ ਵਗੈਰਾ ਕਿੰਨੀ ਹੋਈ, ਚਾਰਾ ਕਿੰਨਾ ਹੋਇਆ, ਇਹ ਜਿਹੜਾ ਜੋੜ ਹੁੰਦਾ ਹੈ ਉਸਨੂੰ ਗੋਸ਼ਵਾਰਾ ਕਹਿ ਦਿੰਦੇ ਆ। ਆਜ਼ਾਦੀ ਜਰ ਰਹਿਣ, ਪਹਿਲਾਂ ਰਹਿਣ ਕੀਤੀ ਹੋਈ ਜ਼ਮੀਨ ਤੇ ਉਸ ਮੁੜਤਨ ਪਾਸੋਂ ਹੋਰ ਰੁਪਈਆ ਦੁਬਾਰਾ ਲੈਣਾ। ਇੱਕ ਵਿਅਕਤੀ ਕੋਲੇ ਪਹਿਲਾਂ ਹੀ ਜ਼ਮੀਨ ਗਹਿਣੇ ਹੈਗੀ ਹੈ, ਠੀਕ ਹੈ, ਉਹ ਜਿਹੜਾ ਗਹਿਣੇ ਦੇਣ ਵਾਲਾ ਬੰਦਾ ਹੈਗਾ, ਇਹ ਮੈਨੂੰ ਤਾਂ ਹੋਰ ਪੈਸੇ ਚਾਹੀਦੇ ਨੇ, ਉਸੇ ਜ਼ਮੀਨ ਦੇ ਉੱਪਰ ਹੋਰ ਪੈਸੇ ਦੇ ਦੇਣੇ ਮੁੜਤਨ ਵੱਲੋਂ, ਉਹਨੂੰ ਕਹਿ ਦੇਣਾ ਆਜ਼ਾਦੀ ਜਰ ਰਹਿਣ। ਥੂਰ ਕੀ ਹੁੰਦਾ? ਥੂਰ ਜਦੋਂ ਜ਼ਮੀਨ ਦੇ ਉੱਪਰ ਸਫੇਦ ਸਫੇਦ ਜਾਂ ਕਲਰ ਜਿਹਾ ਆ ਜਾਂਦਾ ਹੈ, ਦੇਖਿਆ ਹੋਊਗਾ ਤੁਸੀਂ ਤਾਂ ਸਾਰਿਆਂ ਨੇ, ਜਿਹੜੇ ਉਹਨੂੰ ਅਸੀਂ ਥੋਰ ਕਹਿ ਦਿੰਦੇ ਆ। ਕਲਰ ਵੀ ਕਹਿ ਦਿੰਦੇ ਆ, ਥੋਰ ਵੀ ਕਹਿ ਦਿੰਦੇ ਆ। ਮੁਲਤਵੀਸ਼ੁਦਾ ਮਾਮਲਾ, ਜਦੋਂ ਮਾਮਲੇ ਨੂੰ ਅਸੀਂ ਮੁਲਤਵੀ ਕਰ ਦਿੰਦੇ, ਸਸਪੈਂਡ ਕਰ ਦਿੰਦੇ ਆ ਕਿਸੇ ਕਾਰਨ, ਜਦੋਂ ਕਿਤੇ ਹੜ੍ਹ ਆ ਜਾਂਦੇ ਆ, ਫਲੱਡ ਆ ਜਾਂਦੇ ਨੇ, ਠੀਕ ਹੈ, ਕਿਤੇ ਗੜੇ ਪੈ ਗਏ, ਮਾਮਲੇ ਦੀ ਵਸੂਲੀ ਬੰਦ ਕਰਕੇ ਅਸੀਂ ਉਸ ਨੂੰ ਫਾਦਰ ਟਾਈਮ ਬਿੰਗ ਮੁਲਤਵੀ ਕਰ ਦਿੰਦੇ ਆ, ਉਸ ਨੂੰ ਮੁਲਤਵੀਸ਼ੁਦਾ ਮਾਮਲਾ ਕਹਿੰਦੇ ਆ। ਕਨਕੂਤ ਕੀ ਹੁੰਦਾ ਜੀ? ਇਹ ਵਰਡ ਵੀ ਕਈ ਵਾਰੀ ਆ ਜਾਂਦਾ ਹੈ ਤੁਹਾਡੇ। ਕਨਕੂਤ, ਜਦੋਂ ਖੜੀ ਫਸਲ ਹੈਗੀ ਹੈ ਉਹਦਾ ਅੰਦਾਜ਼ਾ ਲਗਾਉਣਾ ਵੀ ਇਸ ਫਸਲ ਚੋਂ ਕਿੰਨੀ ਪੈਦਾਵਾਰ ਹੋਏਗੀ, ਠੀਕ ਹੈ। ਜਦੋਂ ਅਸੀਂ ਕਬਜ਼ਾ ਕਾਰਵਾਈ ਕਰਨ ਦੇ ਲਈ ਜਾਂਦੇ ਹਾਂ, ਕਬਜ਼ਾ ਕਰਨ ਵੇਲੇ ਇਹ ਚੀਜ਼ ਦੀ ਲੋੜ ਪੈਂਦੀ ਹੈ ਤਾਂ ਜਿਹੜਾ ਮੁਆਵਜ਼ਾ ਹੈਗਾ ਉਹ ਉਸ ਨੂੰ ਜਿਹਨੇ ਫਸਲ ਬੀਜੀ ਹੁੰਦੀ ਹੈ ਉਸ ਨੂੰ ਦਵਾਇਆ ਜਾ ਸਕੇ। ਇਹ ਕਨੁਕਾਤ ਦੀ ਸਹਾਇਤਾ ਨਾਲ, ਕਨੁਕਾਤ ਮਤਲਬ ਕਿ ਅੰਦਾਜ਼ਾ ਲਗਾਉਣਾ ਵੀ ਫਸਲ ਕਿੰਨੀ ਹੈ, ਕਿੰਨੀ ਪੇਮੈਂਟ ਬਣਦੀ ਇਹਦੀ, ਕਿੰਨੇ ਪੈਸੇ ਦਿਵਾਣੇ ਬਣਦੇ ਹੈਗੇ। ਤਹਿਰੀਜ਼ ਕੀ ਹੁੰਦੀ ਹੈ? ਜੋੜ, ਪੰਨੇਵਾਰ ਜੋੜ। ਪੰਨਿਆਂ ਤੇ ਜਿਵੇਂ ਗਰਦੌਰੀ ਦਾ ਅਸੀਂ ਸਾਡੇ ਕੋਲ ਗਰਦੌਰੀ ਹੁੰਦੇ, ਕਿੰਨੇ ਪੰਨੇ ਤੇ ਕਿੰਨਾ ਰਕਬਾ ਹੈ, ਕਿੰਨੇ ਪੰਨੇ ਤੇ ਕਿੰਨਾ ਰਕਬਾ ਹੈ, ਚਾਹੀ ਕਿੰਨਾ ਹੈ, ਠੀਕ ਹੈ। ਪੰਨਿਆਂ ਦੇ ਜੋੜ ਦੇ ਨੂੰ ਜਿਹੜਾ ਹੈਗਾ ਕਿਸੇ ਪੇਪਰ ਦੇ ਉੱਪਰ ਜਦੋਂ ਅਸੀਂ ਉਹਦੀ ਲਿਸਟ ਬਣਾਉਂਦੇ ਹਾਂ ਉਹਨੂੰ ਤਹਿਰੀਜ਼ ਕਹਿ ਦਿੰਦੇ ਹਾਂ। ਪੰਨਿਆਂ ਦਾ ਜੋੜ, ਇੱਕ ਪੰਨੇ ਦਾ ਜਿਹੜਾ ਅਲੱਗ-ਅਲੱਗ ਇੱਕ ਪੰਨੇ ਨੂੰ ਕਿਸੇ ਪੇਪਰ ਤੇ ਲਿਖ ਕੇ ਉਹਦਾ ਜਦੋਂ ਅਸੀਂ ਜੋੜ ਬਣਾਉਂਦੇ ਹਾਂ ਉਹਨੂੰ ਤਹਿਰੀਜ਼ ਕਹਿ ਦਿੰਦੇ ਹਾਂ। ਪਿੰਡ ਨੂੰ ਦੇਹ ਕਿਹਾ ਜਾਂਦਾ ਜੀ, ਦੇਹ ਪਿੰਡ ਨੂੰ ਕਿਹਾ ਜਾਂਦਾ ਹੈ। ਆਬਾਦੀ ਦੇਹ ਵੀ ਕਹਿ ਸਕਦੇ ਹਾਂ, ਦੇਹ ਵੀ ਕਹਿ ਸਕਦੇ ਹਾਂ। ਮੁਸ਼ਤਰੀਬਾ ਮਨਾਦੀ ਬਜ਼ਰੀਆ ਇਸ਼ਤਿਹਾਰ ਅਤੇ ਮਨਾਦੀ ਰਾਹੀਂ ਆਮ ਵਿਅਕਤੀਆਂ ਨੂੰ ਕਿਸੇ ਕਾਰਵਾਈ ਬਾਰੇ ਸੂਚਿਤ ਕਰਨਾ, ਉਹਨੂੰ ਅਸੀਂ ਮੁਸ਼ਤਰੀਬਾ ਮਨਾਦੀ ਕਹਿੰਦੇ ਹਾਂ। ਮੁਸ਼ਤਰੀਬਾ ਮਨਾਦੀ। ਤਨਵੀਤਨਾਮਾ ਕੀ ਹੁੰਦਾ ਹੈ? ਵੈਸੇ ਤਾਂ ਇਹ ਸਾਰੀਆਂ ਡਿਟੇਲ ਮੇਰੇ ਉਹ ਜਿਹੜੀ ਬੁੱਕ ਗ੍ਰੀਨ ਵਾਲੀ ਹੈਗੀ ਆ ਉਹਦੇ 400-500 ਦੇ ਕਰੀਬ ਵਰਡ ਹੈਗੇ ਆ, ਤੁਸੀਂ ਉਹ ਵੀ ਇੱਕ ਵਾਰੀ ਪੜ੍ਹ ਲਿਓ। ਲਾਸਟ ਦੇ ਵਿੱਚ ਦਿੱਤੇ ਹੋਏ ਨੇ ਸਾਰੇ ਔਖੇ ਸ਼ਬਦਾਂ ਦੇ ਜਿਹੜੇ ਸ਼ਬਦ ਹੈਗੇ ਆ। ਤਨਬੀਅਤਨਾਮਾ, ਮੁਤਮੰਨਾ ਲੈਣਾ, ਮੁਤਮੰਨੇ ਨਾਮੇ ਨੂੰ ਅਸੀਂ ਤਨਬੀਅਤਨਾਮਾ ਕਹਿ ਦਿੰਦੇ ਹਾਂ। ਜਿਹੜਾ ਵਸੀਕਾ ਅਸੀਂ ਲਿਖਦੇ ਆ ਨਾ, ਗੋਦਨਾਮਾ, ਠੀਕ ਹੈ, ਉਸ ਨੂੰ ਤਨਬੀਅਤਨਾਮਾ ਵੀ ਕਹਿ ਸਕਦੇ ਹਾਂ ਉਰਦੂ ਦੇ ਵਿੱਚ। ਪੱਤੀਦਾਰੀ ਗੈਰ ਮੁਕੰਮਲ, ਕਦੇ ਵਰਡ ਸੁਣਿਆ ਹੋਏਗਾ, ਪੱਤੀਦਾਰੀ ਵੀ ਹੈ ਤੇ ਗੈਰ ਮੁਕੰਮਲ ਵੀ ਹੈ। ਇਹਦਾ ਕੀ ਮਤਲਬ ਹੁੰਦਾ ਹੈ? ਪੱਤੀਦਾਰੀ ਇੱਕ ਮੁਕੰਮਲ ਵੀ ਹੁੰਦੀ ਹੈ, ਇੱਕ ਪੱਤੀਦਾਰੀ ਗੈਰ ਮੁਕੰਮਲ ਵੀ ਹੁੰਦੀ ਹੈ। ਪੱਤੀਦਾਰੀ ਗੈਰ ਮੁਕੰਮਲ ਤਾਂ ਉਹ ਹੁੰਦੀ ਹੈ ਜਿੱਥੇ ਜਿਹੜੀ ਜ਼ਮੀਨ ਹੈ ਪਿੰਡ ਦੇ ਮਾਲਕਾਂ ਨੂੰ ਪੱਤੀ ਦੇ ਮੁਤਾਬਕ ਵੰਡੀ ਗਈ ਹੋਵੇ। ਪਿੰਡ ਦੇ ਮਾਲਕਾਂ ਦੀ ਜਿਹੜੀ ਜ਼ਮੀਨ ਹੈ ਪੱਤੀ ਦੇ ਮੁਤਾਬਕ ਵੰਡੀ ਗਈ ਹੋਵੇ। ਪਿੰਡ ਦੀਆਂ 4 ਪੱਤੀਆਂ ਨੇ, ਠੀਕ ਹੈ, ਚਾਰੇ ਪੱਤੀਆਂ ਦੀ ਜ਼ਮੀਨ ਵੰਡੀ ਗਈ ਪਰ ਪੱਤੀਦਾਰਾਂ ਲਈ ਕੋਈ ਸ਼ਾਮਲਾਤ ਹੀ ਨਾ ਛੱਡੀ ਗਈ ਹੋਵੇ। ਪੱਤੀਦਾਰਾਂ ਲਈ ਕੋਈ ਸ਼ਾਮਲਾਤ ਜ਼ਮੀਨ ਨਾ ਛੱਡੀ ਗਈ ਹੋਵੇ, ਉਸ ਨੂੰ ਕਹਿੰਦੇ ਨੇ ਅਸੀਂ ਪੱਤੀਦਾਰੀ ਗੈਰ ਮੁਕੰਮਲ।
ਪੱਤੀਦਾਰੀ ਮੁਕੰਮਲ ਕੀ ਹੁੰਦੀ ਹੈ? ਪੱਤੀਦਾਰੀ ਮੁਕੰਮਲ ਉਹ ਹੁੰਦੀ ਹੈ ਉਹ ਪਿੰਡ ਜਿਸ ਵਿੱਚ ਪੱਤੀਦਾਰ ਤਾਂ ਹੋਣ ਪਰ ਸ਼ਾਮਲਾਤ ਪੱਤੀ ਨਾ ਹੋਵੇ। ਸ਼ਾਮਲਾਤ ਪੱਤੀ ਦੇ ਹੋਵੇ ਹੀ ਨਾ ਸ਼ਾਮਲਾਤ ਪੱਤੀ। ਭਈਆ ਗੈਰ ਮੁਕੰਮਲ ਉਹ ਪਿੰਡ ਜਿੱਥੇ ਮਾਲਕਾਂ ਨੇ ਜ਼ਮੀਨ ਭਾਈ ਵੰਡ ਕੀਤੀ ਹੋਵੇ ਅਤੇ ਕਿਸੇ ਪੱਤੀ ਆਦਿ ਦਾ ਖਿਆਲ ਨਾ ਰੱਖਿਆ ਹੋਵੇ ਅਤੇ ਸ਼ਾਮਲਾਤ ਦੇ ਜਾਂ ਦੂਸਰੇ ਲਈ ਸਾਡਾ ਵੀ ਭਈਆ ਗੈਰ ਮੁਕੰਮਲ। ਪਿੰਡ ਦੇ ਮਾਲਕਾਂ ਨੇ ਜ਼ਮੀਨ ਵੰਡ ਲਈ ਪਰ ਪੱਤੀ ਪੁੱਤੀ ਕੋਈ ਨਹੀਂ ਰੱਖੀ ਹੈਗੀ, ਪੱਤੀ ਦੇ ਲਈ ਕੋਈ ਰਕਮ ਨਹੀਂ ਰੱਖਿਆ ਹੈਗਾ। ਹੁਣ ਆਪਾਂ ਥੋੜਾ ਇਸ ਤੋਂ ਬਾਅਦ ਕਰਾਂਗੇ ਜੀ ਮੈਥ ਤੇ ਜਾਵਾਂਗੇ। ਮੈਥ ਦੇ ਲਈ ਬੇਟੇ ਉਹ ਲਗਾਓ ਜਰਾ ਸਿਸਟਮ। ਮੈਥ ਦੇ ਲਈ ਆਪਾਂ ਕੁਝ ਏਰੀਏ ਦੇ ਕੁਐਸਚਨ ਕਰਕੇ ਦੇਖਾਂਗੇ। ਏਰੀਆ करो बेटे स्टार्ट। हाँ जी यस प्लीज़। इस तो पहला कि ਆਪਾਂ ਮੈਥ ਦੇ ਕੁਝ ਕੁਐਸਚਨ ਕਰੀਏ। ਮੈਂ ਦੋ ਕੁਐਸਚਨ ਛੱਡੇ ਸੀ ਵਿੱਚ। ਇੱਕ ਤਾਂ ਇਹ ਗੱਲ ਕੀਤੀ ਸੀ ਪਰ ਰਸਤੇ ਵਿੱਚ ਮਿਹਨਤੀ ਕਰਦੇ ਕਰਦੇ ਕੋਈ ਨਹਿਰ ਆ ਜਾਂਦੀ ਹੈ ਤਾਂ ਨਹਿਰ ਨੂੰ ਬਗੈਰ ਮਾਪੇ ਨਹਿਰ ਦੀ ਚੌੜਾਈ ਕਿੰਨੀ ਹੋਏਗੀ ਉਹ ਆਪਾਂ ਕਿਵੇਂ ਨਾਪ ਸਕਦੇ ਹਾਂ ਉਹਦੇ ਸੰਬੰਧ 'ਚ ਆਪਾਂ ਦੇਖਦੇ ਹਾਂ ਕਰਕੇ। ਸਪੋਜ਼ ਇੱਕ ਲਾਈਨ ਹੈਗੀ ਹੈ ਇੱਥੇ ਸਾਡੀ ਕੋਈ ਨਹਿਰ ਆ ਗਈ ਠੀਕ ਹੈ ਜੀ। ਇੱਥੇ ਅਸੀਂ ਪਹੁੰਚੇ। ਸਾਡੀ ਇੱਥੇ ਝੰਡੀ ਲੱਗੀ ਵੀ ਹੈਗੀ ਹੈ
ਇੱਥੋਂ ਅਸੀਂ ਆ ਜਿਹੜੀ ਨਹਿਰ ਹੈਗੀ ਹੈ, ਇਹਦੀ ਆ ਨਹਿਰ ਦਾ ਪਰਲਾ ਕਿਨਾਰਾ ਹੈ। ਕੀ ਗੱਲ ਹੈ ਵਿੱਚ, ਇਹ ਨਹਿਰ ਦਾ ਪਰਲਾ ਕਿਨਾਰਾ ਹੈ। ਕੀ ਚੱਕਰ ਹੈ, ਦੇਖਣਾ ਜਾਂ ਚੈੱਕ ਕਰਨਾ। ठीक है, ਇਹ ਨਹਿਰ ਦਾ ਦੂਜਾ ਕਿਨਾਰਾ ਹੈਗਾ ਜੀ। ਅਸੀਂ ਆ ਜਿਹੜੀ ਦੂਰੀ ਹੈਗੀ ਹੈ, ਇਹ ਕਿਨਾਰੇ ਤੋਂ ਲੈ ਕੇ ਇਸ ਕਿਨਾਰੇ ਤੱਕ ਦੀ ਦੂਰੀ ਮਾਪਣੀ ਹੈ। ਇਹ ਕਿਵੇਂ ਮਾਪਾਂਗੇ, ਬਗੈਰ ਨਹਿਰ ਦੀ ਮਾਪਾਈ ਕਰੇ। ਅਸੀਂ ਕੀ ਕਰਦੇ ਹਾਂ, ਇਹਦੇ ਲਾਈਨ ਦੇ ਨਾਲ ਨਾਲ ਇੱਕ ਲਾਈਨ ਖਿੱਚ ਲੈਂਦੇ ਹਾਂ। ਠੀਕ ਹੈ, ਇਹ ਲਾਈਨ ਖਿੱਚ ਕੇ ਅਸੀਂ ਕੀ ਕਰਦੇ ਹਾਂ, ਇੱਥੇ ਇੱਕ ਪੁਆਇੰਟ ਲਗਾ ਦਿੰਦੇ ਹਾਂ। ਪੁਆਇੰਟ ਲਗਾ ਕੇ ਫਿਰ ਇਹਦਾ ਅਸੀਂ ਹਾਫ ਕਰ ਲਾਂਗੇ, ਹਾਫ ਕਰ ਲਾਂਗੇ। ਹਾਫ ਕਰਕੇ ਅਸੀਂ ਇਸ ਪੁਆਇੰਟ ਦੇ ਉੱਪਰ ਇੱਕ 90 ਦਾ ਐਂਗਲ ਗੇਰਾਂਗੇ, ਇੱਦਾਂ। ਠੀਕ ਹੈ ਜੀ, 90 ਦਾ ਐਂਗਲ ਗਿਰਾਂਗੇ ਤੇ ਇਸ ਕਿਨਾਰੇ ਤੋਂ ਇੱਥੇ ਇੱਕ ਝੰਡੀ ਕੱਢ ਦੇਵਾਂਗੇ, ਇੱਕ ਝੰਡੀ ਇੱਥੇ ਕੱਢ ਦੇਵਾਂਗੇ ਤੇ ਇੱਕ ਝੰਡੀ ਇੱਥੇ ਕੱਢ ਦੇਵਾਂਗੇ। ਤੇ ਫਿਰ ਇੱਥੇ ਇੱਕ ਝੰਡੀ ਕੱਢੀ ਜਾਏਗੀ, ਇਸ ਕਾਰਨਰ ਦੀ ਝੰਡੀ ਕੱਢੀ ਜਾਏਗੀ। ਠੀਕ ਹੈ, ਦੈਨ ਇਹਦੀ ਇਹ ਲਾਈਨ ਦੇ ਉੱਪਰ ਜਿਹੜਾ 90 ਦਾ ਐਂਗਲ ਹੈਗਾ, ਇਹ 90 ਦਾ ਐਂਗਲ ਗੇਰ ਕੇ ਇਸ ਲਾਈਨ ਦੇ ਉੱਪਰ ਅਸੀਂ ਇੱਥੇ ਝੰਡੀ ਕੱਢ ਦੇਵਾਂਗੇ, ਇੱਕ ਝੰਡੀ ਲਾ ਦਾਂਗੇ ਇੱਥੇ। ਠੀਕ ਹੈ, ਉਸ ਤੋਂ ਬਾਅਦ ਕੀ ਕਰਾਂਗੇ, ਅਸੀਂ ਇੱਥੇ ਇੱਕ ਝੰਡੀ ਲਾਵਾਂਗੇ ਪਰਲੇ ਪਾਸੇ ਜਾ ਕੇ, ਨਹਿਰ ਦੇ ਪਰਲੇ ਕਿਨਾਰੇ ਜਾ ਕੇ ਝੰਡੀ ਲਾਵਾਂਗੇ। ਇਹ ਝੰਡੀ ਲੱਗ ਗਈ, ਦੈਨ ਅਸੀਂ ਕੀ ਕਰਨਾ, ਇਸ ਲਾਈਨ ਦੇ ਉੱਪਰ ਜਾਣਾ ਹੈ ਝੰਡੀ ਲੈ ਕੇ। ਇੱਕ ਝੰਡੀ ਇੱਥੇ ਲੱਗੀ ਵੀ ਹੈ, ਇੱਕ ਝੰਡੀ ਇੱਥੇ ਲੱਗੀ ਵੀ ਹੈ। ਇਹ ਲਾਈਨ ਤੁਹਾਡੀ 90 ਦੀ ਬਣੀ ਵੀ ਹੈ, ਇਸ ਲਾਈਨ ਦੇ ਉੱਪਰ ਅਸੀਂ ਜਾਣਾ ਝੰਡੀ ਲੈ ਕੇ। ਜਦੋਂ ਤੁਸੀਂ ਇਹ ਲਾਈਨ ਨੂੰ ਇਹਦੀ ਸੇਧ ਦੇ ਵਿੱਚ ਹੋ ਜਾਓਗੇ, ਜਿੱਥੇ ਵੀ ਤੁਸੀਂ ਇਹਦੀ ਸੇਧ ਦੇ ਵਿੱਚ ਇਸ ਲਾਈਨ ਦੇ ਉੱਪਰ ਹੋ ਜਾਓਗੇ, ਉੱਥੇ ਅਸੀਂ ਝੰਡੀ ਕੱਢ ਦੇਣੀ ਹੈ, ਉੱਥੇ ਝੰਡੀ ਕੱਢ ਦੇਣੀ ਹੈ। ਠੀਕ ਹੈ, ਹੁਣ ਕੀ ਹੋਏਗਾ, ਅਸੀਂ ਇਹਦੀ ਤੇ ਇਹਦੀ ਦੂਰੀ ਮਾਪਣੀ ਕਿੰਨੀ ਹੈ। ਇਹਦੀ ਦੂਰੀ ਮਾਪਣ ਦੇ ਲਈ ਅਸੀਂ ਆਹ ਦੂਰੀ ਤੇ ਆਹ ਦੂਰੀ ਮਾਪ ਲਾਂਗੇ ਆਪਦੇ ਉਹਦੇ ਨਾਲ, ਜਰੀਬ ਦੇ ਨਾਲ। ਜਿੰਨੀ ਦੂਰੀ ਇਹ ਹੋਏਗੀ ਉਨੀ ਹੀ ਦੂਰੀ ਇਹਦੀ ਹੋਏਗੀ। ਉਸ ਤੋਂ ਬਾਅਦ ਅਸੀਂ ਜਿਹੜੀ ਪ੍ਰਵੇਸ਼ ਹੈ ਅੱਗੇ ਵੱਲ ਵਧਾ ਲਾਂਗੇ, ਫਿਰ ਅੱਗੇ ਵੱਲ ਵਧਾ ਲਾਂਗੇ। ਬਸ ਇਹ ਨਹਿਰ ਦੀ ਦੂਰੀ ਮਾਪਣ ਦਾ ਤਰੀਕਾ ਇਹ ਹੈਗਾ। ਜੇ ਕਰਮ ਅਸੀਂ 100 ਕਰਮ ਲਈ, ਜੇ ਅਸੀਂ 200 ਕਰਮ ਲਈ ਹੈ ਇਹ ਲਾਈਨ, ਤਾਂ 100 ਕਰਮ ਇਹ ਹੋਏਗੀ ਤੇ 100 ਕਰਮ ਇਹ ਹੋਏਗੀ। ਸੈਂਟਰ 'ਚ ਬੁਰਜੀ ਲਾਈ ਜਾਏਗੀ, ਸੈਂਟਰ 'ਚ ਝੰਡੀ ਕੱਢੀ ਜਾਏਗੀ। ਇਸ ਸੈਂਟਰ ਨੂੰ ਦੇਖ ਕੇ, ਇਸ ਝੰਡੀ ਨੂੰ ਦੇਖ ਕੇ ਤੇ ਇਸ ਸੈਂਟਰ ਨੂੰ ਦੇਖ ਕੇ ਤੇ ਇੱਧਰੋਂ 90 ਦੀ ਲਾਈਨ ਦੇ ਉੱਪਰ ਅਸੀਂ ਜਿੱਥੇ ਵੀ ਕਿਤੇ ਸਾਨੂੰ ਇਹ ਦੋਹੇ ਝੰਡੀਆਂ ਇੱਕੋ ਲਾਈਨ 'ਚ ਹੋ ਜਾਣਗੀਆਂ, ਤਾਂ ਉੱਥੇ ਅਸੀਂ ਝੰਡੀ ਕੱਢ ਦਾਂਗੇ। ਇੱਥੇ ਅਸੀਂ ਮੂਵਮੈਂਟ ਕਰਨੀ ਹੈ। ਇਸ ਝੰਡੀ ਨੂੰ ਅਸੀਂ ਅੱਗੇ ਪਿੱਛੇ ਕਰਨਾ ਹੈ ਇਹਨਾਂ ਦੋਨਾਂ ਝੰਡੀਆਂ ਦੀ ਸੇਧ ਦੇ ਵਿੱਚ। ਜਿੱਥੇ ਕਿਤੇ ਦੋਹਾਂ ਦੀ ਸੇਧ ਹੋ ਗਈ, ਸਾਨੂੰ ਇਹ ਝੰਡੀ, ਇਹ ਵਾਲੀ ਝੰਡੀ ਦਿਖਣੋਂ ਹਟ ਗਈ, ਇਹਦੀ ਸੇਧ ਦੇ ਵਿੱਚ ਦੇਖਦੇ ਹੋਏ ਜਦੋਂ ਇਹ ਝੰਡੀ ਦਿਖਣੋਂ ਸਾਨੂੰ ਹਟ ਗਈ, ਤਾਂ ਇਸ ਪੁਆਇੰਟ ਤੇ ਅਸੀਂ ਇੱਧਰ ਉੱਧਰ ਕਰਕੇ ਉਸ ਪੁਆਇੰਟ ਦੀ ਝੰਡੀ ਕੱਢ ਦੇਣੀ ਹੈ। ਠੀਕ ਹੈ, ਇਹ ਪੁਆਇੰਟ ਦੀ ਦੂਰੀ ਤੇ ਇਹ ਪੁਆਇੰਟ ਦੀ ਜਿੰਨੀ ਦੂਰੀ ਹੋਏਗੀ, that will be the distance of ਨਹਿਰ ਦੀ ਦੂਰੀ ਹੋਏਗੀ, ਨਹਿਰ ਦਾ ਡਿਸਟੈਂਸ ਹੋਏਗਾ, ਨਹਿਰ ਦੀ ਚੜਾਈ ਹੋਏਗੀ। ਇਹ ਤਾਂ ਪੁਆਇੰਟ ਸੀਗਾ ਤੁਹਾਡਾ, ਜੇ ਨਹਿਰ ਦੀ ਦੂਰੀ ਮਾਪਣੀ ਹੋਵੇ। ਅਸੀਂ ਨੈਕਸਟ ਅੱਗੇ ਚਲੋ। ਇੱਕ ਸਾਡਾ ਕੁਐਸਚਨ ਸੀਗਾ, ਮੰਨ ਲਓ ਅਸੀਂ ਪਰਮੇਸ਼ ਕਰਦੇ ਜਾ ਰਹੇ ਹਾਂ। ਅਸੀਂ ਮਰਬਾਬੰਦੀ ਕਰ ਰਹੇ ਹਾਂ ਜੀ। ਠੀਕ ਹੈ, ਮਰਬਾਬੰਦੀ ਕਰਦੇ ਕਰਦੇ
ਮਰਬਾਬੰਦੀ ਕਰਦੇ ਕਰਦੇ ਰਸਤੇ 'ਚ ਕੋਈ ਦਰਿਆ ਆ ਗਿਆ, ਕੋਈ ਵੱਡਾ ਦਰਿਆ ਆ ਗਿਆ। ਤਾਂ ਹੁਣ ਅਸੀਂ ਆਪਣੀ ਜਿਹੜੀ ਇਹ ਮਰਬੇਬੰਦੀ ਕਰ ਰਹੇ ਹਾਂ, ਇਹ ਮਰਬੇ ਨੂੰ ਅੱਗੇ ਲੈ ਕੇ ਜਾਣਾ ਹੈ, ਦਰਿਆ ਤੋਂ ਪਾਰ ਕਿਵੇਂ ਚਾਲੂ ਰੱਖਾਂਗੇ ਅਸੀਂ ਇਸ ਮਰਬੇਬੰਦੀ ਨੂੰ, ਕਿਵੇਂ ਚਾਲੂ ਰੱਖੀ ਜਾ ਸਕਦੀ ਹੈ, ਦਰਿਆ ਨੂੰ ਕਿਵੇਂ ਮਾਪਾਂਗੇ, ਦਰਿਆ ਤੋਂ ਬਾਹਰ ਅਸੀਂ ਮਰਬੇ ਕਿਵੇਂ ਲੈ ਕੇ ਜਾਵਾਂਗੇ। ਠੀਕ ਹੈ, ਇਹਦਾ ਕੀ ਪ੍ਰੋਸੈਸ ਹੈਗਾ, ਦੇਖੋ ਅਸੀਂ ਕੀ ਕਰਾਂਗੇ। ਇੱਕ ਮਰਬੇ ਨੂੰ ਪਹਿਲਾਂ ਅਸੀਂ ਇਦਾਂ ਦੇਖ ਲਾਂਗੇ, ਇਸ ਮਰਬੇ ਦੀ ਸੇਧ ਦੇ ਵਿੱਚ ਦਰਿਆ ਦੇ ਪਰਲੇ ਪਾਸੇ ਜਾ ਕੇ, ਇਸ ਲਾਈਨ ਦੀ ਸੇਧ ਦਰਿਆ ਦੇ ਪਰਲੇ ਪਾਸੇ ਜਾ ਕੇ ਇੱਕ ਝੰਡੀ ਕੱਢ ਦਾਂਗੇ। ਠੀਕ ਹੈ ਜੀ, ਝੰਡੀ ਕੱਢ ਦਿੱਤੀ। ਫਿਰ ਕੀ ਕਰਾਂਗੇ ਅਸੀਂ, ਜਿਹੜਾ ਇਹ ਹੈਗਾ ਇੱਕ ਡਾਇਗਨਲ ਹੈਗਾ ਸਾਡੇ ਕੋਲ, ਇਹ ਡਾਇਗਨਲ ਨੂੰ ਅਸੀਂ ਅੱਗੇ ਵਧਾਵਾਂਗੇ। ਪਰਲੇ ਪਾਸੇ ਜਾਵਾਂਗੇ। ਜਿਹੜੀ ਝੰਡੀ ਅਸੀਂ ਗੱਡੀ ਸੀਗੀ, ਇਹ ਝੰਡੀ ਨੂੰ ਅਸੀਂ ਅੱਗੇ ਪਿੱਛੇ ਕਰਕੇ ਉੱਪਰ ਥੱਲੇ ਕਰ ਲਾਂਗੇ। ਇਹਦੀ ਸੇਧ ਦੇ ਵਿੱਚ, ਇਹ ਡਾਇਗਨਲ ਦੀ ਸੇਧ ਦੇ ਵਿੱਚ ਜਿਹੜੀ ਝੰਡੀ ਹੈਗੀ, ਅਸੀਂ ਇਧਰੋਂ ਇਹਦੇ ਵਿੱਚ ਸੇਧ 'ਚ ਆ ਜਾਏਗੀ, ਇਹ ਯਾਨੀ ਕਿ ਇੱਥੇ ਆ ਗਈ। ਠੀਕ ਹੈ ਜੀ, ਇੱਥੇ ਝੰਡੀ ਜਿਹੜੀ ਹੈਗੀ, ਅਸੀਂ ਮੰਨ ਲਓ ਚਲੋ ਇੱਥੇ ਪਹੁੰਚ ਗਈ ਸਿਰੇ ਦੀ, ਇਹ ਸਪੋਜ਼ ਕਰ ਲਓ ਇਹ ਝੰਡੀ ਅਸੀਂ ਸਹੀ ਗੱਡੀ ਹੈ, ਇੱਥੇ ਝੰਡੀ ਗੱਡੀ ਗਈ। ਠੀਕ ਹੈ ਜੀ, ਫਿਰ ਕੀ ਕਰਾਂਗੇ, ਜਿਹੜਾ ਇਹ ਵਾਲਾ ਝੰਡੀ ਗੱਡੀ ਵੀ, ਇਹ ਝੰਡੀ ਗੱਡੀ ਵੀ ਹੈ, ਇਹਦੀ ਸੇਧ 'ਚ ਜਾਵਾਂਗੇ ਅਸੀਂ। ਇੱਥੇ ਵੀ ਇੱਕ ਜਿਹੜੀ ਹੈਗੀ ਹੈ ਲਾਈਨ ਨੂੰ ਪ੍ਰਜ਼ਿਊਮ ਕਰਾਂਗੇ ਵੀ ਇਹ ਲਾਈਨ ਬਣੀ ਹੋਈ ਹੈਗੀ ਹੈ, ਝੰਡੀਆਂ ਗੱਡੀਆਂ ਵੀ ਨੇ ਸਾਡੀਆਂ, ਪ੍ਰਜ਼ਿਊਮ ਕਰਾਂਗੇ। ਤੇ ਜਿਹੜਾ ਇਹ ਵਾਲਾ ਡਾਇਗਨਲ ਹੈਗਾ, ਇਹ ਡਾਇਗਨਲ ਦੀ ਸਹਾਇਤਾ ਦੇ ਨਾਲ ਇੱਧਰੋਂ ਇਹ ਝੰਡੀਆਂ ਦੇਖ ਕੇ, ਉੱਧਰੋਂ ਇਹ ਡਾਇਗਨਲ ਦੇਖ ਕੇ, ਠੀਕ ਹੈ ਜੀ, ਜਿੱਥੇ ਇਹ ਦੋਹੇ ਆਪਸ ਵਿੱਚ ਮੈਚ ਕਰਦੇ ਹੋਣਗੇ, ਇਹ ਵਾਲਾ, ਠੀਕ ਹੈ ਜੀ, ਇਹਦੀ ਸੇਧ ਆਹ ਡਾਇਗਨਲ ਇੱਥੇ ਝੰਡੀ ਗੱਡੀ ਹੋਏਗੀ, ਇੱਥੇ ਝੰਡੀ ਗੱਡੀ ਹੋਈ ਹੋਏਗੀ। ਇਹ ਡਾਇਗਨਲ ਦੀ ਸੇਧ ਇੱਦਾਂ ਇੱਥੇ ਝੰਡੀ ਲਾਵਾਂਗੇ, ਇੱਥੇ ਵੀ ਝੰਡੀ ਲਾਵਾਂਗੇ। ਇਹ ਡਾਇਗਨਲ ਦੀ ਸੇਧ ਦੇ ਵਿੱਚ ਤੇ ਉਧਰੋਂ ਇਹ ਲਾਈਨ ਦੀ ਸੇਧ ਦੇ ਵਿੱਚ, ਜਿੱਥੇ ਪੁਆਇੰਟ ਦੋਹੇ ਆਪਸ ਵਿੱਚ ਟਕਰਾਉਣਗੇ, ਅਸੀਂ ਝੰਡੀ ਕੱਢ ਦਾਂਗੇ ਇੱਥੇ। ਠੀਕ ਹੈ ਜੀ, ਇਸੇ ਤਰੀਕੇ ਇਹ ਲਾਈਨ ਦੀ ਸੇਧ, ਜਿਹੜੀ ਝੰਡੀ ਇਹ ਲੱਗੀ ਹੈ, ਅਸੀਂ ਇਹਨੂੰ ਚੈੱਕ ਵੀ ਕਰ ਸਕਦੇ ਹਾਂ ਇੱਥੋਂ। ਇੱਥੇ ਸਾਡਾ ਜਿਹੜਾ ਇਹ ਡਾਇਗਨਲ ਬਣਿਆ ਹੋਇਆ ਹੈ, ਇਹ ਵਾਲਾ ਡਾਇਗਨਲ, ਇਹ ਡਾਇਗਨਲ ਜਿਹੜਾ ਬਣਿਆ ਹੋਇਆ, ਇਹ ਡਾਇਗਨਲ ਵੀ ਜਾ ਕੇ ਸਿੱਧਾ ਇਸੇ ਝੰਡੀ ਨੂੰ ਟਕਰਾਏਗਾ। ਠੀਕ ਹੈ ਜੀ, ਇਹ ਹੱਥ ਨਾਲ ਬਣਾਉਣਾ ਥੋੜਾ ਮੁਸ਼ਕਿਲ ਲੱਗ ਰਿਹਾ, ਪੇਪਰ ਦੇ ਉੱਪਰ ਜੋ ਤੁਹਾਡੇ ਕੋਲ ਪੈਨ ਹੋਏਗਾ ਉਹਦੇ ਨਾਲ ਜਿਹੜਾ ਹੈਗਾ ਸੌਖਾ ਬਣ ਜਾਏਗਾ। ਇਹਨੂੰ ਚੈੱਕ ਕਰਨ ਵਾਸਤੇ ਇਹਦੀ ਸੇਧ ਤੇ ਇਹਦੀ ਸੇਧ ਤੇ ਇਹਦੀ ਵੀ ਸੇਧ, ਇਹ ਤਿੰਨੇ ਪੁਆਇੰਟਾਂ ਦਾ ਆਪਸ ਇਹ ਮਿਲਦੇ ਹੋਣਗੇ। ਇੱਥੇ ਵੀ ਜਿਹੜੀ ਝੰਡੀ ਲੱਗੀ ਹੈ, ਅਸੀਂ ਉਸ ਨੂੰ ਉੱਪਰ ਥੱਲੇ ਕਰਕੇ, ਯਾਨੀ ਕਿ ਲਾਈਨ ਉੱਪਰ ਵੱਲ ਜਾ ਰਹੀ ਹੈ, ਮੰਨ ਲਓ ਇਸ ਨੂੰ ਅਸੀਂ ਉੱਪਰ ਨੀਚੇ ਕਰਕੇ ਜਿਹੜੀ ਹੈਗੀ ਝੰਡੀਆਂ ਨੂੰ ਦੁਰਸਤ ਕਰ ਸਕਦੇ ਹਾਂ। ਫਿਰ ਸਾਡੀ ਇਹ ਕੀ ਹੁੰਦੀ ਹੈ, ਇੱਕ ਮਰਬੇ ਦੀ ਬੇਸ ਲਾਈਨ ਬਣ ਜਾਂਦੀ ਹੈ। ਆ ਸਾਡੀ ਇੱਕ ਬੇਸ ਲਾਈਨ ਤਿਆਰ ਹੋ ਗਈ, ਯਾਨੀ ਕਿ ਆ ਜਿਹੜਾ ਸਾਡਾ ਮਰਬਾ ਹੈ, ਇਹਦੀ ਇੱਕ ਬੇਸ ਲਾਈਨ ਤਿਆਰ ਹੋ ਗਈ। ਇਹਦੀ ਸਹਾਇਤਾ ਨਾਲ ਫਿਰ ਇੱਥੇ 90 ਦੇ ਐਂਗਲ ਗੇਰ ਕੇ ਅਸੀਂ ਕੀ ਕਰਾਂਗੇ, 90 ਦੇ ਐਂਗਲ ਗੇਰ ਕੇ ਲਾਈਨ ਉੱਪਰ ਵਧਾ ਲਾਂਗੇ ਤੇ ਉਹਦੀ 200 ਕਰਾਂਗੇ ਮਿਲ ਕੇ ਜਿਹੜੀ ਹੈਗੀ ਆ ਸਾਡੀ ਇਹ ਜਿਹੜਾ ਇੱਕ ਮਰਬਾ ਅਸੀਂ ਇੱਥੇ ਕਾਇਮ ਕਰ ਲੈਂਦੇ ਹਾਂ। ਜਦੋਂ ਸਾਡਾ ਇੱਕ ਮਰਬਾ ਕਾਇਮ ਹੋ ਗਿਆ, ਫਿਰ ਦਿਨ ਅਸੀਂ ਆਪਣੀ ਇਸੇ ਫਰਮਾਇਸ਼ ਨੂੰ ਅੱਗੇ ਵਧਾ ਕੇ ਜਿਹੜੀ ਹੈਗੀ ਹੈ
ਇਹ ਮਰਬੇਬੰਦੀ ਅੱਗੇ ਫਰਦਰ ਸਟਾਰਟ ਕਰ ਸਕਦੇ ਹਾਂ। ਇਹ ਤਰੀਕਾ ਹੈਗਾ, ਬੇਸਿਕ ਫੰਡਾ ਇਹ ਹੈਗਾ ਵੀ ਅਸੀਂ ਜਿਹੜੇ ਡਾਇਗਨਲ ਨੇ, ਆਹ ਡਾਇਗਨਲ ਤੇ ਆਹ ਡਾਇਗਨਲ, ਇਹ ਐ ਜਾਣਗੇ, ਇੱਥੋਂ ਐ ਜਾਣਗੇ ਤੇ ਇੱਥੋਂ ਜਿਹੜੀ ਹੈਗੀ ਲਾਈਨ ਇਹ ਜਾਏਗੀ। ਜਿੱਥੇ ਵੀ ਕਿਤੇ ਇਹ ਆਪਸ 'ਚ ਮੈਚ ਕਰਨਗੀਆਂ ਪੁਆਇੰਟਸ, ਉਸ ਪੁਆਇੰਟ ਤੇ ਬੁੱਧੀ ਲੱਗੇਗੀ। ਇਸੇ ਤਰੀਕੇ ਜਿਹੜੀ ਆਹ ਲਾਈਨ ਡਾਇਗਨਲ ਜਾਏਗਾ, ਇੱਥੇ ਆਏਗਾ, ਇਹਦਾ ਜਿਹੜਾ ਇਹਦੀ ਲਾਈਨ ਜਾਏਗੀ ਸਿੱਧੀ ਜਾਏਗੀ, ਇੱਥੇ ਲਾਵਾਂਗੇ। ਪਰ ਇਸ ਨੂੰ ਚੈੱਕ ਕਰਨ ਦੀ ਖਾਤਰ ਅਸੀਂ ਇਸ ਡਾਇਗਨਲ ਨੂੰ ਮਿਲਾ ਕੇ ਦੇਖਾਂਗੇ। ਇਹ ਜਿਹੜੇ ਪੁਆਇੰਟ ਨੇ, ਇਹ 3 ਪੁਆਇੰਟ ਇਕੱਠੇ ਹੁੰਦੇ ਆ ਇੱਥੇ ਇੱਕੋ ਹੀ ਪੁਆਇੰਟ ਦੇ ਉੱਪਰ, ਠੀਕ ਹੈ। ਇਹ ਪੁਆਇੰਟ ਨੂੰ ਤੇ ਇਹ ਪੁਆਇੰਟ ਨੂੰ ਮਿਲਾ ਕੇ ਜਿਹੜਾ ਸਾਡਾ ਮਰਬਾ ਬਣ ਜਾਂਦਾ ਇੱਕ 90 ਦੇ ਐਂਗਲ ਬਣਾ ਕੇ। ਫਿਰ ਜੋ ਸਾਡੇ ਕੋਲ ਇੱਕ ਬੇਸ ਲਾਈਨ ਤਿਆਰ ਹੋ ਗਈ, ਆਹ ਵਾਲੀ ਬੇਸ ਲਾਈਨ ਜਿਹੜੀ ਹੈਗੀ ਹੈ, ਇਹ ਬੇਸ ਲਾਈਨ ਦੇ ਪੈਰਲਲ ਸਾਡੇ ਕੋਲ ਇਹ ਬੇਸ ਲਾਈਨ ਤਿਆਰ ਹੋ ਗਈ। ਇੱਕ ਮਰਬਾ ਹੈਗਾ ਇਹ 200 ਬਾਈ 200 ਆਰਮ ਦਾ, ਠੀਕ ਹੈ। ਇੱਥੇ ਸਾਡੇ ਕੋਲ ਇੱਥੇ 200 ਬਾਈ 200 ਕਰਨ ਦਾ ਇਹ ਮਰਬਾ ਤਿਆਰ ਹੋ ਗਿਆ। ਜੋ ਸਾਡੇ ਕੋਲ ਇੱਕ ਮਰਬਾ ਤਿਆਰ ਹੋ ਗਿਆ, ਦੈਨ ਵੀ ਕੈਨ ਮੂਵ ਫਰਦਰ। ਫਿਰ ਅਸੀਂ ਅੱਗੇ ਇਹਦੀ ਮਰਬਾ ਦੀ ਜਾਰੀ ਰੱਖ ਸਕਦੇ ਹਾਂ। ਜਿਹੜਾ ਦਰਿਆ ਰਹਿ ਗਿਆ ਸਰ ਵਿਚਕਾਰ, ਉਹਦੇ ਰਕਬੇ ਦਾ ਕੀ ਮਤਲਬ, ਕਿੰਨਾ ਰਕਬਾ ਰਹਿ ਗਿਆ ਸਰ? ਉਹਦੇ ਰਕਬੇ ਦਾ ਪਤਾ ਲੱਗ ਜੂਗਾ ਆਪਾਂ ਨੂੰ। ਕਿਸ ਤਰ੍ਹਾਂ ਸਰ? ਦੇਖੋ ਆਹ ਟ੍ਰਾਇੰਗਲ ਬਣ ਗਈ, ਦੇਖੋ ਆਹ ਟ੍ਰਾਇੰਗਲ ਬਣ ਗਈ, ਇੱਕ ਆਹ ਟ੍ਰਾਇੰਗਲ ਬਣ ਗਈ, ਠੀਕ ਹੈ। ਆਧਾਰ ਦਾ ਸ਼ੁਰੂ, ਇੱਕ ਪਾਈਥਾਗੋਰਸ ਦਾ ਫਾਰਮੂਲਾ ਦੇਖਿਆ ਆਪਾਂ ਨੇ, ਸੁਣਿਆ? ਹਾਂਜੀ ਸਰ। ਠੀਕ ਹੈ ਜੀ। ਆਹ ਤੁਹਾਡੇ ਕੋਲ ਬਣ ਗਿਆ ਆਧਾਰ, (600 ਕਰਮਾ। ਮੈਥਮੈਟਿਕਲੀ ਆਪਾਂ ਪਤਾ ਲਗਾ ਸਕਦੇ ਹਾਂ, ਪਰ ਮੇਰੇ ਹੁਣ ਧਿਆਨ 'ਚ ਨਹੀਂ ਹੈਗਾ ਕਿਵੇਂ ਪਤਾ ਲਗਾਵਾਂਗੇ ਆਪਾਂ ਤੋਂ। ਠੀਕ ਹੈ, ਠੀਕ ਹੈ, ਮੈਥਮੈਟਿਕਲ ਪਤਾ ਲਗਾਉਣਾ ਕੋਈ ਔਖਾ ਕੰਮ ਨਹੀਂ ਹੈਗਾ, ਜ਼ਿਆਦਾ ਚੜਾਈ ਮਾਪਣੀ, ਠੀਕ ਹੈ। ਆਪਣੇ ਕੋਲ ਸਿਸਟਮ ਸਾਰਾ ਬਣਿਆ ਹੋਇਆ ਹੈਗਾ। ਇਹ ਮੈਥਮੈਟਿਕਲੀ ਇਹਦੀ ਜਿਹੜੀ ਕੈਲਕੂਲੇਸ਼ਨ ਦਾ ਹੋ ਸਕਦੀ ਹੈਗੀ ਹੈ, ਠੀਕ ਹੈ। ਸਾਡੇ ਕੋਲ ਜਦੋਂ ਇੱਕ ਸਾਡੇ ਕੋਲ ਇਹ ਆ ਗਈ, ਦੇਖੋ ਇਸ ਪੁਆਇੰਟ ਤੋਂ ਲੈ ਕੇ ਸਾਡੇ ਕੋਲ ਇਹ ਪੁਆਇੰਟ ਤੱਕ ਸਾਨੂੰ ਪਤਾ ਕਿੰਨੇ ਮਰਬੇ ਹੈਗੇ ਆ, ਠੀਕ ਹੈ। ਇਹ ਸਮਬਾਹੂ ਤ੍ਰਿਭੁਜ ਬਣ ਜਾਂਦੀ ਹੈ। ਸਮਬਾਹੂ ਤ੍ਰਿਭੁਜ ਤਿੰਨੇ ਭੁਜਾਂ ਬਰਾਬਰ ਹੋ ਜਾਂਦੀਆਂ ਨੇ। ਜਿਵੇਂ ਇਹ ਮੰਨ ਲਓ 1 2 3 4 5 6 1200 ਫੁੱਟ 1200 ਕਰਮਾਂ ਬਣ ਗਈਆਂ। ਇਹ ਸਮਭੁਜ ਬਣ ਗਈ, ਸਾਡੇ ਕੋਲ ਤ੍ਰਿਕੋਣ ਬਣ ਗਈ, ਠੀਕ ਹੈ। ਮਤਲਬ ਕਹਿਣ ਦਾ ਭਾਵ ਹੈ ਇਹ ਵੀ ਜਿਹੜੀ ਬਾਹੀ ਹੈ ਇਹ ਵੀ 1200 ਬਣ ਜਾਏਗੀ, ਤੇ ਇਹ ਵੀ ਬਾਹੀ ਵੀ 1200 ਬਣ ਜਾਏਗੀ। ਤੇ ਜਿਹੜਾ ਅਸੀਂ ਫਿਰ ਇਹਦਾ ਰੈਕਟੈਂਗਲ ਕੱਢਣਾ ਹੋ ਗਿਆ, ਆਹ 600 ਹੈ, ਠੀਕ ਹੈ। ਸਾਡੇ ਕੋਲ ਇਹ 600 ਆ ਗਿਆ, ਇਹ ਸਾਡੇ ਕੋਲ 1200 ਹੈਗੀ ਹੈ। ਤੇ ਫਿਰ ਇਹਦਾ ਜਿਹੜਾ ਲੰਬ ਹੈਗਾ ਉਹ ਕੱਢਣਾ ਸਾਨੂੰ ਕੋਈ ਔਖਾ ਨਹੀਂ ਹੈਗਾ। 1200 ਦਾ ਸਕੁਆਇਰ ਲੰਬ ਇਕੁਅਲ ਟੂ 1200 ਸਕੁਆਇਰ ਮਾਈਨਸ 600 ਸਕੁਆਇਰ, ਉਹਦਾ ਅੰਡਰ ਰੂਟ ਕੱਢ ਦਾਂਗੇ ਅਸੀਂ, ਠੀਕ ਹੈ ਜੀ। ਜਿਵੇਂ ਕਰਨ ਇਕੁਅਲ ਟੂ ਕੀ ਹੁੰਦਾ ਹੈ, ਆਧਾਰ ਦਾ ਸਕੁਆਇਰ ਬਟ ਲੰਬ ਦਾ ਸਕੁਆਇਰ, ਉਹਦਾ ਅੰਡਰ ਰੂਟ ਕਰਨ ਹੁੰਦਾ ਹੈ। ਆਪਣੇ ਕੋਲ ਕਰਨ ਹੈਗਾ। ਲੰਬ ਦਾ ਸਕੁਆਇਰ ਕੀ ਹੁੰਦਾ ਹੈ, ਲੰਬ ਦਾ ਸਕੁਆਇਰ ਬਰਾਬਰ ਹੈ ਕਰਨ ਦਾ ਸਕੁਆਇਰ ਮਾਈਨਸ ਆਧਾਰ ਦਾ ਸਕੁਆਇਰ, ਉਹਦਾ ਅੰਡਰ ਰੂਟ ਅਸੀਂ ਕੱਢ ਲਾਂਗੇ ਤਾਂ ਸਾਡੇ ਕੋਲੇ ਲੰਬ ਆ ਜਾਏਗਾ। ਵੈਸੇ ਕਦੇ ਪੁੱਛਿਆ ਨਹੀਂ ਗਿਆ ਇੱਦਾਂ, ਦਰਿਆ ਦੀ ਚੜਾਈ ਨਹੀਂ ਕਦੇ ਪੁੱਛੀ ਗਈ। ਇਹੀ ਪੁੱਛਿਆ ਗਿਆ ਵੀ ਦਰਿਆ ਨੂੰ, ਦੇਖੋ ਆਪਾਂ ਹੁਣ ਪਹਿਲਾਂ ਕਰਕੇ ਹਟੇ ਹਾਂ, ਤੁਹਾਨੂੰ ਆਪਾਂ ਲੰਬਾਈ ਚੜਾਈ ਮਾਪ ਕੇ ਦੇਖੀ ਉਹਦੀ ਨਹਿਰ ਦੀ, ਠੀਕ ਹੈ ਨਾ। ਨਹਿਰ ਦੀ ਚੜਾਈ ਮਾਪੀ ਹੈ ਨਾ ਆਪਾਂ ਨੇ ਕਿੰਨੀ ਹੈ। ਉਹ ਤਰੀਕਾ ਵੀ ਕਹੇਗਾ ਪਿੱਛੇ ਵੱਲ ਵਧਾ ਕੇ ਅਸੀਂ ਨਹਿਰ ਦੀ ਚੜਾਈ, ਇਹਦੀ ਦਰਿਆ ਦੀ ਚੜਾਈ ਵੀ ਮਾਪ ਸਕਦੇ ਹਾਂ। ਟਾਈਮ ਹੋ ਗਿਆ। ਥੋੜਾ ਸਿੰਪਲ ਜਿਹੇ ਕੁਐਸਚਨ ਕਰ ਲੀजिए। ਵੈਸੇ ਤਾਂ ਤੁਹਾਨੂੰ ਸਾਰਿਆਂ ਨੂੰ ਆਉਂਦੇ ਹੋਣਗੇ, ਪਰ ਫਿਰ ਵੀ ਚਲੋ ਇਹਦੇ ਵਿੱਚ ਏਰੀਆ ਦੇ ਕੁਝ ਕੁਐਸਚਨ ਤੁਹਾਨੂੰ ਆਉਂਦੇ ਰਹਿੰਦੇ ਆ ਪੇਪਰ ਦੇ ਵਿੱਚ। A path of uniform width 4 meter
क्वेश्चन हैगा a path uniform width width कितनी है 4 मीटर around outside of field फील्ड कितना है 24 मीटर ਤੇ 18 मीटर 24 मीटर ਲੈਂਥ ਹੈ ਉਹਦੀ ਤੇ 18 मीटर ਹੈਗੀ ਹੈ ਬ੍ਰੈਡਥ ਹੈਗੀ ਹੈ ਇਹ ਖੇਤ ਹੈਗਾ ਆਨਸਰ ਇਹਦਾ ਹੋਏਗਾ ਜੀ ਇੱਕ ਖੇਤ ਹੈਗਾ ਸਾਡੇ ਕੋਲੇ ਏਦਾਂ चौबीस मीटर है ਇਹਦਾ 18 मीटर ਦਾ ਹੈ ਇਹਦੇ ਚਾਰੇ ਪਾਸੇ 4-4 मीटर ਦਾ ਜਿਹੜਾ ਹੈਗਾ ਵੈਰੀ ਸਿੰਪਲ ਹੈ ਵੈਸੇ ਤੁਹਾਨੂੰ ਸਾਰਿਆਂ ਨੇ ਤੁਹਾਨੂੰ ਕੀਤਾ ਹੋਇਆ ਹੈਗਾ ਸਮਝ ਆਉਂਦਾ ਹੈਗਾ ਪਰ ਚਲੋ ਰੀਫਰੈਸ਼ ਹੋਣ ਦੀ ਖਾਤਰ ਆਪਾਂ ਇੱਕ ਵਾਰੀ ਦੁਬਾਰਾ ਕਰਾ ਦਿੰਦੇ ਹਾਂ ਠੀਕ ਹੈ ਜੀ 4 मीटर चौड़ा खेत है आ 4 मीटर की चौड़ाई है A path of uniform width 4 meter runs around the outside of the rectangular field 24 meter by 18 meter. Find the area of the path. ਇਸ ਕਹਿੰਦੇ ਪਾਥ ਦਾ ਜਿਹੜਾ ਏਰੀਆ ਮਾਪਣਾ ਹੈ ਅਸੀਂ ਕੁਐਸਚਨ ਕੀ ਹੈ ਸਾਡਾ ਕੁਐਸਚਨ ਹੈ ਏਰੀਆ ਆਫ ਪਾਥ ਇਹ ਅਸੀਂ ਫਾਈਂਡ ਕਰਨਾ ਹੈ ਠੀਕ ਹੈ ਜੀ ਹੁਣ ਆਪਾਂ ਕਿਵੇਂ ਕਰਾਂਗੇ ਪਹਿਲਾਂ ਤਾਂ ਦੇਖੋ ਇਹਦੀ ਇਹ ਜਿਹੜਾ ਹੈਗਾ 24/18 ਦਾ ਹੈਗਾ ਖੇਤ ਜੇ ਇਹਨੂੰ ਪੂਰੇ ਖੇਤ ਨੂੰ ਇਹਨੂੰ ਖੇਤ ਮੰਨ ਲਈਏ ਸਾਰੇ ਨੂੰ ਆਪਾਂ ਤਾਂ ਕਿੰਨਾ ਹੋ ਜਾਏਗਾ ਇਹ 24 ਤੇ 4 28 4 32 ਇਹਦੀ ਬਾਹਰਲੀ ਵਾਹੀ 32 ਹੋ ਜਾਏਗੀ ਠੀਕ ਹੈ ਜੀ ਇੱਧਰਲੀ ਵਾਹੀ ਕਿੰਨੀ ਮਿਲ ਜਾਏਗੀ 18 ਹੈ 18 ਤੇ 4 22 22 ਤੇ 4 26 ਇਹ 26 ਹੋ ਜਾਏਗੀ थोड़ा सा ऊपर थोड़ा ज़्यादा नहीं ऐसे नहीं ਹੁਣ ਅਸੀਂ ਦੇਖਾਂਗੇ length of field without path कितनी है जी 24 हैगी है ब्रेड्थ कितनी है 18 हैगी है ਇਹਦਾ ਏਰੀਆ ਕਿੰਨਾ ਬਣ ਜਾਏਗਾ ਜੀ ਏਰੀਆ ਕਿੰਨਾ ਬਣ ਜਾਏਗਾ 24 सोना 18 इक्वल टू 432 ਏਰੀਆ ਸਕੁਅਰ ਚ ਆਉਂਦਾ ਜੀ ਮੀਟਰ ਦੇ ਨਾਲ ਸਕੁਅਰ ਲਾਣਾ ਤੁਸੀਂ ਇਹ ਨਹੀਂ ਭੁੱਲਣਾ ਹੈਗਾ 432 मीटर नहीं कला लिखना 432 मीटर ਸਕੁਅਰ ਲਿਖਾਂਗੇ ਠੀਕ ਹੈ ਹੁਣ ਇਹ ਤਾਂ ਹੋ ਗਿਆ 1 ਨੰਬਰ ਫੀਲਡ ਇਹ ਵਾਲਾ ਤੇ ਹੁਣ ਜੇ ਵੱਡੇ ਫੀਲਡ ਦੀ ਗੱਲ ਕਰੀਏ ਇਨਕਲੂਡਿੰਗ ਪਾਥ ਹੁਣ ਆਪਾਂ ਕਰਨਾ ਲੈਂਥ ਆਫ ਫੀਲਡ ਇਨਕਲੂਡਿੰਗ ਪਾਥ
कितनी बन गई सी 24 ਤੇ 8 32 बन गई सी। ठीक है, ब्रेडथ कितनी बन जाएगी, वेरी सिंपल है जी, कोई 18 ਤੇ 8 26 बन गई। ठीक है, ਇਹਦਾ ਏਰੀਆ ਕੱਢਾਂਗੇ ਅਸੀਂ ਕਿੰਨਾ, ਏਰੀਆ ਹੋਲ ਫੀਲਡ 32 ਗੁਣਾ 26 ਇਕੁਅਲ ਟੂ 832 ਮੀਟਰ ਸਕੁਅਰ। ਹੁਣ ਦੇਖੋ ਪੂਰੇ ਖੇਤ ਦੇ ਏਰੀਏ ਚੋਂ ਅੰਦਰਲੇ ਖੇਤ ਦੇ ਏਰੀਏ ਨੂੰ ਕੱਢ ਦਾਂਗੇ ਤਾਂ ਜਿਹੜਾ ਏਰੀਆ ਆ ਜਾਏਗਾ ਉਹ ਤੁਹਾਡਾ ਫੀਲਡ ਦਾ ਆ ਜਾਏਗਾ। ਇਹ 432 ਹੈ। ਠੀਕ ਹੈ, ਹੁਣ ਏਰੀਆ ਆਫ ਦਾ ਪਾਥ ਜਿਹੜਾ ਸਾਡਾ ਆਨਸਰ ਹੈਗਾ, ਏਰੀਆ ਆਫ ਪਾਥ ਵੈਰੀ ਸਿੰਪਲ ਹੋ ਗਿਆ ਜੀ, ਇਕੁਅਲ ਟੂ 832 ਮਾਈਨਸ 432 ਇਕੁਅਲ ਟੂ 400 ਮੀਟਰ ਸਕੁਅਰ। ਠੀਕ ਹੈ ਜੀ। ਸਰ ਉੱਥੇ ਆਪਾਂ 4 ਪਲੱਸ ਕਿਉਂ ਨਹੀਂ ਕੀਤਾ, 8 ਪਲੱਸ ਕੀਤਾ? ਇੱਕ ਪਾਸੇ 4 ਦੂਜੇ ਪਾਸੇ ਦੁਬਾਰਾ ਰੱਖ ਕੇ ਦਿਖਾਓ। ਆ ਦੇਖੋ ਨਾ, ਇੱਧਰ ਵੀ 4 ਹੈ, ਚੜਾਈ ਇਹਦੀ ਰਸਤੇ ਦੀ ਚੜਾਈ ਇੱਧਰ ਵੀ 4 ਹੈ ਤੇ 4 ਇੱਧਰੋਂ ਹੈ, ਇਸ ਕਰਕੇ ਫਿਰ 8 ਹੋ ਗਿਆ ਨਾ ਜੀ। ਇਹ 24 ਤੇ 8 32 ਹੋ ਗਿਆ। ਦੇਖੋ ਇੱਥੇ 24 ਇੰਨਾ ਹੈ, 24 ਇੰਨਾ ਹੈ। ਠੀਕ ਹੈ, ਆ ਜਿਹੜਾ 4 ਹੈ, ਆ 4 ਇੱਥੇ ਜੁੜ ਗਿਆ, ਇਹਦੇ ਵਿੱਚ 24 ਦੇ ਵਿੱਚ 4 ਇੱਥੇ ਜੁੜ ਗਿਆ, 32 ਬਣ ਗਿਆ। क्लियर है जी कि नहीं? ठीक है जी, क्लियर होया कि नहीं? ठीक है जी। हाँ, नेक्स्ट चलेंगे। अगला क्वेश्चन हैगा क्वेश्चन नंबर 2, ए पाथ ऑफ यूनिफॉर्म विड्थ 2 मीटर, अ पाथ दो मीटर का पाथ है कोई अराउंड द इनसाइड वो बाहर सीगा, ये अंदर है, इनसाइड ऑफ ए स्क्वायर ऑफ अ स्क्वायर फील्ड ऑफ साइड B मीटर। 20 मीटर की साइड वाला कोई स्केयर हैगा, ਉਹਦੇ ਅੰਦਰਲੇ ਪਾਸੇ 2 मीटर ਚੌੜਾ ਹੈਗਾ ਜਿਹੜਾ ਪਾਥ ਬਣਿਆ ਹੋਇਆ ਹੈਗਾ। फाइंड द एरिया ऑफ द पाथ, फाइंड एरिया ऑफ पाथ, ये ਅਸੀਂ एरिया ऑफ द पाथ फाइंड करना है। ਹੁਣ ਅਸੀਂ आंसर की ਇਹਦਾ ਦੇਖੋ ਕਿਵੇਂ ਬਣੇਗਾ, ਸਿੰਪਲ ਹੈ, ਜਿਵੇਂ ਜਿਵੇਂ ਉੱਪਰ ਕੀਤਾ ਉਦਾਂ ਹੀ ਇਹ ਬਣੇਗਾ। ਇਹ ਸਾਡੇ ਕੋਲੇ ਸਕੇਅਰ ਹੈਗਾ ਜਿਹਨੇ ਚਾਰੇ ਵਾਹੀਆਂ 20 ਮੀਟਰ ਹੈਗੀਆਂ ਨੇ, 20 ਮੀਟਰ 20 ਮੀਟਰ 20 ਮੀਟਰ ਤੇ 20 ਮੀਟਰ। ਇਹਦੇ ਅੰਦਰਲੇ ਪਾਸੇ ਕਿਹਾ ਉਸਨੇ दो मीटर का, दो मीटर चौड़ा ਜਿਹੜਾ ਪਾਥ ਬਣਿਆ ਹੋਇਆ ਹੈਗਾ। ठीक है, ये पाथ ਦੀ ਕਹਿੰਦਾ ਹੁਣ ਦੱਸੋ ਕਿੰਨਾ ਏਰੀਆ ਬਣੇਗਾ। ਵੈਰੀ ਸਿੰਪਲ ਹੈਗਾ, ਪਹਿਲਾਂ ਇਹਦਾ ਹੁਣ ਅੰਦਰਲਾ ਕਿੰਨਾ ਰਹਿ ਗਿਆ, ਇਹ 2 ਮੀਟਰ ਹੈ, ਇਹ 2 ਮੀਟਰ ਹੈ, ਅੰਦਰਲਾ ਚੜਾਈ ਕਿੰਨੀ ਰਹਿ ਗਈ, ਇਹਦੀ 16 ਰਹਿ ਗਈ, ਇਹਦੀ ਵੀ 16 ਰਹਿ ਗਈ। ਠੀਕ ਹੈ, ਇਹ 16 ਰਹਿ ਗਈ, 16 ਰਹਿ ਗਈ। ਹੁਣ ਆਪਾਂ ਲੈਂਥ ਕੀ ਕਰਾਂਗੇ, ਸਾਰੇ ਫੀਲਡ ਦੀ ਲੈਂਥ ਕਿੰਨੀ ਹੈ, ਨੰਬਰ 1 ਕੇਸ ਦੇ ਵਿੱਚ ਲੈਂਥ ਕਿੰਨੀ ਹੈਗੀ ਹੈ 20, ਬ੍ਰੈਡਥ ਕਿੰਨੀ ਹੈ 20, ਏਰੀਆ ਕਿੰਨਾ ਬਣ ਜਾਏਗਾ 400 ਮੀਟਰ ਸਕੁਅਰ। ਦੂਜੇ ਕੇਸ ਦੇ ਵਿੱਚ ਲੈਂਥ ਕਿੰਨੀ ਹੈ 2 ਤੇ 2 ਇੱਧਰੋਂ ਕੱਟ ਗਈ, 2 ਇੱਧਰੋਂ ਕੱਟ ਗਈ, ਰਸਤੇ ਦੀ 4 ਕੱਟ ਗਈ, 16 ਰਹਿ ਗਈ। ਲੈਂਥ ਕਿੰਨੀ ਹੈ 16 ਮੀਟਰ, ब्रेड्थ कितनी है, ये भी 16 मीटर है। एरिया कितना बन जाएगा
250 मीटर स्क्वायर। फिर क्या, एरिया ऑफ पाथ इक्वल टू 400 मीटर माइनस 256 मीटर, ये बन गया 144, 144 ਦੇ ਨਾਲ m ਲਿਖਣਾ, ਇਹ m ਸਕੁਅਰ ਹੈ, ਇਹ ਵੀ m ਸਕੁਅਰ ਹੈ, ਠੀਕ ਹੈ। ਇਹ ਨਹੀਂ ਨਾਲ ਲਿਖਣਾ ਭੁੱਲਣਾ, ਇਹ ਮੀਟਰ ਸਕੁਅਰ ਬਣ ਗਿਆ। ਇਹ ਤੁਹਾਡਾ ਆਨਸਰ ਆ ਗਿਆ ਜੀ, ਠੀਕ ਹੈ। ਦੈਨ ਇੱਕ ਕੁਐਸਚਨ ਅਸੀਂ ਹੋਰ ਕਰ ਲੈਣੇ ਆ। A rectangular hall, कोई हॉल हैगा, रेक्टेंगुलर हॉल हैगा, किन्ने 5.25 मीटर एंड 3.78 मीटर का ये ਜਿਹੜਾ हॉल हैगा, ठीक है। ये ਜਿਹੜਾ फ्लोर है, फ्लोर ਉਹਨੂੰ कवर करना है ਟੈਲਾਂ ਦੇ ਨਾਲ। ਟੈਲਾਂ ਕਿਹੜੀਆਂ ਨੇ, 21 ਟਾਇਲ ਦੀ ਟਾਇਲ ਲਗਾਉਣੀਆਂ ਨੇ ਫਲੋਰ ਦੇ ਵਿੱਚ। ਟਾਇਲ ਕੀ ਹੈ, ਟਾਇਲ ਦਾ ਸਾਈਜ਼ ਕੀ ਹੈ, 21 ਸੈਂਟੀਮੀਟਰ, 21 ਸੈਂਟੀਮੀਟਰ ਸਕੁਅਰ ਦੀ ਹੈ ਈਚ ਸਾਈਡ। ਕਿੰਨੇ ਟਾਇਲਾਂ ਲੱਗਣਗੀਆਂ, find the cost of tile rate 5 रुपए पर टाइल। देखो जी, ये है क्वेश्चन ਤੁਹਾਡਾ ਵੀ ਇੱਕ ਹਾਲ ਹੈਗਾ ਤੁਹਾਡੇ ਕੋਲੇ, ਇਹ ਹਾਲ ਹੈ ਤੁਹਾਡਾ, ਪੰਜ ਪੁਆਇੰਟ 25, 5.25, 3.78, 3.78, ठीक है। ਇਹ ਟਾਇਲਾਂ ਲਗਾਉਣੀਆਂ ਨੇ। ਟਾਇਲ ਦੀ ਜਿਹੜੀ ਲੈਂਥ ਹੈਗੀ ਇਹ ਹੈਗੀ ਹੈ, ਲੈਂਥ ਬ੍ਰੈਡਥ 21 ਸੈਂਟੀਮੀਟਰ ਹੈਗੀ ਹੈ। ਕਿੰਨੀਆਂ ਟਾਇਲਾਂ ਲੱਗਣਗੀਆਂ, 5 रुपए पर टाइल ਦੇ ਹਿਸਾਬ ਨਾਲ ਕਿੰਨਾ ਖਰਚਾ ਆਏਗਾ, ਇਹ ਤੁਹਾਡਾ ਕੁਐਸਚਨ ਹੈਗਾ। ਫਲੋਰ ਏਰੀਆ ਕਿੰਨਾ ਬਣੇਗਾ ਜੀ, ਥੋੜਾ ਕਰੋ। ਫਲੋਰ ਏਰੀਆ ਕਿੰਨਾ ਬਣੇਗਾ, ਸਭ ਤੋਂ ਪਹਿਲਾਂ ਤੁਸੀਂ ਦੇਖੋ ਜਿੰਨਾ ਫਲੋਰ ਏਰੀਆ ਹੋਏਗਾ ਉਨਾ ਹੀ ਜਿਹੜਾ ਹੈਗਾ ਏਰੀਆ ਜਿਹੜਾ ਟਾਇਲਾਂ ਦਾ ਹੋਏਗਾ। ਫਲੋਰ ਏਰੀਆ 5.25 ਮਲਟੀਪਲਾਈ ਬਾਈ 3.78, ਇਹ ਹੈਗੇ ਨੇ ਮੀਟਰ। ਇਹਨੂੰ ਸੈਂਟੀਮੀਟਰ ਬਣਾ ਲਓ, ਇਹਦੇ ਬਟੇ 100 ਕਰ ਲਓ, ਇਹਦੇ ਬਟੇ 100, ਇਹਦੇ ਬਟੇ 100। ਜਦੋਂ ਬਟੇ 100 ਕਰਾਂਗੇ ਤਾਂ ਇਹ 525 ਬਣ ਜਾਏਗਾ। ਇੱਦਾਂ ਕਰ ਲਓ, ਇੱਦਾਂ ਕਰਨ ਦੇ ਨਾਲ ਕੀ ਹੋਏਗਾ, ਇਹ ਪੁਆਇੰਟ ਖਤਮ ਹੋ ਜਾਏਗਾ, 525 ਹੋ ਜਾਏਗਾ, ਇਹ 378 ਹੋ ਜਾਏਗਾ। ਇਹ ਸੈਂਟੀਮੀਟਰ ਬਣ ਜਾਣਗੇ ਫਿਰ ਮੀਟਰ ਦੀ ਜਗ੍ਹਾ ਤੇ, ਠੀਕ ਹੈ ਜੀ, ਸੈਂਟੀਮੀਟਰ ਸਕੁਅਰ ਬਣ ਜਾਣਗੇ। ਹੁਣ ਟਾਇਲ ਦਾ ਏਰੀਆ ਆਫ ਟਾइल कितना है, 21 सेंटीमीटर गुणा 21 सेंटीमीटर, ठीक है जी। ये सेंटीमीटर स्क्वायर ਇਹਦਾ ਟਾਇਲ ਦਾ ਏਰੀਆ ਹੈ। ਜੇ ਹੁਣ ਪੂਰੇ ਏਰੀਏ ਨੂੰ ਉੱਪਰ ਟਾਇਲ ਦੇ ਏਰੀਏ ਤੇ ਵੰਡਦੀ ਏ ਤਾਂ ਟਾਇਲਾਂ ਦੀ ਗਿਣਤੀ ਆ ਜਾਏਗੀ ਸਾਡੇ ਕੋਲੇ। ਨੰਬਰ ਆਫ ਟਾਇਲ ਕਿੰਨੀਆਂ ਬਣ ਜਾਣਗੀਆਂ,
ਟੋਟਲ ਏਰੀਆ ਆਫ ਦਾ ਫਲੋਰ ਕਿੰਨਾ A ਹੈ, ਟੋਟਲ ਏਰੀਆ ਆਫ ਦਾ ਫਲੋਰ A ਹੈਗਾ, ਟਾਇਲ ਦੀ ਏਰੀਆ ਇੰਨਾ ਹੈਗਾ। ਜੇ ਟਾਇਲ ਦੀ ਏਰੀਆ ਨਾਲ ਉਸ ਨੂੰ ਏਰੀਆ ਨੂੰ ਵੰਡ ਦਾਂਗੇ ਤਾਂ ਟਾਇਲਾਂ ਦੀ ਗਿਣਤੀ ਆ ਜਾਏਗੀ 525 ਗੁਣਾ 378 ਬਟੇ 21 ਗੁਣਾ 21। ਜਿਹਨੂੰ ਅਸੀਂ ਕੈਲਕੂਲੇਟ ਕਰਾਂਗੇ ਇਹ 450 ਆ ਜਾਏਗਾ। ਮਤਲਬ ਕਿ 450 ਟਾਇਲਾਂ ਲੱਗੀਆਂ। ਇੱਕ ਟਾਇਲ ਦੀ ਕੀਮਤ ਕਿੰਨੀ ਹੈ 5 ਰੁਪਏ। कॉस्ट कितनी पै जाएगी, कॉस्ट इक्वल टू 450 टाइलों ने, एक की कीमत 5 रुपये है, 5 ਨਾਲ गुणा कर देंगे। ठीक है, ਇਹਦੀ कीमत बन जाएगी फिर थोड़ी 2250 रुपये कॉस्ट पै जाएगी सारे फ्लोर के उपर टाइलां लगवाने की टोटल कॉस्ट। नेक्स्ट हो गया, एक क्वेश्चन और कर लगे हैं जी, लास्ट हैगा ये। ਤੁਹਾਡੇ ਕੋਲ ਇੱਕ ਰੈਕਟੈਂਗਲ ਬਣੀ ਵੀ ਹੈ, ਇਹਦੀ ਜਿਹੜੀ ਹੈਗੀ ਹੈ ਇਹ ਲੈਂਥ ਹੈਗੀ ਹੈ ਇਹ 70 ਹੈਗੀ ਹੈ, ਇਹਦੀ ਬ੍ਰੈਡਥ ਹੈਗੀ ਹੈ ਇਹ ਹੈਗੀ ਹੈ 45। ठीक है जी, ਇਹਦੇ ਵਿਚਕਾਰ ਇੱਕ ਪਾਥ ਬਣਿਆ ਪਿਆ 5 ਮੀਟਰ ਦਾ। The adjoint figure shows the rectangular field 70 meter long, 45 meter breadth. The shaded portion, ਇਹ ਜਿਹੜਾ portion ਹੈ ਇਹ ਵਾਲਾ portion shows two mutually perpendicular roads, each width 5 meter। ਇਹਦੇ ਵਿਚਕਾਰ ਰੋਡ ਬਣੀ ਵੀ ਹੈ 5 ਮੀਟਰ ਦੀ, ਇਧਰੋਂ ਵੀ ਤੇ ਇਧਰੋਂ ਵੀ 5-5 ਮੀਟਰ ਦੀ ਰੋਡ ਬਣੀ ਵੀ ਹੈ, ਇਹ ਵੀ 5 ਮੀਟਰ ਦੀ ਹੈ, 5 ਮੀਟਰ ਦੀ ਹੈ। ਠੀਕ ਹੈ ਜੀ, 5 ਮੀਟਰ ਦੀ ਰੋਡ ਬਣੀ ਵੀ ਹੈ। ਇੱਕ ਇਹਨੂੰ ਲੈਵਲ ਕਰਨਾ ਹੈ, ਫਾਈਂਡ ਦਾ ਕਾਸਟ ਆਫ ਲੈਵਲਿੰਗ ਦਾ ਰੋਡ ਐਟ ਦਾ ਰੇਟ ਆਫ 18 ਪਰ ਸਕੁਅਰ ਮੀਟਰ। क्वेश्चन की है, क्वेश्चन है फाइंड कॉस्ट ऑफ लेवलिंग, फाइंड कॉस्ट ऑफ लेवलिंग रेट ₹18 पर मीटर खर्चा पैंदा है, रोड की लेवलिंग करनी है, ਉਹਦੇ ਤੇ ਖਰਚਾ ਕਿੰਨਾ ਪਏਗਾ। ਇਹ ਤੁਹਾਡਾ ਕੁਐਸਚਨ ਹੈਗਾ। ਤੁਹਾਡੇ ਕੋਲ ਰੈਕਟੈਂਗਲ ਬਣੀ ਹੈ, ਉਹਦੇ ਵਿਚਕਾਰ ਇਨ ਬਿਟਵੀਨ ਦੋ ਸੜਕਾਂ ਬਣੀਆਂ ਹੋਈਆਂ ਨੇ। ਹੁਣ ਦੇਖੋ ਵੈਰੀ ਸਿੰਪਲ ਹੈਗਾ, ਇਹ ਲੌਂਗ ਸਾਈਡ ਹੈਗੀ ਹੈ ਏਰੀਆ ਆਫ ਰੋਡ along the length, along the length मतलब ਇਹ ਲੈਂਥ, ਇਹਦੀ ਗੱਲ ਕਰਦੇ ਆਪਾਂ। ਇਹ ਰੋਡ ਦਾ ਏਰੀਆ ਕਿੰਨਾ ਬਣੇਗਾ, ਕਿੰਨਾ ਬਣੇਗਾ ਇਹਦਾ ਏਰੀਆ 70 ਦੀ ਲੈਂਥ ਹੈ ਤੇ ਬ੍ਰੈਡਥ 5 ਹੈਗੀ ਹੈ। ਠੀਕ ਹੈ, 70 ਗੁਣਾ 5 350 मीटर स्क्वायर बन जाएगा। ठीक है जी, फिर एरिया ऑफ द रोड
along the breadth side ਕਿੰਨਾ ਹੋਏਗਾ ਇਸ ਰੋਡ ਦਾ ਏਰੀਆ 45 ਹੈ ਜੀ। ਇਹਦੀ ਇਹ 45 ਹੈ ਤੇ 5 ਚੌੜੀ ਹੈ, 45 ਗੁਣਾ 5, ਇਹ ਬਣ ਗਿਆ ਤੁਹਾਡਾ 225 ਮੀਟਰ ਸਕੁਅਰ। ਹੁਣ ਅਸੀਂ ਦੇਖਦੇ ਹਾਂ ਵੀ ਇਹ ਵਾਲਾ ਜਿਹੜਾ ਪੋਰਸ਼ਨ ਹੈ ਇਹ 2 ਵਾਰੀ ਕਾਊਂਟ ਹੋ ਗਿਆ, ਇੱਧਰ ਵੀ ਕਾਊਂਟ ਹੋ ਗਿਆ, ਇਹ ਵੀ ਕਾਊਂਟ ਹੋ ਗਿਆ। ਏਰੀਆ ਆਫ ਦਾ ਕਾਮਨ ਰੋਡ ਕਾਮਨ ਰੋਡ, ਕਿਉਂਕਿ ਇਹ ਰੋਡ ਕਾਮਨ ਹੈ, ਇੱਧਰੋਂ ਜਾਂਦੇ ਹੋਏ ਵੀ ਵਿੱਚ ਆਉਂਦੀ ਹੈ, ਇੱਧਰੋਂ ਜਾਂਦੇ ਹੋਏ ਵਿੱਚ ਆਉਂਦੀ ਹੈ, ਕਾਮਨ ਰੋਡ ਹੈਗੀ ਹੈ 5 ਮੀਟਰ ਬਾਈ 5 ਮੀਟਰ ਦੀ 25 ਹੋ ਗਈ, 5 ਗੁਣਾ 5 25 ਮੀਟਰ ਸਕੁਅਰ। actual area of road, both the roads, कितना हो गया जी 350 प्लस 300 225, 350 प्लस 225 माइनस 25 इक्वल टू ये 25 चो 25 कट दो, 350 ते 200 550 बन गया जी। ये होगा एक्चुअल एरिया। हम अपन क्या 18 रुपये पर मीटर खर्चा आंदा है, ठीक है जी। कॉस्ट कितनी पैगी 550 गुणा 18 इक्वल टू 18,590 ये टोटल कॉस्ट बन गई जी रुपीस। ठीक है जी, ਨਾਲ ਅੱਜ ਦਾ ਆਪਣਾ ਲੈਕਚਰ ਖਤਮ ਹੁੰਦਾ ਹੈ ਜੀ। ਕੱਲ ਅਸੀਂ ਹੌਲੀਡੇ ਹੈਗੀ ਹੈ, ਛੁੱਟੀ ਹੈ। ਇਸਦਾ ਕੋਈ ਕੁਐਸਚਨ ਕਰ ਸਕਦਾ ਜੀ? ਸੈਟਲਮੈਂਟ ਦੇ ਵਿੱਚ ਮੈਨੂਅਲ ਚ ਦੇ ਸਿਹਦਿਆਂ ਦੀ ਦੂਰੀ ਪੜਾਉਂਦੇ ਸੀ, ਉਹ ਕਹਿੰਦੇ ਸੀ ਜਦੋਂ ਅਸੀਂ ਲਾਇਆ ਕੰਪਿਊਟਰ ਦੇ ਉਦੋਂ ਕਰਦੇ ਹਾਂ ਠੀਕ। ਉਹ ਇੱਕ ਪੁਆਇੰਟ ਰਹਿੰਦਾ ਸੀ ਤੁਹਾਡਾ ਜਿਹੜਾ ਮਿਲਾਨ ਕਰਨਾ ਹੁੰਦਾ, ਜਿਸ ਵੇਲੇ ਮਰੱਬੇਬੰਦੀ ਕਰਦੇ ਤਾਂ ਸੈਟਲਮੈਂਟ ਦੇ ਨਾਲ ਮਿਲਾਨ ਕਰਨਾ ਹੁੰਦਾ। ਸਿਹਦਿਆਂ ਦੇ ਟ੍ਰਾਇੰਗਲ ਬਣਾ ਕੇ ਤੁਸੀਂ ਦੱਸ ਰਹੇ ਸੀ, ਪਰ ਉਹ ਪੇਪਰ ਦਿਸਿਆ ਨਹੀਂ ਸਾਨੂੰ ਸਹੀ। ਓਕੇ, ਹਾਂ ਉਹ ਵੀ ਮੈਂ ਤੁਹਾਨੂੰ ਪਰਸੋਂ ਦੱਸਾਂਗਾ, ਤੁਹਾਨੂੰ ਦੱਸ ਦਾਂਗਾ। ਉਹ ਪੇਪਰ ਨੰਬਰ ਉਹ 'ਚ ਆਉਂਦਾ ਹੈ। ਅੱਛਾ, ਸੈਟਲਮੈਂਟ ਮੈਨੂਅਲ ਆਪਣਾ 3rd ਪੇਪਰ ਦਾ ਪਾਰਟ ਹੈ ਸ਼ਾਇਦ, 7ਵਾਂ ਅਪੈਂਡਿਕਸ ਆ ਸੈਟਲਮੈਂਟ ਮੈਨੂਅਲ ਦਾ। ਮੈਂ ਤੁਹਾਡੀ ਗੱਲ ਸਮਝ ਗਿਆ, 4ਥੇ ਪੇਪਰ ਦਾ ਪਾਰਟ ਹੈਗਾ ਹਨਾ। ਕੋਈ ਗੱਲ ਨਹੀਂ, ਉਹ ਇਸੇ ਤੇ ਸਮਝਾਏਗਾ ਤੁਹਾਨੂੰ। ਠੀਕ ਹੈ ਸਰ, ਹਾਂ ਇਸੇ ਸਮਝਾਏਗਾ, ਉਹ ਯਾਦ ਕਰਾ ਦਿਓ ਮੈਨੂੰ, ਸਮਝਾ ਦਾਂਗਾ। ਇੱਕ ਸਰ ਹੋਰ ਸੀਗਾ, ਜਿਹੜੇ ਆਪਾਂ ਵੀ ਸਿਲੇਬਸ ਦੇ ਵਿੱਚ ਤਾਂ ਅੰਤਕ ਉਹੀ ਨੇ 6, 7, 9 ਤੇ 21 ਜੀ, ਪਰ ਜਿਹੜੇ ਕੁਐਸਚਨ ਪੇਪਰ ਨੇ ਉਹ ਜਿਹੜਾ ਅੱਗੇ ਸਿਲੇਬਸ ਉਹ 'ਚ ਵੀ ਆਏ ਹੋਏ ਨੇ ਸਰ। ਦੇਖੋ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ, ਜੋ ਸਿਲੇਬਸ ਹੈ ਆਪਾਂ ਸਿਲੇਬਸ ਇਹਦੇ ਬਾਰੇ ਤਾਂ ਕੁਝ ਨਹੀਂ ਕਹਿ ਸਕਦੇ। ਹੁਣ ਕਈ ਵਾਰੀ ਸਿਲੇਬਸ ਆਊਟ ਆਫ ਸਿਲੇਬਸ, ਪੇਪਰ ਆਊਟ ਆਫ ਸਿਲੇਬਸ ਆ ਸਕਦਾ, ਫਿਰ ਹੁਣ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ। ਉਹਦੇ ਰਹਿੰਦੇ ਐਗਜ਼ਾਮੀਨਰ ਸਰ ਵਿੱਚ ਪਾ ਦਿੰਦੇ, ਆਊਟ ਆਫ ਸਿਲੇਬਸ ਜ਼ਰੂਰ ਪਾ ਦਿੰਦੇ। ਹਾਂ ਇਹ ਅਕਸਰ ਹੁੰਦਾ ਰਹਿੰਦਾ ਹੈ। ਦੇਖੋ ਜਿੰਨਾ ਕਿ ਮੈਨੂੰ ਪਤਾ ਲੱਗਿਆ ਸੀਗਾ ਉਹਦੇ ਅਕੋਰਡਿੰਗ ਮੈਂ ਹੁਣ ਤੁਹਾਨੂੰ ਆਪਾਂ ਸਟੈਂਪ ਐਕਟ ਪੜਾਇਆ। ਕਿਉਂ ਪੜਾਇਆ? ਤੁਹਾਡੇ ਸਿਲੇਬਸ ਨਹੀਂ ਹੈਗਾ, ਮੈਂ ਸਾਰਾ ਸਟੈਂਪ ਐਕਟ ਕਰਵਾਇਆ। ਇਸੇ ਕਰਕੇ ਮੈਂ ਰਜਿਸਟ੍ਰੇਸ਼ਨ ਐਕਟ ਕਰਵਾਇਆ ਤੁਹਾਨੂੰ, ਇਸੇ ਕਰਕੇ ਕਰਵਾਇਆ ਕਿਉਂਕਿ ਤੁਹਾਡੇ ਸਿਲੇਬਸ ਨਹੀਂ ਹੈਗਾ। ਪਰ ਮੋਸਟਲੀ ਜਿਹੜੇ ਕੁਐਸਚਨ ਆਉਂਦੇ ਰਜਿਸਟ੍ਰੇਸ਼ਨ ਐਕਟ ਦੇ ਵਿੱਚ ਆਉਂਦੇ ਆ। ਹੁਣ ਇਹਦੇ ਬਾਰੇ ਜ਼ਿਆਦਾ ਤਾਂ ਨਹੀਂ, ਹਰ ਪੇਪਰ ਤਾਂ ਨਹੀਂ ਇੰਨਾ ਕੰਸਨਟਰੇਟ ਕਰ ਸਕਦੇ, ਠੀਕ ਹੈ। ਬਾਕੀ ਤੁਸੀਂ ਨਿਗਾਹ ਮਾਰ ਲੈਣੀ ਚਾਹੀਦੀ ਹੁੰਦੀ, ਸਾਰੇ ਕਿਤੋਂ ਵੀ ਕੁਐਸਚਨ ਆ ਜਾਵੇ। ਇਸੇ ਕਰਕੇ ਆਪਾਂ ਸਾਰਾ ਸਿਲੇਬਸ ਕਵਰ ਕਰਕੇ, ਮੈਂ ਤੁਹਾਨੂੰ ਕੋਈ ਸਪੈਸ਼ਲ ਜਾਂ ਕੁਐਸਚਨ ਪੇਪਰ ਦੇ ਅਕੋਰਡਿੰਗ ਨਹੀਂ ਪੜਾਇਆ ਹੈਗਾ। ਮੈਂ ਟੋਟਲ ਸਿਲੇਬਸ ਪੜਾਇਆ, ਕਵਰ ਕੀਤਾ, ਤਾਂ ਕਿ ਜਿੱਥੋਂ ਮਰਜ਼ੀ ਕੁਐਸਚਨ ਆ ਜਾਵੇ, ਜੇ ਸਾਨੂੰ ਪਤਾ ਹੈ ਤਾਂ ਅਸੀਂ ਜਿੱਥੋਂ ਮਰਜ਼ੀ ਕੁਐਸਚਨ ਅਸੀਂ ਕਰ ਸਕਦੇ ਹਾਂ। ਪਰ ਫਿਰ ਵੀ ਜੇ ਕਿਤੇ ਕੁਐਸਚਨ ਬਾਹਰੋਂ ਆ ਜਾਂਦਾ, ਫਿਰ ਆਪਾਂ ਕੀ ਕਰ ਸਕਦੇ ਹਾਂ? ਫਿਰ ਆਪਣੀ ਨੌਲੇਜ ਤਾਂ ਹੈਗੀ, ਆਪਾਂ ਰੈਵਨਿਊ ਦੇ ਡਿਪਾਰਟਮੈਂਟ ਦੇ ਬੰਦੇ ਤਾਂ ਹੈਗੇ ਆ, ਇੰਨਾ ਤਾਂ ਆਪਾਂ ਨੂੰ ਕਈ ਵਾਰੀ ਪਤਾ ਹੁੰਦਾ, ਕਈ ਵਾਰੀ ਨਹੀਂ ਪਤਾ ਹੁੰਦਾ। ਜੇ ਪਤਾ ਤਾਂ ਲਿਖ ਦਿਓ, ਠੀਕ ਹੈ।
ਤੁਹਾਨੂੰ ਸੈਕਸ਼ਨ ਸੁਕਸ਼ਨ ਜੇ ਨਹੀਂ ਲੱਭਦੀ ਤਾਂ ਵੀ ਕੋਈ ਗੱਲ ਨਹੀਂ, ਪਰ ਕੁਐਸਚਨ ਜੇ ਆਉਂਦਾ ਤਾਂ ਤੁਸੀਂ ਆਨਸਰ ਜ਼ਰੂਰ ਲਿਖ ਦਿਓ ਉਹਦਾ। ਠੀਕ ਹੈ ਜੀ, ਕਲਾਸ ਇਜ਼ ਓਵਰ, ਥੈਂਕ ਯੂ ਵੈਰੀ ਮਚ। ਹੈਲੋ